ਸਤਿ ਸ਼੍ਰੀ ਅਕਾਲ ਦੋਸਤੋ। ਜਿਸ ਤਰ੍ਹਾਂ ਮੈਂ ਅੱਧਾ ਘੰਟਾ ਪਹਿਲਾਂ ਤੁਹਾਡੇ ਨਾਲ ਫੇਸਬੁੱਕ ਲਾਈਵ ਉੱਤੇ ਗੱਲ ਕੀਤੀ ਸੀ, ਅੱਜ ਹਿਸਟਰੀ ਫਰੰਟ ਲੈਕਚਰ ਸੀਰੀਜ਼ ਦੇ ਵਿੱਚ ਸਾਡੇ ਨਾਲ ਹਿਸਟਰੀ ਦੇ ਬਹੁਤ ਰਿਨਾਊਂਡ ਪ੍ਰੋਫੈਸਰ ਮ੍ਰਿਦੁਲਾ ਮੁਖਰਜੀ, ਜਿਹੜੇ ਕਿ JNU ਤੋਂ ਰਿਟਾਇਰ ਹੋਏ ਨੇ, ਉਹ ਸਾਡੇ ਨਾਲ ਇਸ ਲੈਕਚਰ ਸੀਰੀਜ਼ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਤੇ ਸਾਡੇ ਲਈ ਇਹ ਵੀ ਮਾਣ ਦੀ ਗੱਲ ਹੈ ਕਿ ਜਿਹੜਾ ਇਹ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਬਾਰੇ ਸਭ ਤੋਂ ਪਹਿਲਾਂ ਜਿਨ੍ਹਾਂ ਹਿਸਟੋਰੀਅਨਸ ਨੇ ਸਾਨੂੰ ਆਗਾਹ ਕੀਤਾ, ਪ੍ਰਾਈਮ ਮਿਨਿਸਟਰ ਨੂੰ ਲੈਟਰ ਲਿਖਿਆ ਤੇ ਵੱਖੋ ਵੱਖਰੇ ਨਿਊਜ਼ ਚੈਨਲਸ ਉੱਤੇ ਜਾ ਕੇ ਇੰਟਰਵਿਊ ਕਰਕੇ ਇਹਨਾਂ ਦੇ ਬਾਰੇ ਜਿਹੜੇ ਹਿਸਟੋਰੀਅਨਸ ਨੇ ਉਹਨਾਂ ਦੀ ਆਵਾਜ਼ ਉਠਾਈ, ਉਹਨਾਂ ਦੇ ਵਿੱਚੋਂ ਇੱਕ ਪ੍ਰੋਫੈਸਰ ਮ੍ਰਿਦੁਲਾ ਮੁਖਰਜੀ ਨੇ। ਤਾਂ ਉਹਨਾਂ ਦੇ ਕੁਲੀਗ ਉੱਥੇ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਹੋਇਆ, ਉਹ ਵੀ JNU ਦੇ ਇੱਕ ਪ੍ਰੋਫੈਸਰ ਵੱਲੋਂ ਕੀਤਾ ਗਿਆ। ਤਾਂ ਉਹਨਾਂ ਦਾ ਜੋ ਸਾਂਝਾ ਐਫਰਟ ਹੈ, ਉਹਦੇ ਕਰਕੇ ਹੀ ਅੱਜ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਇਸ ਕਿਸਮ ਦੀ ਲੈਕਚਰ ਸੀਰੀਜ਼ ਅਸੀਂ ਸ਼ੁਰੂ ਕੀਤੀ ਹੈ। ਲਗਾਤਾਰ ਕੋਸ਼ਿਸ਼ ਇਹ ਕਰ ਰਹੇ ਹਾਂ ਤੇ ਅੱਜ ਇੱਕ ਪਲੇਜ਼ੈਂਟ ਸਰਪ੍ਰਾਈਜ਼ ਹੋਰ ਮਿਲਿਆ। ਮੈਂ ਤਾਂ ਤਿਆਰੀ ਪਹਿਲਾਂ ਇਹ ਕਰ ਰਿਹਾ ਸੀ ਕਿ ਹਿੰਦੀ ਦੇ ਵਿੱਚ ਗੱਲਬਾਤ ਕਰਨੀ ਪਊਗੀ, ਬਟ ਪ੍ਰੋਫੈਸਰ ਮੁਖਰਜੀ ਨਾਲ ਗੱਲਬਾਤ ਕਰਕੇ ਅੱਜ ਪਤਾ ਲੱਗਿਆ ਕਿ ਉਹਨਾਂ ਦਾ ਬੈਕਗਰਾਉਂਡ ਪੰਜਾਬ ਦੇ ਵਿੱਚੋਂ ਹੈ ਤੇ ਉਹਨਾਂ ਦੇ ਹਸਬੈਂਡ ਦਾ ਨਾਮ ਅਦਿੱਤਿਆ ਮੁਖਰਜੀ ਕਿਉਂਕਿ ਹੈ, ਤਾਂ ਇਸ ਕਰਕੇ ਉਹਨਾਂ ਦੇ ਨਾਮ ਦੇ ਨਾਲ ਮੈਰਿਜ ਤੋਂ ਪਿੱਛੋਂ ਮੁਖਰਜੀ ਲੱਗਿਆ। ਤਾਂ ਸਾਨੂੰ ਇਹ ਪਤਾ ਨਹੀਂ ਸੀ, ਇਸ ਕਰਕੇ ਉਹ ਵੀ ਅੱਜ ਪੰਜਾਬੀ ਦੇ ਵਿੱਚ ਹੀ ਗੱਲਬਾਤ ਕਰਨ ਦੀ ਆਪਣੇ ਨਾਲ ਕੋਸ਼ਿਸ਼ ਕਰਨਗੇ। ਤਾਂ ਇਸ ਦੇ ਲਈ ਸਾਡੇ ਲਈ ਥੋੜਾ ਸੌਖਾ ਹੋ ਜਾਊਗਾ, ਆਡੀਅנס ਲਈ ਵੀ ਤੇ ਮੇਰੇ ਲਈ ਵੀ, ਕਿਉਂਕਿ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਕਈ ਵਾਰੀ ਜ਼ਿਆਦਾ ਇੱਕਦਮ ਲੈਂਗੁਏਜ ਨੂੰ ਹਿੰਦੀ ਨੂੰ ਕਰਨਾ ਜਾਂ ਇੰਗਲਿਸ਼ ਦੇ ਵਿੱਚ ਗੱਲਬਾਤ, ਜਿਹੜੀ ਆਪਣੀ ਟਰਮਸ ਜਿਹੜੀਆਂ ਨੇ ਉਹ ਵਰਤਣਗੇ, ਉਹਦੀ ਵੀ ਕੋਸ਼ਿਸ਼ ਆਪਾਂ ਕਰਾਂਗੇ ਕਿ ਪੰਜਾਬੀ ਦੇ ਵਿੱਚ ਉਹਨੂੰ ਨਾਲ ਨਾਲ ਸਮਝਦੇ ਜਾਈਏ। ਤਾਂ ਮੈਂ ਹਿਸਟਰੀ ਫਰੰਟ ਲੈਕਚਰ ਸੀਰੀਜ਼ ਦੇ ਬਿਹਾਫ ਉੱਤੇ ਸਵਾਗਤ ਕਰਦਾ ਹਾਂ ਪ੍ਰੋਫੈਸਰ ਮ੍ਰਿਦੁਲਾ ਮੁਖਰਜੀ ਜੀ ਦਾ ਕਿ ਉਹ ਸਾਡੇ ਵਿੱਚ ਅੱਜ ਆਏ ਨੇ। ਵੈਲਕਮ ਮੈਮ, ਥੈਂਕ ਯੂ ਵੈਰੀ ਮਚ, ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਹੈ ਤੇ ਇੱਕ ਬਹੁਤ ਵੱਡੀ ਸਾਡੇ ਲਈ ਮਾਣ ਦੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅੱਜ ਸ਼ਾਮਲ ਹੋਏ ਹੋ। ਸਾਡਾ ਇੱਕ ਕਾਮਨ ਕੰਸਰਨ ਜਿਹੜਾ ਹੈ ਉਹ ਹਿਸਟਰੀ ਨੂੰ ਲੈ ਕੇ ਹੈ। ਵੈਲਕਮ ਮੈਮ, ਥੈਂਕ ਯੂ। ਤੁਸੀਂ ਮੈਡਮ ਮੈਨੂੰ ਦੱਸਿਆ ਜਿਸ ਤਰ੍ਹਾਂ ਨਾਲ ਆਪਣੀ ਗੱਲਬਾਤ ਹੋਈ ਕਿ ਤੁਹਾਡਾ ਬੈਕਗਰਾਉਂਡ ਪੰਜਾਬ ਤੋਂ ਹੈ ਤੇ ਉਦੋਂ ਪਾਰਟੀਸ਼ਨ ਦੇ ਸਮੇਂ ਤੁਹਾਡੇ ਪੇਰੈਂਟਸ ਇੱਥੇ ਦਿੱਲੀ ਆ ਜਾਂਦੇ ਨੇ ਤੇ ਦਿੱਲੀ ਦੇ ਵਿੱਚ ਤੁਹਾਡਾ ਬਚਪਨ ਬੀਤਿਆ ਹੈ। ਤੇ ਜਿਹੜੀ ਆਪਣਾ ਹੈਰੀਟੇਜ ਜਿਹੜੀ ਹੈ, ਇਹ ਸੈਂਟਰਲ ਵਿਸਟਾ ਦਾ ਏਰੀਆ, ਇਹ ਜਿਹੜੀਆਂ ਪੁਰਾਣੀਆਂ ਸਾਰੀਆਂ ਬਿਲਡਿੰਗਸ, ਇਹ ਨੈਸ਼ਨਲ ਮਿਊਜ਼ੀਅਮ, ਇਹ ਨੈਸ਼ਨਲ ਆਰਕਾਈਵਸ ਤੇ ਹੋਰ ਵੀ ਜਿਹੜੇ ਅੱਜ ਭਵਨ ਤੋੜੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਸ਼ਾਸਤਰੀ ਭਵਨ, ਜਵਾਹਰ ਭਵਨ ਤੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਇਮਾਰਤਾਂ ਨੇ। ਤਾਂ ਉਹਨਾਂ ਦੇ ਜਿਹੜੀ ਹੈਰੀਟੇਜ ਹੈ, ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੇ ਤੁਸੀਂ 2 ਮਿੰਟ ਉਹਦੀ ਪਹਿਲਾਂ ਗੱਲ ਆਪਾਂ ਕਰ ਲਈਏ ਕਿ ਤੁਹਾਡੇ ਬਚਪਨ ਦੇ ਕੀ ਇੰਪ੍ਰੈਸ਼ਨਸ ਰਹੇ ਨੇ ਤੇ ਹੁਣ ਉਹ ਕਿਸ ਤਰ੍ਹਾਂ ਨਾਲ ਬਦਲ ਰਹੀ ਹੈ ਇਸ ਦੌਰ ਦੇ ਵਿੱਚ। ਜੀ ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਸੀਂ ਮੈਨੂੰ ਬੁਲਾਇਆ ਆਪਣੇ ਫੋਰਮ ਦੇ ਵਿੱਚ, ਇੰਨੇ ਸਾਰੇ ਪੰਜਾਬ ਦੇ ਲੋਕ, ਆਪਣੇ ਸਟੂਡੈਂਟਸ ਔਰ ਦੂਸਰੇ ਲੋਕਾਂ ਦੇ ਨਾਲ ਮਿਲਣ ਦਾ ਮੌਕਾ ਮੈਨੂੰ ਦਿੱਤਾ ਔਰ ਆਪਣੀ ਗੱਲ ਸਾਰਿਆਂ ਦੇ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਹੈ। ਬੜਾ ਵੱਡਾ ਇੱਕ ਮੁੱਦਾ ਜਿਹੜਾ ਹੈ ਇਸ ਵਕਤ ਸਾਡੇ ਸਾਹਮਣੇ ਆਇਆ ਹੋਇਆ ਹੈ ਕਿ ਪੂਰਾ ਜਿਹੜਾ ਜਿਹਨੂੰ ਸੈਂਟਰਲ ਵਿਸਟਾ ਕਹਿੰਦੇ ਨੇ, ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਦਿੱਲੀ ਦਾ ਹਾਰਟ ਹੈ, ਉਹ ਪੂਰੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਈ ਸਾਰੀਆਂ ਜਿਹੜੀਆਂ ਇਮਾਰਤਾਂ ਹੈ ਉੱਥੇ ਆਈਕੋਨਿਕ ਸਾਰੇ ਕੰਸਟਰਕਸ਼ਨਸ ਨੇ, ਮੋਸਟਲੀ ਪ੍ਰੀ ਇੰਡੀਪੈਂਡੈਂਸ ਪੀਰੀਅਡ ਦੇ ਨੇ ਔਰ ਕੁਝ 50s ਦੇ ਵਿੱਚ ਜਿਹੜੇ ਐਡ ਕੀਤੇ ਗਏ ਨੇ ਉੱਥੇ, ਉਹ ਵੀ ਹੈਗੇ ਨੇ। ਔਰ ਕੁਛ ਜਿਸ ਤਰ੍ਹਾਂ ਆਰਕਾਈਵਸ ਦਾ ਜਿਹੜਾ ਨੈਸ਼ਨਲ ਆਰਕਾਈਵਸ ਦੀ ਐਨੈਕਸੀ ਬਿਲਡਿੰਗ ਹੈ, ਉਹ ਤੇ ਹੋਰ ਵੀ ਬਾਅਦ ਵਿੱਚ ਬਣੀ ਸੀ ਖਾਸ ਇਸ ਪਰਪਸ ਦੇ ਲਈ ਕਿ ਆਰਕਾਈਵਸ 'ਚ ਜਗ੍ਹਾ ਬਹੁਤ ਥੋੜ੍ਹੀ ਹੋ ਗਈ ਸੀ ਤੇ ਸ਼ਿਫਟਿੰਗ ਤਦ ਵੀ ਇੱਕ ਵਾਰੀ ਹੋ ਚੁੱਕੀ ਹੈ ਫਾਈਲਸ ਦੀ। ਔਰ ਇਹ ਮੈਨੂੰ ਯਾਦ ਹੈ ਕਿਉਂਕਿ ਜਿਸ ਜ਼ਮਾਨੇ 'ਚ ਮੈਂ ਰੈਗੂਲਰਲੀ ਜਾਂਦੀ ਸੀ ਨੈਸ਼ਨਲ ਆਰਕਾਈਵਸ ਆਪਣੀ ਰਿਸਰਚ ਦੇ ਲਈ,
19 ਤੁਸੀਂ ਲਗਾ ਲਓ 1972-3 ਤੋਂ ਲੈ ਕੇ ਪੂਰਾ 70s ਦਾ ਜਦੋਂ ਮਤਲਬ ਰੈਗੂਲਰਲੀ ਮਤਲਬ ਤਕਰੀਬਨ ਹਰ ਰੋਜ਼ ਜਾਣਾ ਉੱਥੇ। ਇੰਟਰਸਟਿੰਗਲੀ ਉਸ ਟਾਈਮ ਬੜੀ ਫੇਮਸ ਰਾਈਟਰ ਕ੍ਰਿਸ਼ਨਾ ਸੋਪਤੀ, ਜਿਨ੍ਹਾਂ ਨੇ ਪੰਜਾਬ ਦੇ ਬਾਰੇ 'ਚ ਬਹੁਤ ਕੁਛ ਲਿਖਿਆ, ਜ਼ਿੰਦਗੀ ਨਾਮਾ ਪੂਰੀ ਪੰਜਾਬ ਦੀ ਇੱਕ ਤਰ੍ਹਾਂ ਦੀ ਕਹਾਣੀ ਹੈ, ਉਹ ਵੀ ਉਸ ਵਕਤ ਉੱਥੇ ਰਿਸਰਚ ਕਰਦੇ ਸੀ। ਨੈਸ਼ਨਲ ਆਰਕਾਈਵਸ ਦੇ ਵਿੱਚ ਅਸੀਂ ਇਕੱਠੇ ਬੈਠਦੇ ਸੀ, ਕਿਉਂਕਿ ਮੈਂ ਤਾਂ ਪੰਜਾਬ 'ਤੇ ਰਿਸਰਚ ਕਰ ਰਹੀ ਸੀ, ਪੰਜਾਬ ਦੇ ਪ੍ਰੈਜ਼ੈਂਟ ਮੂਵਮੈਂਟ, ਨੈਸ਼ਨਲ ਮੂਵਮੈਂਟ, ਅਗਰੇਰੀਅਨ ਇਕੋਨਮੀ, ਤੇ ਉਹ ਮੈਨੂੰ ਪੁੱਛਦੇ ਰਹਿੰਦੇ ਸੀ ਫਾਈਲਾਂ ਦੱਸ ਦਿਓ ਮੈਨੂੰ ਕਿਹੜੀਆਂ ਦੇਖਾਂ ਜੇ ਮੈਂ ਲੱਭ ਰਹੀ ਹਾਂ, ਮੈਂ ਇਸ ਦੇ ਬਾਰੇ 'ਚ ਮੈਨੂੰ ਪਤਾ ਹੈਲਪ ਕਰ ਦਿਓ, ਕਿਉਂਕਿ ਉਹ ਤਾਂ ਹਿਸਟੋਰੀਅਨ ਨਹੀਂ ਸੀ ਨਾ। ਤੇ ਉਸ ਵਕਤ ਅਜੇ ਇਹ ਬਣਿਆ ਵੀ ਨਹੀਂ ਸੀ, ਐਨੈਕਸ ਉਹਦੇ ਬਾਅਦ ਬਣੀ ਹੈ। ਔਰ ਮੈਨੂੰ ਪਤਾ ਹੈ ਕਿ ਉਸ ਵਕਤ ਵੀ ਜਦੋਂ ਫਾਈਲਾਂ ਵਗੈਰਾ ਸ਼ਿਫਟ ਹੋਣੀਆਂ ਸੀ ਤੇ ਕਿੰਨਾ ਜ਼ਿਆਦਾ ਡਿਸਲੋਕੇਸ਼ਨ ਹੋਇਆ ਸੀ, ਕਿਉਂਕਿ ਆਰਕਾਈਵਸ ਇੱਕ ਐਸੀ ਚੀਜ਼ ਹੈ ਜਿਹਨੂੰ ਛੇੜਨਾ ਜਿਹੜਾ ਹੈ ਨਾ ਉਹ ਬਹੁਤ ਹੀ ਮਤਲਬ ਖਤਰਨਾਕ ਚੀਜ਼ ਹੈ, ਕਿਉਂਕਿ ਇੱਕ ਵਾਰੀ ਜਦੋਂ ਉਹ ਛੇੜ ਲਓ ਨਾ ਤੇ ਫਿਰ ਉਹਨੂੰ ਦੁਬਾਰਾ ਉਸ ਤਰੀਕੇ ਦੇ ਨਾਲ ਉਹਨੂੰ ਲਗਾਉਣਾ ਉਸ ਤਰ੍ਹਾਂ ਦੇ ਆਰਡਰ ਦੇ ਨਾਲ ਉਹ ਬੜਾ ਮੁਸ਼ਕਿਲ ਕੰਮ ਹੁੰਦਾ ਹੈ, ਔਰ ਉਹਦੇ ਲਈ ਬੜੀ ਐਕਸਪਰਟ ਜਿਹੜੀ ਹੈ ਉਹ ਚਾਹੀਏ, ਐਕਸਪਰਟੀਜ਼ ਚਾਹੀਏ ਤੁਹਾਨੂੰ, ਚਾਹੀਦੀ ਹੈ। ਤੋ ਐਨੀਵੇ ਜਸਟ ਟੂ ਗੋ ਬੈਕ, ਤੇ ਉਸ ਪੀਰੀਅਡ ਦੇ ਵਿੱਚ ਜਦੋਂ ਅਸੀਂ ਮਤਲਬ ਬੱਚੇ ਸੀ, ਵੱਡੇ ਹੋਏ, ਤੇ ਦਿੱਲੀ ਦਾ ਇਹ ਜਿਹੜਾ ਹਿੱਸਾ ਸੀ ਇਹੀ ਜਿਹੜਾ ਮੰਨਿਆ ਜਾਂਦਾ ਸੀ, ਇਹ ਔਰ ਪੁਰਾਣੀ ਦਿੱਲੀ, ਲਾਲ ਕਿਲਾ, ਜੀ ਇਹੀ ਮੰਨਿਆ ਜਾਂਦਾ ਸੀ ਕਿ ਇਹ ਦਿੱਲੀ ਦੀ ਪਹਿਚਾਨ ਹੈ। ਤੋ ਇਹ ਔਰ ਐਸਥੈਟਿਕਲੀ ਵੀ ਇੱਕ ਬਹੁਤ ਇੰਟੀਗ੍ਰੇਟਿਡ ਪੂਰਾ ਉਹ ਏਰੀਆ ਹੈ। ਉੱਥੋਂ ਰਾਸ਼ਟਰਪਤੀ ਭਵਨ ਤੋਂ ਤੁਸੀਂ ਸ਼ੁਰੂ ਕਰੋ ਔਰ ਇੱਧਰ ਇੰਡੀਆ ਗੇਟ ਤੱਕ ਆਓ, ਜਿਹੜਾ ਪੂਰਾ ਸੈਂਟਰਲ ਵਿਸਟਾ ਜਿਹਨੂੰ ਕਹਿੰਦੇ ਨੇ, ਦੋਨੋਂ ਸਾਈਡ ਉਹਦੇ ਬਿਲਡਿੰਗਸ ਨੇ। ਤੇ ਜਦੋਂ ਇਹ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਇਹਦਾ ਕੰਸੈਪਸ਼ਨ ਹੈ, ਜੇ ਚਾਹੇ ਉਹ ਅੰਗਰੇਜ਼ਾਂ ਨੇ ਬਣਾਇਆ ਸੀ, ਇਹਦਾ ਮਤਲਬ ਇਹ ਥੋੜੀ ਹੈ ਕਿ ਕੋਈ ਹੈਰੀਟੇਜ ਦਾ ਕੋਈ ਪੁਰਾਣਾ ਹਿੱਸਾ ਹੈ ਤਾਂ ਉਹਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ ਉਹਨੂੰ ਛੇੜਖਾਨੀ ਕਰ ਲਓ। ਆਪਣੀ ਹਿਸਟੋਰੀਕਲ ਜਿਹੜੀ ਇੱਕ ਲੈਗੇਸੀ ਹੈ ਸਾਡੀ ਆਰਕੀਟੈਕਚਰ ਦੀ, ਉਹਦੀ ਇੱਕ ਆਪਣੀ ਇੰਟੈਗ੍ਰਿਟੀ ਹੈ। ਤੁਸੀਂ ਦੇਖ ਲਓ ਹੁਣ ਅਸੀਂ ਅੰਮ੍ਰਿਤਸਰ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ, ਤੇ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਪੂਰਾ ਇਲਾਕਾ ਜਿਹੜਾ ਤੁਹਾਡੇ JNDU ਦੀ ਤਰਫ ਜਿਸ ਤਰ੍ਹਾਂ ਜਾਓ ਤੇ ਪੂਰੇ ਪੁਰਾਣੇ ਜਿਹੜੇ ਖਾਲਸਾ ਕਾਲਜ ਵਗੈਰਾ ਦਿਖਾਈ ਦਿੰਦੇ ਨੇ। ਹੁਣ ਅਗਰ ਉਹ ਨਾ ਰਹਿਣ ਤੇ ਅੰਮ੍ਰਿਤਸਰ ਦਾ ਇੱਕ ਕੈਰੈਕਟਰ ਖਤਮ ਹੋ ਜਾਏਗਾ ਜੀ। ਉਹ ਤਰ੍ਹਾਂ ਦੀਆਂ ਬਿਲਡਿੰਗਸ, ਉਹ ਪੂਰਾ ਆਰਕੀਟੈਕਚਰ, ਉਹ ਇੱਕ ਪੀਰੀਅਡ ਦਾ ਰਿਪਰੈਜ਼ੈਂਟੇਟਿਵ ਹੈ। ਔਰ ਤੁਸੀਂ ਅਗਰ ਲਾਹੌਰ ਜਾਓਗੇ, ਮੈਨੂੰ ਮੌਕਾ ਮਿਲਿਆ ਸੀ ਇੱਕ ਦੋ ਵਾਰੀ ਜਾਣ ਦਾ, ਤੇ ਉੱਥੇ ਵੀ ਉਹ ਬਿਲਡਿੰਗਸ ਵਗੈਰਾ ਜਿਹੜੀਆਂ ਨੇ ਬਿਲਕੁਲ ਉਹੀ ਤਰ੍ਹਾਂ ਦਾ ਆਰਕੀਟੈਕਚਰ ਹੈ, ਜਿਹੜਾ ਕਿ ਇੱਕ ਮਿਕਸ ਇੰਡੀਅਨ ਔਰ ਜਿਹੜੇ ਵੈਸਟਰਨ ਇਨਫਲੂਐਂਸਿਸ ਆਏ ਉਹਨਾਂ ਦਾ ਇੱਕ ਮਿਕਸ ਬਣਿਆ ਸੀ। ਇਸੇ ਤਰ੍ਹਾਂ ਲੁਟੀਅਨਸ ਦਿੱਲੀ ਜਿਹੜੀ ਹੈ, ਪੂਰਾ ਰਾਸ਼ਟਰਪਤੀ ਭਵਨ ਔਰ ਪੂਰਾ ਉਹ ਵੀ ਇੱਕ ਤਰ੍ਹਾਂ ਦਾ ਬਲੈਂਡ ਹੈ। ਉਹਦੇ 'ਚ ਬਹੁਤ ਸਾਰੇ ਪੁਰਾਣੇ ਇੰਡੀਅਨ ਐਲੀਮੈਂਟਸ ਵੀ ਇਨਕੋਰਪੋਰੇਟ ਕੀਤੇ ਸੀ ਲੁਟੀਅਨਸ ਨੇ, ਔਰ ਫਿਰ ਕੁਛ ਮਾਡਰਨ ਐਲੀਮੈਂਟਸ। ਤੋ ਮੇਰੇ ਕਹਿਣ ਦਾ ਮਤਲਬ ਇਹ ਕਿ ਇੱਕ ਜਿਹੜੀ ਆਰਕੀਟੈਕਚਰਲ ਇੱਕ ਲੈਗੇਸੀ ਹੈ, ਉਹਨੂੰ ਐਜ਼ ਅ ਹਿਸਟੋਰੀਅਨ ਮੈਨੂੰ ਲੱਗਦਾ ਹੈ ਕਿ ਛੇੜਖਾਨੀ ਕਰਨ ਤੋਂ ਪਹਿਲਾਂ ਨਾ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਹੈ। ਇੱਕ ਤੇ ਤੁਸੀਂ ਜ਼ਰੂਰੀ ਅਗਰ ਕੁਛ ਹੈ ਬਈ ਕੋਈ ਆਪਣੇ ਡਿਵੈਲਪਮੈਂਟ ਦੇ ਲਈ ਜਾਂ ਕਿਸੇ ਹੋਰ ਚੀਜ਼ ਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਵੀ ਛੇੜਖਾਨੀ ਕਰਨੀ ਹੈ, ਤਾਂ ਉਹ ਬਹੁਤ ਸੋਚ ਸਮਝ ਕੇ ਔਰ ਬਹੁਤ ਮਿਨੀਮਲ ਛੇੜਖਾਨੀ ਕਰਨੀ ਹੁੰਦੀ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਈਵਨ ਰੈਸਟੋਰੇਸ਼ਨ ਦਾ ਜਿਹੜਾ ਪ੍ਰਿੰਸੀਪਲ ਹੈ ਕਿ ਕੋਈ ਪੁਰਾਣੀ ਬਿਲਡਿੰਗ ਮੰਨ ਲਓ ਟੁੱਟ ਜਾਂਦੀ ਹੈ, ਜਿਸ ਤਰ੍ਹਾਂ ਹੁਮਾਯੂੰਸ ਟੂਮ ਨੂੰ ਲੈ ਕੇ ਬੜੀ ਕੰਟਰੋਵਰਸੀ ਵੀ ਚੱਲੀ ਹੈ ਕਿ ਉੱਥੇ ਰਿਪੇਅਰ ਕਈ ਸਾਲਾਂ ਤੋਂ ਸ਼ੁਰੂ ਹੋ ਗਿਆ। ਆਗਾ ਖਾਨ ਫਾਊਂਡੇਸ਼ਨ ਵਾਲਿਆਂ ਨੇ ਪੂਰਾ ਪ੍ਰੋਜੈਕਟ ਸ਼ੁਰੂ ਕੀਤਾ ਉਹ ਪੂਰੇ ਏਰੀਆ 'ਚ ਨਿਜ਼ਾਮੁਦੀਨ ਦਾ, ਤੇ ਕਈ ਹਿਸਟੋਰੀਅਨਸ ਨੇ ਆਬਜੈਕਟ ਕੀਤਾ, ਹਿਸਟਰੀ ਕਾਂਗਰਸ ਨੇ ਵੀ ਆਬਜੈਕਟ ਕੀਤਾ ਹੈ ਕਿ ਵੀ ਰੈਸਟੋਰੇਸ਼ਨ ਦਾ ਜਿਹੜਾ ਪ੍ਰਿੰਸੀਪਲ ਅੱਜ ਕੱਲ੍ਹ ਦੁਨੀਆ ਦੇ ਵਿੱਚ ਐਕਸੈਪਟ ਹੁੰਦਾ ਹੈ ਕਿ ਓਨਾ ਹੀ ਛੇੜਨਾ ਹੈ ਜਿਹੜਾ ਕਿ ਬਿਲਡਿੰਗ ਨੂੰ ਬਚਾਏ ਰੱਖਣ ਦੇ ਲਈ ਜ਼ਰੂਰੀ ਹੈ। ਰੈਸਟੋਰੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸ ਤਰ੍ਹਾਂ ਕਰਕੇ ਪੂਰਾ ਪੁਰਾਣਾ ਹੀ ਬਣਾ ਦਿਓ ਉਹਨੂੰ ਜਿਸ ਤਰ੍ਹਾਂ। ਤੋ ਇੱਕ ਰੂਇਨਸ ਦੀ ਵੀ ਆਪਣੀ ਜਿਹੜੀ ਹੈ ਇੰਟੈਗ੍ਰਿਟੀ ਬਣੀ ਜਾਂਦੀ ਹੈ।
ਮੇਰੀ ਗੱਲ ਸਮਝ ਰਹੇ ਹੋ ਤੁਸੀਂ। ਜੀ ਜੀ ਤੋ ਇੱਕ ਪੂਰੀ ਜਿਹੜੀ ਖੜੀ ਬਿਲਡਿੰਗ ਹੈ ਉਹਦੀ ਆਪਣੀ ਇੰਟੈਗ੍ਰਿਟੀ ਤੇ ਬਹੁਤ ਹੀ ਮਤਲਬ ਜ਼ਰੂਰੀ ਚੀਜ਼ ਹੈ। ਦੁਨੀਆ ਭਰ ਦੇ ਵਿੱਚ ਇਹ ਜਿਹੜੀ ਚੀਜ਼ ਹੈ ਇਹ ਲੋਕ ਮੰਨਦੇ ਨੇ। ਇਸੇ ਲਈ ਤੁਸੀਂ ਦੇਖਿਆ ਹੋਵੇਗਾ ਕਿ ਜਿਸ ਤਰ੍ਹਾਂ ਦੇ ਪ੍ਰੋਟੈਸਟ ਹੋਏ ਨੇ ਇਹਦੇ ਖਿਲਾਫ, ਇਹ ਜੋ ਪੂਰੀ ਛੇੜਖਾਨੀ ਕਰਨੇ ਦਾ ਹੁਣ ਜਿਹੜਾ ਪਲਾਨ ਹੈ ਕਿ ਇਹ ਤੋੜ ਦਿਆਂਗੇ, ਇਹ ਤੋੜ ਦਿਆਂਗੇ, ਇਹ ਨਵਾਂ ਬਣਾ ਦਿਆਂਗੇ, ਇੰਨਾ ਬਰੋਡਨ ਕਰ ਦਿਆਂਗੇ, ਇੱਥੋਂ ਪੇੜ ਕੱਟਦੇ ਨੇ, ਇਹ ਕਰਦੇ ਨੇ, ਉਹ ਕਰਦੇ। ਅਜੇ ਤਾਂ ਹੋਰ ਬੜਾ ਵੱਡਾ ਪ੍ਰੋਜੈਕਟ ਹੈ ਅੱਗੇ ਜਿਹੜਾ ਕਿ ਸਾਨੂੰ ਦੱਸਿਆ ਵੀ ਨਹੀਂ ਹੈ ਕਿ ਵੀ ਇਹ ਜਿਹੜੀਆਂ ਸੜਕਾਂ ਨੇ ਜਿਹੜੀਆਂ ਸਾਰੀਆਂ ਸੈਂਟਰਲ ਵਿਸਟਾ ਨੂੰ ਆਉਂਦੀਆਂ ਨੇ, ਪਹੁੰਚਦੀਆਂ ਨੇ, ਤੁਸੀਂ ਦੇਖਿਆ ਹੋਣੀਆਂ ਜਨਪਥ और इधर अकबर रोड है, औरंगजेब रोड तो खत्म हो गई हूँ, अब्दुल कलाम रोड है, बहुत सारी ऐसे आस-पास ਉਹਦੇ ਸੜਕਾਂ ਨੇ ਜਿਹੜੀਆਂ ਸਾਰੀਆਂ ਉੱਥੇ ਮੀਟ ਕਰਦੀਆਂ ਨੇ ਆ ਕੇ, ਤੇ ਉਹਨਾਂ ਨੂੰ ਵੀ ਛੇੜਖਾਨੀ ਕਰਨ ਦਾ ਪੂਰਾ ਪਲਾਨ ਹੈ। ਹੁਣ ਉਹਨਾਂ ਨੂੰ ਜਦੋਂ ਬਰੋਡਨ ਕਰਨ ਲੱਗਣਗੇ, ਔਰ ਉੱਥੇ ਕੋਈ ਐਸਾ ਟ੍ਰੈਫਿਕ ਦਾ ਮਾਮਲਾ ਤੇ ਹੈ ਨਹੀਂ, ਜਿਹੜੀ ਕੋਈ ਜ਼ਰੂਰਤ ਵੀ ਨਹੀਂ ਹੈ ਬਰੋਡਨ ਕਰਨ ਦੀ, ਤੇ ਪੂਰਾ ਜਿਹੜਾ ਉਹ ਏਰੀਆ ਦਾ ਲੁੱਕ ਹੈ, ਉਹਦੇ ਜਿਹੜੇ ਪੇੜ ਹੈ ਉਹ ਸਾਰੇ ਜਿਹੜੇ ਹੈ ਡਿਸਟਰਬ ਕੀਤੇ ਜਾਣਗੇ। ਤੇ ਸਿਰਫ ਇਹ ਬਹਾਨਾ ਬਣਾ ਕੇ ਕਿ ਜਿਹੜਾ ਪਾਰਲੀਮੈਂਟ ਹੈ ਉੱਥੇ ਸਾਨੂੰ ਜ਼ਿਆਦਾ ਜਗ੍ਹਾ ਚਾਹੀਦੀ ਹੈ। ਦੇਖਿਓ, ਜਿੱਥੇ ਤੱਕ ਪਾਰਲੀਮੈਂਟ ਦਾ ਸਵਾਲ ਹੈ ਨਾ, ਕਈ ਐਡੀਸ਼ਨਲ ਬਿਲਡਿੰਗਸ ਬਣ ਚੁੱਕੀਆਂ ਹੈ ਉਹਨੂੰ ਡਿਸਟਰਬ ਕਰੇ ਬਗੈਰ। ਅਜੇ ਤੱਕ ਜਿਸ ਤਰ੍ਹਾਂ ਐਕਸਪੈਂਸ਼ਨ ਹੋਈ ਹੈ, ਇੱਕ ਪੂਰੀ ਪਾਰਲੀਮੈਂਟ ਐਨੈਕਸੀ ਦੀ ਬਿਲਡਿੰਗ ਹੈ, ਬਹੁਤ ਵੱਡੀ ਹੈ ਉਹ ਵੀ, ਉਹਦੇ ਵਿੱਚ ਲੋਕ ਸਭਾ ਦਾ ਸਟੂਡੀਓ ਵੀ ਹੈ, ਤੇ ਇਸ ਕਰਕੇ ਕਈ ਵਾਰੀ ਮੈਂ ਅੰਦਰ ਜਾ ਕੇ ਪੂਰਾ ਦੇਖਿਆ ਹੋਇਆ। ਉੱਥੇ ਇੱਕ ਮਿਊਜ਼ੀਅਮ ਵੀ ਹੈ, ਬਹੁਤ ਜਗ੍ਹਾ ਹੈ ਉਹਦੇ ਵਿੱਚ। ਔਰ ਮੈਂ ਤਾਂ ਜਦੋਂ ਵੀ ਦੇਖਿਆ ਅੱਧੇ ਕਮਰੇ ਮੈਨੂੰ ਖਾਲੀ ਦਿਖਦੇ ਸੀ ਹਮੇਸ਼ਾ, ਉੱਥੇ ਲੋਕ ਵੀ ਨਹੀਂ ਸੀ ਦਿਖਾਈ ਦਿੰਦੇ। ਮੈਂ ਹਮੇਸ਼ਾ ਸੋਚਦੀ ਸੀ ਕਿ ਇੰਨੀ ਵੱਡੀ ਬਿਲਡਿੰਗ ਇਹਦੇ 'ਚ ਹੁੰਦਾ ਕੀ ਹੈ। ਇੱਕ ਹੋਰ ਬਿਲਡਿੰਗ ਹੈ, ਇੱਕ ਹੋਰ ਸੜਕ ਛੱਡ ਕੇ ਆਲ ਇੰਡੀਆ ਰੇਡੀਓ ਦੇ ਆਲਮੋਸਟ ਨਾਲ ਲੱਗਦੀ ਹੋਈ, ਉਹ ਪਾਰਲੀਮੈਂਟ ਲਾਇਬ੍ਰੇਰੀ ਐਨੈਕਸ ਬਿਲਡਿੰਗ ਹੈ, ਉਹ ਵੀ ਪਾਰਲੀਮੈਂਟ ਦੇ ਲਈ ਬਣਾਈ ਗਈ ਹੈ। ਉੱਥੇ ਵੀ ਬਹੁਤ ਸਿਰਫ ਲਾਇਬ੍ਰੇਰੀ ਨਹੀਂ ਹੈ, ਉੱਥੇ ਵੀ ਬਹੁਤ ਵੱਡਾ ਪੂਰਾ ਇੰਤਜ਼ਾਮ ਹੈ, ਹਾਲ ਹੈਗੇ ਨੇ, ਸੈਮੀਨਾਰ ਰੂਮਸ ਬਣੇ ਹੋਏ ਨੇ, ਬਹੁਤ ਕੁਝ ਬਣਿਆ ਹੋਇਆ ਉੱਥੇ ਵੀ। ਤੇ ਆਲਰੇਡੀ ਜਿਹੜੀ ਐਗਜ਼ਿਸਟਿੰਗ ਮੇਨ ਜਿਹੜੀ ਬਿਲਡਿੰਗ ਹੈ ਜਿੱਥੇ ਲੋਕ ਸਭਾ ਰਾਜ ਸਭਾ ਬੈਠਦੀ ਹੈ, ਉਹਦੇ ਨਾਲ ਦੋ ਹੋਰ ਬਹੁਤ ਵੱਡੀ ਬਿਲਡਿੰਗਸ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਉਹਦੀਆਂ ਜਿਹੜੀਆਂ ਜ਼ਰੂਰਤਾਂ ਉਹਨੂੰ ਪੂਰੀ ਕਰਨ ਦੇ ਲਈ। ਤੇ ਐਸਾ ਕੋਈ ਹੈ ਨਹੀਂ ਸੀ ਕਿ, ਔਰ ਅਜੇ ਤੱਕ ਉਸ ਤੋਂ ਪਹਿਲਾਂ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਸ ਬਿਲਡਿੰਗ ਨੂੰ ਤੋੜ ਕੇ ਬਣਾਇਆ ਜਾਏ, ਹੈ ਨਾ। ਹਾਂ, ਇਹ ਜਿਹੜੀ ਹੈ ਇਹ ਬਹੁਤ ਵੱਡਾ, ਇਹ ਸਾਰੀ ਇਮੇਜਰੀ ਦੇ ਵਿੱਚ ਵੀ ਤੇ ਸਾਡੇ ਪਾਰਲੀਮੈਂਟ ਦਾ ਜਿਹੜਾ ਪੂਰਾ ਆਰਕੀਟੈਕਚਰ ਹੈ ਉਹਦਾ ਬਹੁਤ ਵੱਡਾ ਅਹਿਮੀਅਤ ਹੈ। ਸਿਮਰਨ, ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਨਾਲ ਆਪਾਂ ਪੁਰਾਣੇ ਰਾਜਿਆਂ ਦੇ ਦੇਖਦੇ ਸੀ ਐਟੀਟਿਊਡ ਕਿ ਆਪਦੇ ਰਹਿਣ ਵਾਸਤੇ ਬਹੁਤ ਵੱਡੇ ਮਹਿਲ ਬਣਾਏ ਹੋਏ ਨੇ, ਤੇ ਉਹਦੇ ਵਿੱਚ ਅੱਜ ਕੱਲ੍ਹ ਤਾਂ ਆਪਾਂ ਜਾ ਕੇ ਵਿਜ਼ਿਟ ਕਰ ਲੈਂਦੇ ਆ, ਪਰ ਉਸ ਵੇਲੇ ਇੱਕ ਹੀ ਰਾਜੇ ਵਾਸਤੇ ਸੈਂਕੜੇ ਕਮਰੇ ਨੇ। ਉਸ ਤਰ੍ਹਾਂ ਤੁਸੀਂ ਰਾਸ਼ਟਰਪਤੀ ਭਵਨ ਦੇਖੋ, ਉੱਥੇ ਇਸੇ ਕਿਸਮ ਦੇ ਨਾਲ ਹੈ। ਤੇ ਇਹਦੇ ਵਿੱਚ ਸਿਰਫ ਦੋ ਤਿੰਨ ਚੀਜ਼ਾਂ ਸੀ ਜਿਹੜੀਆਂ ਆਮ ਲੋਕਾਂ ਦੇ ਵਿਜ਼ਿਟ ਦੀਆਂ ਸੀ, ਜਿਵੇਂ ਨੈਸ਼ਨਲ ਆਰਕਾਈਵਜ਼ ਹੋ ਗਿਆ, ਨੈਸ਼ਨਲ ਮਿਊਜ਼ੀਅਮ ਹੋ ਗਿਆ, ਇੰਦਰਾ ਗਾਂਧੀ ਓਪਨ ਜਿਹੜਾ ਆਰਟ ਸੈਂਟਰ ਹੋ ਗਿਆ। ਤਾਂ ਇਸ ਕਿਸਮ ਦੀਆਂ ਕੁਝ ਚੀਜ਼ਾਂ ਸੀ ਜਿਹੜੀਆਂ ਪਬਲਿਕ ਸੀਗੀਆਂ, ਮਤਲਬ ਇੱਕ ਕਹਿ ਸਕਦੇ ਪਬਲਿਕ ਕੰਸਰਨ ਸੀਗੀਆਂ। ਬਾਕੀ ਸਾਰਾ ਕੁਝ ਆਫੀਸ਼ੀਅਲ ਹੈ ਉਸ ਏਰੀਏ ਦੇ ਵਿੱਚ। ਤੇ ਜੇ ਇਹ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਨਾਲ ਪੁਰਾਣਾ ਰਾਜਸ਼ਾਹੀ ਕਿਸਮ ਦਾ ਇੱਕ ਐਟੀਟਿਊਡ ਹੈ ਕਿ ਇਹਦੇ ਵਿੱਚ ਜਿਹੜਾ ਕੁਝ ਲੋਕਾਂ ਦੇ ਕੰਸਰਨ ਦਾ ਉਹਨੂੰ ਫਿਰ ਰਿਮੂਵ ਕਰਕੇ ਦੁਬਾਰਾ ਜਿਹੜਾ ਸਿਰਫ ਇਹਨੂੰ ਇਨਕਲੋਜ਼ਡ ਏਰੀਆ ਹੀ ਬਣਾ ਦੇਣਾ, ਕੁਝ ਇਸ ਕਿਸਮ ਦਾ ਵੀ ਪ੍ਰੋਜੈਕਟ ਹੋ ਸਕਦਾ ਵੀ ਇੱਥੇ ਆਮ ਪਬਲਿਕ ਦੀ ਐਂਟਰੀ ਕਾਫੀ ਰਿਸਟ੍ਰਿਕਟਡ ਹੋ ਜੂਗੀ ਇਸ ਤੋਂ ਬਾਅਦ? ਦੇਖੋ, ਆਲਰੇਡੀ ਇਹ ਜਿਹੜਾ ਏਰੀਆ ਸੀ, ਮਤਲਬ ਜਦ ਮੈਨੂੰ ਜੋ ਯਾਦ ਹੈ, ਜਦੋਂ ਪੂਰਾ ਉਹ ਬੋਟ ਕਲੱਬ ਦਾ ਇੱਕ ਏਰੀਆ ਹੈਗਾ, ਤੁਸੀਂ ਦੇਖਿਆ ਹੋਏਗਾ ਸ਼ਾਇਦ, ਉੱਥੇ ਪਹਿਲਾਂ ਤੇ ਸਾਰੇ ਜੋ ਪ੍ਰੋਟੈਸਟ ਸੀ ਉੱਥੇ ਅਲਾਉ ਹੁੰਦੇ ਸੀ। 1989 ਤੱਕ ਵੀ ਮੈਨੂੰ ਯਾਦ ਹੈ ਕਿ ਬਹੁਤ ਵੱਡੇ ਵੱਡੇ ਜਿਹੜੇ ਐਜੀਟੇਸ਼ਨ ਸੀ ਉਹ ਸਾਰੇ ਉਹ ਲੌਨਸ ਦੇ ਵਿੱਚ ਹੀ ਲੋਕ ਇਕੱਠੇ ਹੁੰਦੇ ਸੀ, ਔਰ ਉਹਦਾ ਜਿਹੜਾ ਉਹ ਬੰਦਾ ਸੀ, ਸਟੇਜ ਬੰਦਾ ਸੀ, ਉਹ ਬੋਟ ਕਲੱਬ ਦੇ ਬੰਦਾ ਸੀ, ਜਿਹੜਾ ਕਿ ਪਾਰਲੀਮੈਂਟ ਦੀ ਬਿਲਡਿੰਗ ਤੋਂ ਮੁਸ਼ਕਿਲ ਨਾਲ ਤੁਸੀਂ ਲਗਾ ਲਓ
100-150 ਗਜ਼ ਦੂਰ ਸੀ, ਔਰ ਇਧਰੋਂ ਪ੍ਰੈਜ਼ੀਡੈਂਟ ਹਾਊਸ ਨੂੰ ਵੀ ਜਾਣ ਦਾ ਜਿਹੜਾ ਰਸਤਾ ਸੀ ਉੱਥੇ ਵੀ ਮੁਸ਼ਕਿਲ ਦੇ ਨਾਲ ਤੁਸੀਂ 100-150 ਗਜ਼ ਦੂਰ ਸੀ, ਤੇ ਉਹ ਸਰਕਾਰਾਂ ਟੋਲਰੇਟ ਕਰਦੀਆਂ ਸੀ ਕਿ ਲੋਕ ਆ ਕੇ ਇੱਥੇ ਪ੍ਰੋਟੈਸਟ ਕਰਨਗੇ। ਫਿਰ ਕਿਸੇ ਟਾਈਮ, ਹੁਣ ਮੈਨੂੰ ਯਾਦ ਨਹੀਂ ਐਗਜ਼ੈਕਟਲੀ ਕਿਹੜੇ ਸਾਲ ਦੀ ਗੱਲ ਹੈ, ਇੱਥੋਂ ਬੰਦ ਕਰਕੇ ਜੰਤਰ ਮੰਤਰ ਸ਼ਿਫਟ ਕਰ ਦਿੱਤਾ ਕਿ ਉੱਥੇ ਤੱਕ ਪ੍ਰੋਟੈਸਟ ਆ ਸਕਦਾ, ਅੱਗੇ ਨਹੀਂ ਆ ਸਕਦਾ। ਆਲਰੇਡੀ ਤੁਸੀਂ ਉੱਥੋਂ ਹਟਾਤਾ, ਲੋਕਾਂ ਨੂੰ ਹਟਾਤਾ। ਤੁਸੀਂ ਲੋਕਾਂ ਦੀ ਗੱਲ ਕਰ ਰਹੇ ਹੋ ਨਾ, ਪਬਲਿਕ ਦਾ ਜਿਹੜਾ ਐਕਸੈਸ ਹੈ। ਤੇ ਪਹਿਲਾਂ ਤਾਂ ਮੈਨੂੰ ਅਜੇ ਤੱਕ ਖੁਦ ਯਾਦ ਹੈ, ਨੈਸ਼ਨਲ ਆਰਕਾਈਵ ਦੀ ਤੁਸੀਂ ਦੱਸ ਰਹੇ ਹੋ, ਪੁੱਛ ਰਹੇ ਹੋ, ਤੇ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਯਾਦ ਕਰਾਨੀ ਆ ਕਿ ਮੈਂ ਉਸ ਵਕਤ ਰਿਸਰਚ ਕਰਨ ਰੋਜ਼ ਜਾਂਦੀ ਸੀ ਉੱਥੇ। ਮੈਂ ਪੜ੍ਹਾ ਰਹੀ ਸੀ JNU ਦੇ ਵਿੱਚ, ਪਰ ਮੈਂ ਡੇਲੀ ਆਪਣੀ ਉੱਥੇ ਜਾਂਦੀ ਸੀ ਆਰਕਾਈਵਸ। ਤੇ ਉਹੀ ਟਾਈਮ ਸੀ ਐਮਰਜੈਂਸੀ ਖਤਮ ਹੋਈ, ਤੇ ਐਮਰਜੈਂਸੀ 77 ਦੀ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ। ਔਰ ਐਮਰਜੈਂਸੀ ਜਿਸ ਤਰ੍ਹਾਂ ਹੀ ਖਤਮ ਹੋਈ ਤੇ ਨਏ ਇਲੈਕਸ਼ਨ ਅਨਾਉਂਸ ਕਰ ਦਿੱਤੇ ਇੰਦਰਾ ਗਾਂਧੀ ਨੇ, ਤੇ ਜਿਹੜੇ ਆਪੋਜੀਸ਼ਨ ਸੀ ਉਹਨਾਂ ਨੇ ਇਕੱਠੇ ਹੋ ਕੇ ਉੱਥੇ ਰੈਲੀਜ਼ ਕਰਨੀਆਂ ਸ਼ੁਰੂ ਕੀਤੀਆਂ, ਪ੍ਰੀਪੇਅਰਿੰਗ ਫॉर द ਇਲੈਕਸ਼ਨ। ਤੇ ਜਗਜੀਵਨ ਰਾਮ ਉਸ ਵਕਤ ਕਾਂਗਰਸ ਛੱਡ ਕੇ ਇੱਧਰ ਆ ਗਏ ਇਹਨਾਂ ਦੇ ਨਾਲ, ਜਿਹੜੇ ਆਪੋਜੀਸ਼ਨ ਵਾਲੇ ਸੀ। ਹਾਂ। ਤੇ ਉਹ ਬਹੁਤ ਵੱਡੀ ਇੱਕ ਰੈਲੀ, ਜਿਸ 'ਚ ਪਹਿਲੀ ਵਾਰ ਜਗਜੀਵਨ ਰਾਮ ਜਿਹੜੇ ਸਟੇਜ ਤੇ ਆਏ ਆਪੋਜੀਸ਼ਨ ਦੇ ਨਾਲ, ਉਹ ਉੱਥੇ ਬੋਟ ਕਲੱਬ ਤੇ ਹੋਈ। ਮੈਨੂੰ ਅਜੇ ਤੱਕ ਯਾਦ ਹੈ, ਮੈਂ ਨੈਸ਼ਨਲ ਆਰਕਾਈਵਸ ਤੋਂ ਨਿਕਲ ਕੇ, ਸ਼ਾਮ ਦੇ ਟਾਈਮ ਸੀ 4-5 ਵਜੇ ਦਾ, ਨਿਕਲ ਕੇ ਮੈਂ ਖੁਦ ਰੈਲੀ ਵਿੱਚ ਜੁਆਇਨ ਕੀਤਾ ਉੱਥੇ। ਉਹ ਬਿਲਕੁਲ ਮਤਲਬ ਨੈਸ਼ਨਲ ਆਰਕਾਈਵਸ ਤੱਕ ਜਿਹੜੇ ਹੈ ਭੀੜ ਪੂਰੀ, ਉਹ ਜਿਹੜੇ ਸੀ ਲੋਕ ਉੱਥੇ ਤੱਕ ਪਹੁੰਚੇ ਹੋਏ ਸੀ, ਔਰ 2 ਲੱਖ ਲੋਕ ਸੀ ਉਸ ਦਿਨ ਉਸ ਰੈਲੀ ਦੇ ਵਿੱਚ। ਤੋ ਇਹ ਪੂਰੀ ਹਿਸਟਰੀ ਜਿਹੜੀ ਹੈ, ਮੈਂ ਤੁਹਾਨੂੰ ਇੱਕ ਤਰ੍ਹਾਂ ਇੱਕ ਲਾਈਵ ਪੂਰਾ ਮੈਂ ਉਹਦੇ ਐਗਜ਼ਾਮਪਲ ਤੁਹਾਨੂੰ ਦੇ ਰਹੀ ਹਾਂ ਕਿ ਕਿਸ ਤਰ੍ਹਾਂ ਆਰਕਾਈਵਸ ਤੋਂ ਨਿਕਲ ਕੇ ਤੁਸੀਂ ਇੱਕ ਰੈਲੀ ਜੁਆਇਨ ਕਰ ਸਕਦੇ ਸੀ। ਔਰ ਉਸ ਵਕਤ ਅਜੇ ਮਤਲਬ ਸ਼ਾਇਦ ਆਫੀਸ਼ੀਅਲੀ ਐਮਰਜੈਂਸੀ ਹਟਾਈ ਸੀ ਵੀ ਕਿ ਨਹੀਂ, ਮੈਨੂੰ ਨਹੀਂ ਯਾਦ ਹੈ, ਯੂ ਨੋ, ਪਰ ਇਲੈਕਸ਼ਨ ਅਨਾਉਂਸ ਹੋ ਗਏ ਸੀ ਤਾਂ ਵਰਚੁਅਲੀ ਐਮਰਜੈਂਸੀ ਖਤਮ ਹੋ ਗਈ ਸੀ। ਤੇ ਇਹ ਪੂਰੀ ਹਿਸਟਰੀ ਜਿਹੜੀ ਹੈ ਉਸ ਟਾਈਮ ਦੀ, ਇਸ ਜਗ੍ਹਾ ਦੇ ਕਈ ਚੀਜ਼ਾਂ ਦੇ ਨਾਲ ਜਿਹੜੀ ਹੈ ਜੁੜੀ ਹੋਈ ਹੈ। ਜਿਸ ਤਰ੍ਹਾਂ ਵੀ ਇੰਡੀਪੈਂਡੈਂਸ ਦੀ ਜਿਹੜੀ ਹਿਸਟਰੀ ਹੈ, ਹੈਂਡਿੰਗ ਓਵਰ ਆਫ ਪਾਵਰ, ਤੇ 1947 14-15 ਅਗਸਤ ਜਿਹੜਾ ਹੈ ਸੈਂਟਰਲ ਹਾਲ ਆਫ ਪਾਰਲੀਮੈਂਟ, ਜਿੰਨੇ ਵੀ ਤੁਸੀਂ ਫੋਟੋ ਦੇਖੇ ਹੋਣਗੇ, ਵੀਡੀਓ ਦੇਖੇ ਹੋਣਗੇ, ਜਵਾਹਰ ਲਾਲ ਨਹਿਰੂ ਸਪੀਚ ਦੇ ਰਹੇ ਨੇ, many years ago we made a tryst with destiny। ਉਹ ਪੂਰਾ ਜੋ ਹੈਂਡਿੰਗ ਓਵਰ ਵਾਲਾ ਜਿਹੜਾ ਹੈ ਉੱਥੇ, ਉਹ ਸਾਰਾ ਇਸੀ ਪਾਰਲੀਮੈਂਟ ਬਿਲਡਿੰਗ ਦਾ ਹੈ। ਇਹਦੇ ਵਿੱਚ ਹੀ ਕੰਸਟੀਟਿਊਐਂਟ ਅਸੈਂਬਲੀ ਨੇ ਬੈਠ ਕੇ ਪੂਰਾ ਸਾਡਾ ਕਨਸਟੀਟਿਊਸ਼ਨ ਜਿਹੜਾ ਹੈ ਪਾਸ ਕੀਤਾ। ਤੇ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਹੈ ਸਾਰੀ ਜੋ ਉਹ ਖਤਮ ਹੋ ਜਾਣੀ ਹੈ ਇਹਦੀ ਡਿਮੋਲੀਸ਼ਨ ਦੇ ਨਾਲ। ਤੇ ਜਿੱਥੋਂ ਤੱਕ ਆਰਕਾਈਵਸ ਦਾ ਸਵਾਲ ਹੈ, ਦੇਖੋ ਸਭ ਤੋਂ ਵੱਡਾ ਫਿਕਰ ਇਹ ਹੈ ਕਿ ਇਹਦਾ ਇੱਕ ਤਾਂ ਜਿਹੜਾ ਆਰਕੀਟੈਕਚਰਲ ਵਾਲੀ ਗੱਲ ਉਹ ਤਾਂ ਅਸੀਂ ਕਰ ਲਈ ਹੁਣ, ਦੂਸਰੀ ਜਿਹੜੇ ਐਜ਼ ਹਿਸਟੋਰੀਅਨ ਸਾਨੂੰ ਜਿਹੜਾ ਫਿਕਰ ਹੈ ਕਿ ਇਹ ਪੂਰਾ ਡਿਮੋਲਿਸ਼ ਜਿਹੜਾ ਕਰਨਗੇ ਤੇ ਇਹ ਸਾਰਾ ਇੰਨੇ ਮਤਲਬ ਲੱਖਾਂ ਫਾਈਲਸ ਉੱਥੇ ਹੈਗੀਆਂ ਨੇ, ਬਹੁਤ ਪੁਰਾਣੇ ਡਾਕੂਮੈਂਟਸ ਉੱਤੇ ਹੈਗੇ ਨੇ। ਤੁਸੀਂ ਵੀ ਮੇਰੇ ਖਿਆਲ ਡਾਕੂਮੈਂਟ ਦੇ ਬਾਰੇ ਦੇ ਵਿੱਚ ਆਪਣੇ ਗਰੁੱਪ ਨੂੰ ਦੱਸਿਆ ਹੋਇਆ ਹੈ, ਸਾਰੇ ਮਿਡੀਵਲ ਟਾਈਮਸ ਦੇ ਬਹੁਤ ਪੁਰਾਣੇ ਉੱਥੇ ਜਿਹੜੇ ਫਰਮਾਨ ਹੈਗੇ ਨੇ, ਬਹੁਤ ਪ੍ਰਾਈਸਲੈਸ ਡਾਕੂਮੈਂਟਸ, ਬਹੁਤ ਪੁਰਾਣੇ ਵੀ ਹੈਗੇ ਨੇ, ਨਏ ਵੀ ਹੈਗੇ ਨੇ, ਔਰ ਪੂਰੇ ਫਰੀडम ਸਟਰਗਲ ਦੇ ਪੀਰੀਅਡ ਦੀ ਪੂਰੀ ਹਿਸਟਰੀ ਜਿਹੜੀ ਹੈ ਉੱਤੇ ਹੈਗੀ ਹੈ, ਸਾਰੇ ਕਲੋਨੀਅਲ ਪੀਰੀਅਡ ਦੀ, ਈਸਟ ਇੰਡੀਆ ਕੰਪਨੀ ਦੇ ਟਾਈਮ ਦੇ ਬਹੁਤ ਸਾਰੇ ਰਿਕਾਰਡਸ, ਹੈਂਡ ਰਿਟਨ ਰਿਕਾਰਡਸ ਜਿਹੜੇ ਨੇ ਉਹ ਪਏ ਨੇ ਇੱਥੇ। ਫਿਰ ਤੁਹਾਡਾ ਪੂਰਾ ਹੋਮ ਪੋਲੀਟੀਕਲ ਡਿਪਾਰਟਮੈਂਟ ਜਿਹਦੇ ਵਿੱਚ ਸਾਰੇ ਪੋਲੀਟਿਕਸ ਦੀ ਕਹਾਣੀ ਜਿਹੜੀ ਹੈ, ਤੁਹਾਡੇ ਰਿਪੋਰਟਸ ਔਨ ਨੇਟਿਵ ਨਿਊਜ਼ਪੇਪਰਸ, ਫਿਰ ਕੋਈ ਵੀ ਐਜੂਕੇਸ਼ਨ ਡਿਪਾਰਟਮੈਂਟ ਲੈ ਲਓ ਤੁਸੀਂ, ਹੋਮ ਡਿਪਾਰਟਮੈਂਟ ਲੈ ਲਓ, ਪੁਲਿਸ ਲੈ ਲਓ, ਸਟੇਟਸ ਦੇ ਬਾਰੇ ਦੇ ਵਿੱਚ ਸਾਰਾ ਜਿਹੜਾ ਹੈ ਇੰਡੀਅਨ ਸਟੇਟਸ ਦੇ ਨਾਲ ਰਿਲੇਸ਼ਨਸ਼ਿਪ, ਸਾਰੇ ਫਾਈਲਾਂ ਜਿਹੜੀਆਂ ਹੈ ਇੱਥੇ ਹੀ ਪਈਆਂ ਹੋਈਆਂ ਹੈ। ਤੇ ਔਰ ਫਿਰ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਹਿਸਟਰੀ ਆਫ ਫਰੀडम ਮੂਵਮੈਂਟ ਪ੍ਰੋਜੈਕਟ, ਇੰਡੀਪੈਂਡੈਂਸ ਦੇ ਬਾਅਦ ਜਿਹੜਾ ਡਾਕਟਰ ਤਾਰਾ ਚੰਦ ਨੇ ਇੰਚਾਰਜ ਸੀ ਉਹਦੇ, 4 ਵੋਲਿਊਮ ਤੇ ਆਫੀਸ਼ੀਅਲ
ਉਹਦੇ 'ਚ ਨਿਕਲੇ ਉਸ ਪ੍ਰੋਜੈਕਟ ਦੇ ਵਿੱਚੋਂ ਹਿਸਟਰੀ ਆਫ ਫਰੀडम ਮੂਵਮੈਂਟ ਇਨ ਇੰਡੀਆ। ਪਰ ਉਹ ਬਹੁਤ ਸਾਰੇ ਪ੍ਰੋਵਿੰਸ਼ੀਅਲ ਲੈਵਲ ਤੋਂ ਜਿਹੜਾ ਮਟੀਰੀਅਲ ਸੀ ਇਕੱਠਾ ਕਰਕੇ ਉਹਦੇ ਲਈ ਭੇਜਿਆ ਹੋਇਆ ਸੀ, ਔਰ ਉਹ ਸਾਰਾ ਜਿਹੜਾ ਮਟੀਰੀਅਲ ਹੈ ਜਿਹੜਾ ਉਸ ਪ੍ਰੋਜੈਕਟ ਦੇ ਲਈ ਇਕੱਠਾ ਕੀਤਾ ਸੀ, ਹਿਸਟਰੀ ਆਫ ਫਰੀडम ਮੂਵਮੈਂਟ ਪ੍ਰੋਜੈਕਟ ਦੇ ਨਾਮ ਤੋਂ, ਉਹਦੀਆਂ ਫਾਈਲਸ ਜਿਹੜੀਆਂ ਨੇ ਜਿਹਦੇ ਵਿੱਚ ਸਾਰਾ ਓਰੀਜਨਲ ਪ੍ਰਾਇਮਰੀ ਸੋਰਸਿਸ ਹੈ ਜੀ, ਉਹ ਨਹੀਂ ਸਾਰੇ ਆਰਕਾਈਵਸ ਵਿੱਚ ਸੀ, ਪੂਰੇ ਇੰਡੀਆ ਤੋਂ ਜਿਹੜੇ ਇਕੱਠੇ ਹੋ ਕੇ ਆਏ ਸੀ ਆਜ਼ਾਦੀ ਦੇ ਬਾਅਦ ਪਹਿਲੀ ਵਾਰੀ, ਉਹ ਸਾਰਾ ਮਟੀਰੀਅਲ ਇੱਥੇ ਪਿਆ ਹੋਇਆ ਹੈ। ਡਾਕਟਰ ਰਜਿੰਦਰ ਪ੍ਰਸਾਦ ਸਾਡੇ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਸੀ, ਉਹਨਾਂ ਦੇ ਜਿਹੜੇ ਪ੍ਰਾਈਵੇਟ ਪੇਪਰਸ ਹੈ, ਪੂਰਾ ਉਹਨਾਂ ਦਾ ਮੈਨੂਸਕ੍ਰਿਪਟ ਜਿਹੜੇ ਹੈ ਉਹ ਉਹਨਾਂ ਨੇ ਨੈਸ਼ਨਲ ਆਰਕਾਈਵਸ ਨੂੰ ਡੋਨੇਟ ਕੀਤੇ ਸੀ। ਬਹੁਤ ਰਿਚ ਕਲੈਕਸ਼ਨ ਹੈ, ਬਹੁਤ ਰਿਚ ਕਲੈਕਸ਼ਨ ਹੈ। ਔਰ ਇਹ ਜਿਹੜੇ ਪੇਪਰਸ ਹੁੰਦੇ ਨਾ, ਸਿਰਫ ਉਸ ਇੰਡੀਵਿਜੂਅਲ ਦੇ ਬਾਰੇ 'ਚ ਨਹੀਂ ਹੁੰਦੇ, ਉਹਨਾਂ ਦੇ ਸਾਰੇ ਕੋਰਸਪੋਂਡੈਂਟ ਇੰਨੇ ਸਾਰੇ ਲੋਕਾਂ ਦੇ ਨਾਲ, ਉਹਨਾਂ ਦੇ ਆਪਣੇ ਵਿਊਜ਼। ਔਰ ਦੂਸਰੀ ਜਿਹੜੇ ਇਹ ਲੋਕ ਬਹੁਤ ਸਾਰਾ ਮਟੀਰੀਅਲ ਇਕੱਠਾ ਕਰਦੇ ਸੀ ਜੀ, ਉਹ ਮਟੀਰੀਅਲ ਸਾਨੂੰ ਉਹਨਾਂ ਦੇ ਪੇਪਰਸ ਦੇ ਵਿੱਚ ਮਿਲਦਾ ਹੈ ਜੀ। ਨਿਊਜ਼ਪੇਪਰ ਕਟਿੰਗਸ ਹੁੰਦੀਆਂ ਨੇ ਜਾਂ ਹੋਰ ਐਗਜ਼ੈਕਟਲੀ। ਤੇ ਉਹ ਸਾਰਾ ਜਿਹੜਾ ਜਿਸ ਰਜਿੰਦਰ ਪ੍ਰਸਾਦ ਪੇਪਰਸ, ਮੈਂ ਇੱਕ ਦੋ ਹੀ ਐਗਜ਼ਾਮਪਲ ਤੁਹਾਨੂੰ ਦੇ ਰਹੀ ਹਾਂ, ਬਹੁਤ ਸਾਰੇ ਨਿਊਜ਼ਪੇਪਰਸ ਜਿਹੜੇ ਹੈਗੇ ਨੇ ਉਹ ਇੱਥੇ ਹੈਗੇ ਨੇ। ਬਹੁਤ ਸਾਰੇ ਨਿਊਜ਼ਪੇਪਰ ਨਹਿਰੂ ਮੈਮੋਰੀਅਲ ਮਿਊਜ਼ੀਅਮ ਔਰ ਲਾਇਬ੍ਰੇਰੀ 'ਚ ਗਏ ਨੇ, ਪਰ ਆਰਕਾਈਵਸ ਵਿੱਚ ਵੀ ਨਾਨ ਆਫੀਸ਼ੀਅਲ ਜਿਹੜੇ ਰਿਕਾਰਡਸ ਮੈਂ ਦੱਸ ਰਹੀ ਹਾਂ ਤੁਹਾਨੂੰ, ਆਫੀਸ਼ੀਅਲ ਰਿਕਾਰਡਸ ਤੇ ਹੈ ਹੀ ਨੇ। ਆਫੀਸ਼ੀਅਲ ਤੇ ਜਾਣਗੇ ਨੈਸ਼ਨਲ ਆਰਕਾਈਵਸ ਨੂੰ, ਹੋਰ ਕਿਤੇ ਜਾ ਹੀ ਨਹੀਂ ਸਕਦੇ। ਤੁਹਾਡੇ ਚਾਹੇ ਇੰਟੈਲੀਜੈਂਸ ਡਿਪਾਰਟਮੈਂਟ ਦੇ ਹੋਣ, ਚਾਹੇ ਕਿਸੇ ਦੇ ਹੋਣ, ਉਹ ਤੇ ਸਾਰੇ ਉੱਥੇ ਹੀ ਜਾਣੇ ਨੇ। ਪਰ ਨਾਨ ਆਫੀਸ਼ੀਅਲ ਰਿਕਾਰਡ ਵੀ ਬਹੁਤ ਸਾਰਾ ਜਿਹੜਾ ਹੈ, ਖਾਸ ਕਰ ਨਹਿਰੂ ਮੈਮੋਰੀਅਲ ਮਿਊਜ਼ੀਅਮ 64 ਚ ਡੈਥ ਹੋਈ ਨਹਿਰੂ ਦੀ, 65 ਚ ਬਣਨਾ ਸ਼ੁਰੂ ਹੋਇਆ, ਤੇ ਉਹਦਾ ਕੰਮ ਮਤਲਬ ਆਹਿਸਤਾ ਆਹਿਸਤਾ ਤੁਸੀਂ ਕਹਿ ਸਕਦੇ ਹੋ 1970 ਤੱਕ ਉਹਨਾਂ ਨੇ ਅੱਛੀ ਕਲੈਕਸ਼ਨ ਵਗੈਰਾ ਬਣਾਉਣੀ ਸ਼ੁਰੂ ਕਰ ਲਈ ਸੀ। ਤੇ ਉਸ ਤੋਂ ਪਹਿਲਾਂ ਤਾਂ ਹੋਰ ਕੋਈ ਜਗ੍ਹਾ ਹੀ ਨਹੀਂ ਸੀ। ਜਿਹੜੇ ਆਪਣੇ ਪੇਪਰਸ ਕੋਈ ਦਿੰਦਾ ਸੀ ਉਹ ਨੈਸ਼ਨਲ ਆਰਕਾਈਵਸ ਨੂੰ ਹੀ ਦਿੰਦੇ ਸੀ। ਹਿਊਜ ਕਲੈਕਸ਼ਨਸ ਹੈ, ਵੈਰੀ ਪ੍ਰਾਈਸਲੈਸ ਕਲੈਕਸ਼ਨ। ਹੁਣ ਇਹ ਜਦ ਸਾਰੇ ਚੀਜ਼ਾਂ ਜਦੋਂ ਛੇੜਨਗੇ ਤੇ ਵੈਸੇ ਹੀ ਮਤਲਬ ਸਾਡਾ ਪ੍ਰੋਬਲਮ ਹੈ ਇੰਡੀਆ ਦੇ ਵਿੱਚ। ਮੈਂ ਤੁਹਾਨੂੰ ਇਹਦੇ ਬਾਅਦ ਮੈਂ ਤੁਹਾਨੂੰ ਆਪਣੇ ਆਰਕਾਈਵਸ ਔਰ ਹਿਸਟਰੀ ਦਾ ਰਿਲੇਸ਼ਨਸ਼ਿਪ ਜਿਹੜੀ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਮੈਂ ਉੱਥੇ ਕੰਕਰੀਟਲੀ ਆਵਾਂਗੀ ਤੇ ਮੈਂ ਆਪਣੇ ਐਗਜ਼ਾਮਪਲ ਤੁਹਾਨੂੰ ਦੱਸਾਂਗੀ, ਮੇਰੇ ਆਪਣੇ ਐਕਸਪੀਰੀਅੰਸ ਤੇ ਪੰਜਾਬ ਦੇ ਐਗਜ਼ਾਮਪਲ ਤੁਹਾਨੂੰ ਦੱਸਾਂਗੀ ਕਿ ਸਾਡਾ ਜਿਹੜਾ ਰਿਕਾਰਡ ਹੈ ਨਾ ਪ੍ਰੈਜ਼ਰਵੇਸ਼ਨ ਦੇ ਵਿੱਚ ਕੋਈ ਬੜਾ ਚੰਗਾ ਨਹੀਂ ਹੈ ਜੀ ਐਜ਼ ਅ ਕੰਟਰੀ। ਤੇ ਐਸੇ ਹੈ ਸਾਡਾ ਐਕਸਪਰਟੀਜ਼ ਬਹੁਤ ਜ਼ਿਆਦਾ ਅੱਛਾ ਨਹੀਂ ਹੈ, ਤੇ ਕੰਜ਼ਰਵੇਸ਼ਨ ਮੇਨਟੇਨੈਂਸ ਦਾ ਜਿਹੜਾ ਪੂਰਾ ਇੱਕ ਡਿਪਾਰਟਮੈਂਟ ਤੁਸੀਂ ਸੋਚ ਲਓ, ਉਹਦੇ ਵਿੱਚ ਅਸੀਂ ਕਮਜ਼ੋਰ ਹੀ ਹਾਂ ਜੀ। ਤੇ ਇਸ ਕਰਕੇ ਮੈਨੂੰ ਐਜ਼ ਅ ਹਿਸਟੋਰੀਅਨ ਲੱਗਦਾ ਹੈ ਕਿ ਜਿਹੜੀ ਚੀਜ਼ ਨੂੰ ਜਿੰਨੀ ਘੱਟ ਛੇੜਖਾਨੀ ਕੀਤਾ ਜਾਏ, ਉਨਾ ਜ਼ਿਆਦਾ ਚਾਂਸ ਹੈ ਕਿ ਉਹ ਚੀਜ਼ ਬਚੀ ਰਹੇਗੀ। ਕਿਉਂਕਿ ਇੱਕ ਵਾਰੀ ਮਤਲਬ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਸਿਸਟਮ ਬਣੇ ਸੀ ਫਾਈਲਾਂ ਦੇ, ਉਸ ਵਕਤ ਇੰਡੈਕਸ ਬਣੇ ਹੋਏ ਨੇ, ਸ਼ੈਲਫ ਬਣੇ ਹੋਏ ਨੇ, ਜਦ ਤੱਕ ਤੇ ਉੱਥੇ ਉਹ ਪਏ ਰਹਿਣਗੇ ਤਦ ਤੱਕ ਤੁਹਾਨੂੰ ਮਿਲ ਜਾਣਗੇ। ਇੱਕ ਵਾਰੀ ਕਿਸੇ ਨੇ ਛੇੜ ਦਿੱਤਾ ਔਰ ਕਹਾ ਕਿ ਇੱਥੋਂ ਹਟਾ ਕੇ ਅਸੀਂ ਦੂਸਰੀ ਜਗ੍ਹਾ ਰੱਖਾਂਗੇ, ਤਾਂ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਹੈ ਕਿ ਕੋਈ ਇੰਨਾ ਕੇਅਰ ਕਰੇਗਾ, ਐਕਸਪਰਟੀਜ਼ ਹੋਏਗਾ, ਸੁਪਰਵਿਜ਼ਨ ਹੋਏਗੀ ਕਿ ਸਾਰਾ ਮਟੀਰੀਅਲ ਜਿਹੜਾ ਹੈ ਸੰਭਾਲ ਕੇ ਉਸੇ ਤਰ੍ਹਾਂ ਦੁਬਾਰਾ ਕਿਤੇ ਲਗਾਇਆ ਜਾਏਗਾ। ਇੱਕ ਤੇ ਮਟੀਰੀਅਲ ਪੁਰਾਣਾ ਜਿਹੜਾ ਹੈ ਹੈਂਡਲਿੰਗ ਦੇ ਵਿੱਚ ਵੈਸੇ ਹੀ ਖਰਾਬ ਹੋ ਜਾਂਦਾ ਹੈ, ਕਿਉਂ ਪੁਰਾਣਾ ਹੁੰਦਾ ਹੈ, ਬ੍ਰਿਟਲ ਹੁੰਦਾ ਹੈ, ਉਹਦੇ ਕਾਗਜ਼ ਜਿਹੜੇ ਨੇ ਉਹ ਫ੍ਰੈਜਾਈਲ ਹੁੰਦਾ ਹੈ। ਜਿੰਨਾ ਘੱਟ ਛੇੜੋ। ਆਰਕਾਈਵਸ ਦੇ ਵਿੱਚ ਤੇ ਨਹੀਂ ਕੇਸ ਇੰਨੀ ਪੂਅਰ ਮੇਨਟੇਨੈਂਸ ਹੁੰਦੀ ਹੈ ਕਈ ਵਾਰੀ ਕਿ ਤੁਸੀਂ 10 ਫਾਈਲਾਂ ਅਗਰ ਮੰਗਾਓ ਤਾਂ ਤੁਹਾਨੂੰ ਇੱਕ ਫਾਈਲ ਮਿਲਦੀ ਹੈ ਔਰ ਉਹ ਤੁਹਾਡੀ ਸਲਿੱਪ ਦੇ ਉੱਪਰ ਲਿਖ ਕੇ ਆ ਜਾਂਦਾ ਹੈ ਬ੍ਰਿਟਲ, ਨਾਟ ਫਿਟ ਫॉर ਇਸ਼ੂ। ਔਰ ਉਹ ਕਦੋਂ ਕਦ ਪ੍ਰੀਜ਼ਰਵ ਹੋਏਗੀ ਔਰ ਕਦ ਤੁਹਾਨੂੰ ਮਿਲੇਗੀ ਉਹ ਤਾਂ ਮਤਲਬ ਭੁੱਲ ਜਾਓ ਤੁਸੀਂ, ਹੈ ਨਾ। ਸੋ ਇਹ ਸਾਰੇ ਇਸ਼ੂਜ਼ ਵੀ ਹੈਗੇ ਨੇ। ਇੱਕ ਮੈਡਮ ਮੈਂ ਤੁਹਾਡੇ ਤੋਂ ਹੋਰ ਜਾਣਕਾਰੀ ਲੈਣਾ ਚਾਹੁੰਦਾ ਸੀ ਵੀ ਜਿਸ ਤਰ੍ਹਾਂ ਇਹ ਜਿਹੜਾ ਨੈਸ਼ਨਲ ਆਰਕਾਈਵਸ ਹੈ ਇਹ ਆਉਂਦਾ ਹੈ ਹੋਮ ਮਿਨਿਸਟਰੀ ਦੇ ਅੰਡਰ ਮੈਡਮ? ਹਾਂਜੀ। ਤੇ ਇਹਦਾ ਮਤਲਬ ਇਹ ਹੈ ਵੀ ਜਿਹੜੀ ਇੱਥੇ ਜਿਹੜੀਆਂ ਪਈਆਂ ਫਾਈਲਸ ਨੇ ਇਹ ਪ੍ਰੋਪਰਟੀ ਰਾਈਟ ਜਿਵੇਂ ਆਪਾਂ ਕਹਿ ਲਈਏ ਇਹਦੇ ਉੱਤੇ, ਮਤਲਬ ਇਸ ਕਿਸਮ ਦਾ ਕੋਈ ਲੀਗਲ ਆਸਪੈਕਟ ਹੈ ਇਹਦਾ ਵੀ, ਇਹਦਾ ਪ੍ਰੋਪਰਟੀ ਰਾਈਟ ਕਿਹਦੇ ਕੋਲ ਹੈ? ਮਤਲਬ ਇਹ ਫਾਈਲਸ ਕਿਸੇ ਵੇਲੇ ਕੋਈ ਹੋਮ ਮਿਨਿਸਟਰੀ ਵਾਪਸ ਵੀ ਮੰਗਾ ਸਕਦੀ ਹੈ ਉੱਥੋਂ ਵੀ ਇਹ ਫਾਈਲਸ
ਹੁਣ ਪਬਲਿਕ ਨਹੀਂ ਹੋਣਗੀਆਂ, ਅਸੀਂ ਵਾਪਸ ਕੋਈ ਫਾਈਲ ਮੰਗਾ ਸਕਦੇ ਹਾਂ ਜੀ। ਇਸ ਕਿਸਮ ਦਾ ਵੀ ਚੱਲਦਾ ਰਹਿੰਦਾ ਜੀ, ਮਿਨਿਸਟਰੀ ਮੰਗਾ ਲੈਂਦੀ ਕਦੇ। ਨਹੀਂ, ਪਰ ਇੱਕ ਕਾਨੂੰਨ ਹੈ ਨਾ ਜਿਹੜਾ ਜੀ। ਲਾਅ ਹੈ ਕਿ ਬਈ ਜਿਹੜਾ ਕਿ ਅਸੀਂ ਆਬਜ਼ਰਵ ਨਹੀਂ ਕਰਦੇ। ਲਾਅ ਤੇ ਇਹ ਹੈ ਕਿ 30 ਸਾਲ ਦੇ ਬਾਅਦ ਜਿਹੜਾ ਹੈ ਸਾਰਾ ਰਿਕਾਰਡ ਜੋ ਹੈ, ਹਰੇਕ ਮਿਨਿਸਟਰੀ ਦਾ ਰਿਕਾਰਡ ਜਿਹੜਾ ਹੈ 30 ਸਾਲ ਦੇ ਬਾਅਦ ਇੱਕ ਇਨਸਪੈਕਸ਼ਨ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ 30 ਸਾਲ ਪੂਰੇ ਹੋਣ, ਔਰ ਉਹਦੇ ਵਿੱਚੋਂ ਜਿਹੜਾ ਬਿਲਕੁਲ ਹੀ ਕੁਝ ਇਰੈਲੇਵੈਂਟ ਹੈ ਜਾਂ ਕੁਛ ਹੈ ਉਹਨੂੰ ਡਿਸਕਾਰਡ ਕਰ ਦਿੱਤਾ ਜਾਏ। ਕਾਪੀਜ਼ ਨੇ, ਇਹ ਨੇ, ਉਹ ਨੇ, ਔਰ ਜਿਹੜਾ ਕੋਈ ਬਹੁਤ ਸੀਕ੍ਰੇਟ ਹੈ, ਕੋਈ ਕਾਰਨ ਹੈ ਉਹਦਾ, ਉਹ ਤੁਸੀਂ ਮਿਨਿਸਟਰੀ ਦੇ ਵਿੱਚ ਰੱਖ ਸਕਦੇ ਹੋ। ਪਰ ਬਾਕੀ ਜਿਹੜਾ ਹੈ ਉਹ ਤੁਹਾਡੀ ਓਬਲੀਗੇਸ਼ਨ ਹੈ ਕਿ ਤੁਸੀਂ ਟ੍ਰਾਂਸਫਰ ਕਰ ਦਿਓ ਆਰਕਾਈਵਸ ਨੂੰ। ਹਾਂਜੀ, ਪਰ ਸਾਡੇ ਇੱਥੇ ਅਜੇ ਤੱਕ ਵੀ ਇਹ ਰੂਲ ਜਿਹੜਾ ਹੈ ਪੂਰਾ ਇੰਪਲੀਮੈਂਟ ਹੁੰਦਾ ਨਹੀਂ ਹੈ। ਇੱਥੇ ਵੀ ਕੋਈ 30 ਸਾਲ ਰੂਲ ਨਹੀਂ ਫੋਲੋ ਕਰਦਾ। ਹੁਣ ਤੁਸੀਂ ਯੂਕੇ ਜਾਓ ਅਗਰ, ਤੇ ਉੱਥੇ ਜਿਹੜਾ ਉਹਨਾਂ ਦਾ ਨੈਸ਼ਨਲ ਆਰਕਾਈਵ, ਜਿਹੜਾ ਪਹਿਲੇ ਉਹਨੂੰ ਪਬਲਿਕ ਰਿਕਾਰਡ ਆਫਿਸ ਕਹਿੰਦੇ ਸੀ, ਹੁਣ ਉਹਨੂੰ ਨੈਸ਼ਨਲ ਆਰਕਾਈਵਸ ਨਾਮ ਉਹਨਾਂ ਨੇ ਵੀ ਦੇ ਲਿਆ ਹੈ। ਉੱਥੇ ਤੇ 1 ਜਨਵਰੀ ਨੂੰ ਹਰ ਸਾਲ ਲਾਈਨ ਲੱਗ ਜਾਂਦੀ ਬਾਹਰ। ਕਿਉਂ? 30 ਸਾਲ ਪੁਰਾਣਾ ਜਿਹੜਾ ਹੈ ਨਾ, ਹਰ ਸਾਲ 1 ਜਨਵਰੀ ਨੂੰ ਖੁੱਲੇਗਾ ਮਟੀਰੀਅਲ। ਓਕੇ। ਤੇ ਲੋਕ ਜਿਹੜੇ ਨੇ, ਰਿਸਰਚਰ ਜਿਹੜੇ ਨੇ, ਹਿਸਟੋਰੀਅਨ ਜਿਹੜੇ ਨੇ, ਉਹ ਵੇਟ ਕਰਦੇ ਨੇ ਲਾਈਨ ਲਗਾ ਕੇ ਕਿ ਸਵੇਰੇ 9 ਵਜਣ ਤੇ ਅਸੀਂ ਅੰਦਰ ਜਾਈਏ ਤੇ ਇਹ ਮਟੀਰੀਅਲ ਸਾਡੇ ਖੁੱਲਾ ਹੁਆ ਮਿਲੇਗਾ ਤੇ ਅਸੀਂ ਸਭ ਤੋਂ ਪਹਿਲਾਂ ਉਹਨੂੰ ਐਕਸੈਸ ਕਰੀਏ। ਕਿ ਫਲਾਨੀ ਕੈਬਨਿਟ ਮੀਟਿੰਗ, ਮੰਨ ਲਓ ਮੈਂ ਹੁਣ 2021 ਚ ਹੈਗੀ ਹਾਂ, ਤੇ 30 ਸਾਲ ਪਹਿਲੇ ਤੁਸੀਂ ਲਗਾ ਲਓ 91, ਤੇ 1 ਜਨਵਰੀ ਨੂੰ 91 ਦਾ ਰਿਕਾਰਡ ਜਿਹੜਾ ਹੈ ਖੁੱਲ ਜਾਏਗਾ। ਠੀਕ ਹੈ? ਔਰ ਉਹ ਜਿਹੜੇ ਨੇ ਕੈਬਨਿਟ ਮੀਟਿੰਗਸ ਨੇ, ਕੁਝ ਵੀ ਨੇ ਜਿਸ ਚ ਤੁਸੀਂ ਇੰਟਰਸਟਿਡ ਹੋ, ਉਹ ਇੱਕ ਇੱਕ ਕਰਕੇ ਮਤਲਬ ਥੋੜਾ ਥੋੜਾ ਕਰਕੇ ਨੈਚੁਰਲੀ ਦੇਣਗੇ। ਇੱਕ ਦਿਨ ਸਾਰਾ ਤੇ ਨਹੀਂ ਤੁਹਾਡੇ ਟੇਬਲ ਤੇ ਰੱਖ ਸਕਦੇ, ਪਰ ਉਸ ਦਿਨ ਅਖਬਾਰਾਂ ਦੇ ਵਿੱਚ ਉਹਦੇ ਉੱਤੇ ਰਿਪੋਰਟਸ ਆਉਣਗੀਆਂ ਕਿ ਇਹ ਨया ਮਟੀਰੀਅਲ ਖੁੱਲਾ ਹੈ, ਇਹਦੇ ਚ ਇਹ ਨਵੀਂ ਚੀਜ਼ ਨਿਕਲੀ ਹੈ, ਉਹ ਫਲਾਣਾ ਪ੍ਰਾਈਮ ਮਿਨਿਸਟਰ ਸੀ, ਉਹਦੀ ਉਹ ਮੀਟਿੰਗ ਹੋਈ ਸੀ, ਉਹਦੇ ਇਹ ਸੀ। ਇਹ ਸਾਰਾ ਜਿਹੜਾ ਹੈ ਮਤਲਬ 30 ਸਾਲ ਪਹਿਲੇ ਦਾ ਖੁੱਲ ਜਾਏਗਾ, ਉਸ ਤੇ ਮੈਥੋਡਿਕਲੀ ਖੁੱਲ ਜਾਏਗਾ। ਖਾਸ ਕਰ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਨੇ, ਕੈਬਨਿਟ ਪੇਪਰਸ ਔਰ ਇਹ ਸਭ। ਬਾਕੀ ਟਾਈਮ ਲੱਗਦਾ ਹੈ ਥੋੜਾ। ਸਾਡੇ ਕੁਝ ਵੀ ਨਹੀਂ ਹੁੰਦਾ। ਕੋਈ ਮਿਨਿਸਟਰੀ ਵਾਲੇ ਹੈ, ਉਹਨਾਂ ਨੂੰ ਕਹਿੰਦੇ ਨੇ ਸਾਡੇ ਕੋਲ ਟਾਈਮ ਹੀ ਹੈ ਨਹੀਂ, ਸਾਡੇ ਕੋਲ ਆਫਿਸਰ ਹੀ ਹੈ ਨਹੀਂ, ਸਾਡੇ ਕੋਲ ਸਟਾਫ ਹੀ ਹੈ ਨਹੀਂ ਕਿ ਜਿਹੜਾ ਉਹਨੂੰ ਪਹਿਲਾਂ ਵੈਟ ਕਰੇ ਔਰ डिसाइड करे कि केड़ा डिस्ट्रॉय करना है और केड़ा भेजना है और केड़ा रखना है। तो वैसे ही मेरा मतलब है कहना कि आर्काइव हिस्टोरियंस दे राइट्स इन एक्सेस टू आर्काइव्स लीगली कुछ भी होन, प्रैक्टिकल लेवल ते साडे राइट्स वैसे ही बड़े कमजोर ने। बिल्कुल मैडम, ਜਦੋਂ ਹੁਣ ਆਪਾਂ ਰਾਈਟ ਦਾ ਬਹੁਤ ਹੀ ਖਰਾਬ ਹੈ। ਤੇ ਉਸ ਦੇ ਉੱਪਰ ਅਗਰ ਹੁਣ ਤੁਸੀਂ ਕਹੋ ਕਿ ਪੂਰਾ ਦਾ ਪੂਰਾ ਨੈਸ਼ਨਲ ਆਰਕਾਈਵ ਦਾ ਜਿਹੜਾ ਉਹ ਹੈਗਾ ਸਟੈਕ, ਉਹ ਸ਼ਿਫਟ ਹੋਏਗਾ ਕਿਤੇ, ਜਬ ਤੱਕ ਉਹ ਸ਼ਿਫਟ ਰਹੇਗਾ ਕਿੰਨੇ ਸਾਲ ਲੱਗਣਗੇ, ਉਹਨੂੰ ਤਾਂ ਹਟਾਓਗੇ ਫਿਰ ਕਿੱਥੇ ਵਾਪਸ ਦਿਖਾਓਗੇ, ਉਹਨੇ ਸਾਲ ਰਿਸਰਚ ਹੀ ਨਹੀਂ ਹੋਏਗੀ। ਮੰਨ ਲਓ ਮੈਂ ਥੀਸਿਸ ਲਿਖ ਰਹੀ ਹਾਂ ਜਾਂ ਮੈਂ ਕੋਈ ਕਿਤਾਬ ਲਿਖ ਰਹੀ ਹਾਂ, ਮੇਰਾ ਮਟੀਰੀਅਲ ਤੁਸੀਂ ਸ਼ਿਫਟ ਕਰ ਦਿੱਤਾ, ਤੁਸੀਂ ਚਾਹੇ ਸਾਲ ਲਗਾਓ, 2 ਸਾਲ ਲਗਾਓ, 5 ਸਾਲ ਲਗਾਓ, ਕਿਹਦੀ ਜਵਾਬਦੇਹੀ ਹੈ? ਕੋਈ ਪਤਾ ਹੀ ਨਹੀਂ ਹੈ ਕਿੱਥੇ ਬਿਲਡਿੰਗ ਬਣੇਗੀ, ਇਹ ਜਿਹੜੀ ਡਿਸਟਰੋਏ ਕਰਨਗੇ ਉਹਦੇ ਬਦਲੇ ਕਿੱਥੇ ਬਣੇਗੀ, ਕਿਹੜੀ ਬਣੇਗੀ, ਔਰ ਇਹ ਮਟੀਰੀਅਲ ਕਿੱਥੇ ਜਾਏਗਾ। ਕੋਈ ਟ੍ਰਾਂਸਪੇਰੈਂਸੀ ਨਹੀਂ ਹੈ, ਕੋਈ ਡਿਟੇਲਡ ਵਰਕਡ ਆਊਟ ਪਲਾਨ ਨਹੀਂ ਹੈ ਕਿ ਇੰਨਾ ਮਟੀਰੀਅਲ ਹੈ, ਇਹ ਇੱਥੋਂ ਉੱਠ ਕੇ ਇਸ ਪ੍ਰੋਸੀਜਰ ਦੇ ਨਾਲ ਇਸ ਟਾਈਮ ਟੇਬਲ ਤੇ ਫਲਾਨੀ ਜਗ੍ਹਾ ਜਿਹੜਾ ਹੈ ਜਾਏਗਾ, ਉੱਥੇ ਇਹ ਹਿਫਾਜ਼ਤ 'ਚ ਰਹੇਗਾ, ਇਸ ਤਰੀਕੇ ਦੇ ਨਾਲ ਰੱਖਾ ਜਾਏਗਾ, ਕਿਹੜੇ ਆਫਿਸਰ ਨੇ ਜਿਹੜੇ ਇਹਨੂੰ ਸੁਪਰਵਾਈਜ਼ ਕਰਨਗੇ, ਕਿਸ ਤਰ੍ਹਾਂ, ਕੁਛ ਨਹੀਂ ਹੈ ਨਾ। ਅਸੀਂ ਕਿਸ ਚੀਜ਼ ਤੋਂ ਮਤਲਬ ਬੈਠ ਕੇ ਭਰੋਸਾ ਕਰੇ ਬੈਠੇ ਰਹੀਏ ਕਿ ਹਾਂ ਬਹੁਤ ਚੰਗਾ ਹੈ। ਮਤਲਬ ਜਿੰਨੀ ਚੰਗੀ ਤਰ੍ਹਾਂ ਸਾਡੀ ਦੇਖਭਾਲ ਕੀਤੀ ਗਈ ਹੈ ਪੈਂਡੇਮਿਕ ਦੇ ਵਿੱਚ, ਉਨੀ ਚੰਗੀ ਤਰ੍ਹਾਂ ਸਾਡਾ ਜਿਹੜਾ ਮਟੀਰੀਅਲ ਹੈ ਉਹਦੀ ਵੀ ਦੇਖਭਾਲ ਹੋਏਗੀ, ਅਸੀਂ ਇਹੀ ਸੋਚ ਸਕਦੇ ਹਾਂ। ਬਿਲਕੁਲ ਇਹੀ ਸੋਚਿਆ ਜਾ ਸਕਦਾ ਜੀ। ਉਮੀਦ ਇਸੇ ਕਿਸਮ ਦੀ ਹੀ ਹੈ, ਇਸੇ ਕਿਸਮ ਦੀ ਕੀਤੀ ਜਾ ਸਕਦੀ ਹੈ। ਮੈਨੂੰ ਤਾਂ ਮੈਡਮ ਇਹ ਵੀ ਹੈ ਵੀ ਕੋਈ ਜਾਣਬੁੱਝ ਕੇ ਵੀ ਕੀਤਾ ਜਾਊਗਾ। ਮਤਲਬ ਜਿਹੜਾ ਇਹ ਸਰਕਾਰ ਦਾ ਪੁਰਾਣਾ ਰਿਕਾਰਡ ਜਾਂ ਇਸ ਪਾਰਟੀ ਦਾ ਪੁਰਾਣਾ ਰਿਕਾਰਡ ਹੈ ਨੈਸ਼ਨਲ ਮੂਵਮੈਂਟ ਦੇ ਪ੍ਰਤੀ,
ਉਹਨੂੰ ਦੇਖ ਕੇ ਤਾਂ ਇਸੇ ਤਰ੍ਹਾਂ ਲੱਗਦਾ। ਪਰ ਮੈਡਮ ਇੱਕ ਗੱਲ ਹੋਰ ਆਪਾਂ ਬਹੁਤ ਜ਼ਰੂਰੀ ਜਿਹੜੀ ਕਰਨੀ ਹੈ ਜੀ ਉਹ ਇਹ ਹੈ ਕਿ ਜਿਹੜਾ ਆਪਣੇ ਆਉਣ ਵਾਲੀ ਜਨਰੇਸ਼ਨ ਦਾ ਜਿਹੜਾ ਰਾਈਟ ਟੂ ਨੌਲੇਜ ਹੈ, ਰਾਈਟ ਟੂ ਨੋ ਅਵਰ ਪਾਸਟ, ਤੇ ਉਹ ਰਿਸੋਰਸਿਸ ਤੇ ਉਹ ਐਵੀਡੈਂਸ ਜਿਹੜੇ ਆਪਣੇ ਪਾਸਟ ਦੇ ਨੇ ਉਹਨੂੰ ਬਚਾਉਣ ਦੀ ਜੋ ਫਿਕਰ ਹੈ ਉਹ ਹਿਸਟੋਰੀਅਨਸ ਦੇ ਵਿੱਚ, ਹਿਸਟਰੀ ਟੀਚਰਸ ਦੇ ਵਿੱਚ ਨੈਚੁਰਲੀ ਹੈ। ਤੇ ਮੈਂ ਥੋੜਾ ਜਿਹਾ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਕਿ ਹੁਣ ਤੱਕ ਆਪਾਂ ਕੀ ਐਫਰਟ ਇਸ ਸੰਬੰਧ ਵਿੱਚ ਹੋਏ ਨੇ, ਕਿਉਂਕਿ ਤੁਹਾਡੀ ਸਾਰੀ ਨਜ਼ਰ ਦੇ ਵਿੱਚ ਹੈਗੇ ਨੇ। ਮੈਨੂੰ ਯਾਦ ਹੈ ਕਿ ਪਹਿਲਾ ਲੈਟਰ ਜਿਹੜਾ ਲਿਖਿਆ ਗਿਆ ਸੈਂਟਰਲ ਵਿਸਟਾ ਦੇ ਬਾਰੇ ਆਗਾਹ ਕਰਦਾ ਹੋਇਆ, ਉਹ ਤੁਹਾਡੇ ਗਰੁੱਪ ਵੱਲੋਂ ਲਿਖਿਆ ਗਿਆ। ਉਹ ਕੋਈ 80 ਹਿਸਟੋਰੀਅਨ ਸੀ ਉਹ ਜਿਨ੍ਹਾਂ ਨੇ ਵਰਲਡ ਲੈਵਲ ਦੇ ਹਿਸਟੋਰੀਅਨ, ਕਈ ਫੋਰਨ ਕੰਟਰੀਜ਼ ਦੇ ਵਿੱਚੋਂ ਵੀ ਸੀ, ਉਹਨਾਂ ਨੇ ਲਿਖਿਆ। ਤੇ ਉਹਨੇ ਸਾਨੂੰ ਇਹ ਦੱਸਿਆ ਪੰਜਾਬ ਦੇ ਵਿੱਚ ਜਿਵੇਂ ਅਸੀਂ ਬੈਠੇ ਸੀ, ਤਾਂ ਸਾਨੂੰ ਉਸੇ ਤੋਂ ਹੀ ਪਤਾ ਲੱਗਿਆ ਕਿ ਹਾਂ ਇਹ ਗੱਲ ਹੋਣ ਜਾ ਰਹੀ ਹੈ। ਤੇ ਉਸ ਤੋਂ ਬਾਅਦ ਅਸੀਂ ਐਫਰਟ ਸ਼ੁਰੂ ਕੀਤੇ। ਤੁਸੀਂ ਥੋੜਾ ਜਿਹਾ ਉਹਨੂੰ ਦੱਸੋ ਵੀ ਤੁਹਾਨੂੰ ਕਿਸ ਟਾਈਮ ਲਾਈਨ ਦੇ ਵਿੱਚ ਕੀ ਪਤਾ ਲੱਗਦਾ ਹੈ, ਤੁਸੀਂ ਕੀ ਐਫਰਟ ਉਦੋਂ ਕੀਤੇ ਨੇ, ਤੇ ਕਿਸ ਹਾਲਤ ਵਿੱਚ ਅੱਜ ਇਸ ਸਥਿਤੀ ਦੇ ਵਿੱਚ ਆਪਾਂ ਹੈਗੇ ਆ ਇਸ ਵਿਰੋਧ ਨੂੰ ਕਰਨ ਦੇ ਵਿੱਚ। ਜਿਹੜਾ ਆਪਾਂ ਅਸਲ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਉਹ ਇੱਕ ਸੈਂਟਰਲ ਵਿਸਟਾ ਦੇ ਵਿਰੋਧ ਵਿੱਚ ਹੀ ਕਰ ਰਹੇ ਹਾਂ, ਜਿਹੜਾ ਉਹ ਆਪਣਾ ਕੰਸਰਨ ਆਵਾਜ਼ ਉਠਾ ਰਹੇ ਹਾਂ। तो अपनी इस ਵੇਲੇ ਕੀ ਸਥਿਤੀ ਹੈ ਜੀ, ਉਹ ਤੁਸੀਂ ਸਾਨੂੰ ਦਰਸ਼ਕਾਂ ਨੂੰ ਦੇਖੋ ਜੀ। ਪ੍ਰੋਟੈਸਟ ਤੇ ਕੋਸ਼ਿਸ਼ ਤਾਂ ਕੀਤੀ ਗਈ, ਜਿਸ ਤਰ੍ਹਾਂ ਤੁਸੀਂ ਕਿਹਾ ਪਹਿਲਾਂ ਇੱਥੇ ਆਪਣੇ ਹਿਸਟੋਰੀਅਨਸ ਨੇ ਕੋਸ਼ਿਸ਼ ਕੀਤੀ ਇੰਡੀਆ ਦੇ ਵਿੱਚ ਆਪਣੇ ਲੋਕਾਂ ਦੇ ਸਿਗਨੇਚਰ ਵਗੈਰਾ ਲੈ ਕੇ ਇਸ ਤੇ ਕਾਫੀ ਸ਼ੋਰ ਮਚਾਇਆ ਔਰ ਪਬਲਿਕ ਦੇ ਵਿੱਚ ਸਟੇਟਮੈਂਟਸ ਦਿੱਤੇ, ਲੈਟਰਸ ਜਿਹੜੇ ਹੈ ਸਾਈਨ ਵਾਈਨ ਕਰਾ ਕੇ ਸਾਰੇ ਜਿਹੜੇ ਹੈ ਕੀਤੇ। ਔਰ ਫਿਰ ਇੱਕ ਕਾਫੀ ਵੱਡਾ ਐਫਰਟ ਹੋਰ ਹੋਇਆ ਵਰਲਡ ਵਾਈਡ ਮੋਬਿਲਾਈਜੇਸ਼ਨ ਦਾ। ਇੱਥੇ ਪ੍ਰੋਫੈਸਰ ਨਮਨ ਅਹੂਜਾ ਹੈਗੇ ਨੇ, ਸਾਡੇ JNU ਦੇ ਹੀ ਨੇ। ਹੀ ਇਜ਼ ਅ ਮਿਊਜ਼ੀਅਮ, ਵਰਲਡ ਰਿਨਾਊਂਡ ਮਿਊਜ਼ੀਅਮ ਐਕਸਪਰਟ, ਆਰਟ ਐਂਡ ਮਿਊਜ਼ੀਅਮ ਐਕਸਪਰਟ। ਉਹਨਾਂ ਨੇ ਬਹੁਤ ਇਨੀਸ਼ੀਏਟਿਵ ਲਿਆ ਤੇ ਉਹਨਾਂ ਨੇ ਖਾਸ ਕਰ ਨੈਸ਼ਨਲ ਮਿਊਜ਼ੀਅਮ ਦਾ ਇਸ਼ੂ ਲਿਆ, ਕਿਉਂਕਿ ਤੁਹਾਨੂੰ ਪਤਾ ਨੈਸ਼ਨਲ ਮਿਊਜ਼ੀਅਮ ਦਾ ਵੀ ਡੈਮੋਲੀਸ਼ਨ ਦਾ ਇਸ਼ੂ ਹੈ ਬਹੁਤ। ਜਿਸ ਤਰ੍ਹਾਂ ਅਸੀਂ ਮਾਡਰਨ ਹਿਸਟੋਰੀਅਨ ਹਾਂ, ਅਸੀਂ ਉਹਦੇ ਬਾਰੇ ਜ਼ਿਆਦਾ ਵਰੀਡ ਹਾਂ, ਉਸ ਤਰ੍ਹਾਂ ਅਸੀਂ ਵੀ ਵਰੀਡ ਹਾਂ, ਪਰ ਸਾਡੇ ਕੋਲੋਂ ਵੀ ਜ਼ਿਆਦਾ ਨੈਚੁਰਲੀ ਜਿਹੜੇ ਐਂਸ਼ੀਐਂਟ ਪੀਰੀਅਡ ਦੇ ਨੇ ਔਰ ਜਿਹੜੇ ਜ਼ਿਆਦਾ ਉਹਦੇ 'ਚ ਜਾਣਕਾਰੀ ਰੱਖਦੇ ਨੇ ਉਹ ਬਹੁਤ ਵਰੀਡ ਨੇ ਕਿ ਇੰਨਾ ਟ੍ਰੈਜਰਸ ਹੈਗੇ ਨੈਸ਼ਨਲ ਮਿਊਜ਼ੀਅਮ ਦੇ ਵਿੱਚ, ਉਹਦਾ ਕੀ ਬਣੇਗਾ। ਉਹ ਤੇ ਉੱਥੇ ਤਾਂ ਉਹਦੀ ਮੋਨੀਟਰੀ ਵੈਲਿਊ ਵੀ ਬਹੁਤ ਜ਼ਿਆਦਾ ਹੈ, ਤੁਹਾਨੂੰ ਪਤਾ ਹੀ ਹੈ। ਤੇ ਪੂਰਾ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਓਰੀਜਨਲ ਆਰਟੀਫੈਕਟਸ ਉੱਥੇ ਨੇ, ਬੁੱਧਿਸਟ ਸਕਲਪਚਰ ਉੱਥੇ ਜਿਹੜੇ ਨੇ, ਗੰਧਾਰਾ ਆਰਟ ਦੇ ਜਿਹੜੇ ਸਕਲਪਚਰ ਉੱਥੇ ਨੇ ਮਿਡੀਵਲ ਪੀਰੀਅਡ ਦੇ, ਮਤਲਬ ਪ੍ਰਾਈਸਲੈਸ ਜਿਹੜੇ ਹੈਗੇ ਨੇ ਉੱਥੇ ਹੈਗੀਆਂ ਚੀਜ਼ਾਂ। ਉਹ ਪੂਰਾ ਉਹਨਾਂ ਨੇ ਇੱਕ ਵਰਲਡ ਵਾਈਡ ਕੈਂਪੇਨ ਉਹਨਾਂ ਨੇ ਕੀਤਾ ਔਰ ਦੁਨੀਆ ਦੇ ਟੌਪ ਜਿਹੜੇ ਮਿਊਜ਼ੀਅਮ ਦੁਨੀਆ ਦੇ ਇੱਕ ਆਰਟਿਸਟ, ਅਨੀਸ਼ ਕਪੂਰ ਜਿਹੜੇ ਹੈਗੇ ਨੇ ਇੱਥੇ ਬ੍ਰਿਟਨ ਦੇ ਵਿੱਚ, ਇਜ਼ ਅ ਵਰਲਡ ਲੈਵਲ ਆਰਟਿਸਟ, ਨਾਈਟਡ ਐਂਡ ਆਲ ਦੈਟ, ਉਹਨਾਂ ਤੱਕ ਕੋ ਸਾਰੇ ਸਿਗਨੇਚਰ ਉਹਦੇ ਹੈਗੇ ਨੇ। ਔਰ ਵਰਲਡ ਵਾਈਡ ਮੈਟਰੋਪੋਲੀਟਨ ਮਿਊਜ਼ੀਅਮ ਨਿਊਯਾਰਕ, ਇਹ ਕੋਈ ਜਗ੍ਹਾ ਨਹੀਂ ਹੈ ਜਿਹੜੀ ਫੇਮਸ ਹੋਏ ਜਿਹਦਾ ਹੈਡ ਜਿਹੜਾ ਹੈ ਉਹਨੇ ਸਾਈਨ ਨਹੀਂ ਕੀਤਾ ਉਹਦੇ ਉੱਤੇ। ਔਰ ਅਮਰੀਕਾ ਵਗੈਰਾ ਹਰ ਜਗ੍ਹਾ ਤੋਂ ਹਿਸਟੋਰੀਅਨ ਬਹੁਤ ਸਾਰੇ ਲੋਕਾਂ ਦੇ ਸਿਗਨੇਚਰ ਕਰਾ ਕੇ ਇੱਕ ਪ੍ਰੋਟੈਸਟ ਜਿਹੜਾ ਹੋਇਆ। ਫਿਰ ਤੁਹਾਨੂੰ ਪਤਾ ਹੈ ਕਿ ਕੋਰਟ ਗਏ ਲੋਕ, ਅਨਫੋਰਚੂਨੇਟਲੀ। ਕੀ ਕਹਿਣਾ ਕੀ ਹੈ, ਕੋਰਟਸ ਦਾ ਆਪਣਾ ਰਵੱਈਆ ਤੁਹਾਨੂੰ ਪਤਾ ਹੀ ਹੈ, ਕਦੀ ਕਦਾਈ ਕੋਈ ਅੱਛੇ ਜਜਮੈਂਟ ਮਿਲ ਜਾਂਦੇ ਨੇ, ਪਰ ਜਿਸ ਤਰ੍ਹਾਂ ਦਾ ਉਹਨਾਂ ਦੀ ਆਪਣੀ ਸਮਝ ਹੈ ਤੇ ਉੱਥੇ ਵੀ ਸਕਸੈਸਫੁਲ ਨਹੀਂ ਹੋਏ। ਉਹਨਾਂ ਨੇ ਰਿਜੈਕਟ ਕਰ ਦਿੱਤਾ ਕਿ ਨਹੀਂ ਇਹਦੇ 'ਚ ਕੋਈ ਲੋਕਸ ਸਟੈਂਡਾਈ ਨਹੀਂ ਹੈ ਔਰ ਇਹ ਪ੍ਰੋਜੈਕਟ ਜਿਹੜਾ ਹੈ ਉੱਥੋਂ ਉਹਨਾਂ ਨੂੰ ਕਿਸੇ ਕੋਰਟ ਤੋਂ ਕੋਈ ਰਿਲੀਫ ਨਹੀਂ ਮਿਲਿਆ। ਪਹਿਲਾਂ ਵੀ ਲੋਕ ਗਏ ਸੀ ਕੋਰਟ, ਪਰ ਇਹ ਆਰਕਾਈਵਲ ਇਸ਼ੂ ਨੂੰ ਲੈ ਕੇ ਅਲੱਗ ਕੋਰਟ ਗਏ ਤੇ ਜਿੱਥੇ ਮਤਲਬ ਉਹਨੂੰ ਪ੍ਰੋਮੀਨੈਂਸ ਦਿੱਤੀ, ਉਹਦੇ 'ਚ ਵੀ ਕੋਈ ਰਿਲੀਫ ਨਹੀਂ ਮਿਲਿਆ। ਤੇ ਅਗਰ ਤੁਸੀਂ ਪੁੱਛੋ ਕਿ ਇਸ ਵਕਤ ਸਿਚੁਏਸ਼ਨ ਕੀ ਹੈਗੀ ਹੈ, ਸਿਚੁਏਸ਼ਨ ਤੇ ਖਰਾਬ ਹੈ, ਸਿਚੁਏਸ਼ਨ ਹੋਪਫੁਲ ਨਹੀਂ ਹੈ, ਕਿਉਂਕਿ ਗਵਰਨਮੈਂਟ ਜਿਹੜੀ ਹੈ ਉਹ ਸਮਹਾਉ ਵਾਈ ਦੇ ਆਰ ਵੀ ਡੋਂਟ ਨੋ। ਇੱਕ ਲੇਟੈਸਟ ਤੇ ਖਬਰ ਜਿਹੜੀ ਇੱਕ ਹੈਗੇ ਨੇ ਆਰਕੀਟੈਕਟ ਰੋਮੀ ਖੋਸਲਾ, ਉਹਨਾਂ ਦਾ ਕੁਝ ਕੋਟੇਸ਼ਨ ਅੱਜ ਕੱਲ੍ਹ ਮੈਂ ਦੇਖ ਰਹੀ ਹਾਂ ਆ ਰਿਹਾ ਕਿ ਬਈ ਇਹ ਤੇ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਕਿ ਵਾਸਤੂ ਦਾ ਮਾਮਲਾ ਹੈ, ਕਿ ਸਰਕਾਰ ਨੂੰ ਕਿਸੇ ਨੇ ਸਮਝਾ ਦਿੱਤਾ ਹੈ ਕਿ ਇਹਦਾ ਵਾਸਤੂ ਖਰਾਬ ਹੈ
ਤੇ ਇਸ ਕਰਕੇ ਤੁਹਾਡੇ ਲਈ ਅੱਛਾ ਨਹੀਂ ਹੈ ਇਹ ਜਿਹੜਾ ਸਰਕੂਲਰ ਡਿਜ਼ਾਈਨ ਹੈ ਪਾਰਲੀਮੈਂਟ ਦਾ ਇਹ ਟ੍ਰਾਇੰਗੂਲਰ ਹੋਣਾ ਚਾਹੀਦਾ ਤੇ ਤਦ ਤੁਹਾਡੀ ਮਤਲਬ ਖੁਸ਼ਹਾਲੀ ਹੋਏਗੀ ਅਬ ਸੱਚ ਹੈ ਝੂਠ ਹੈ ਕੀ ਪਤਾ ਪਰ ਮੈਂ ਜਸਟ ਐਗਜ਼ਾਮਪਲ ਤੁਹਾਨੂੰ ਦੇ ਰਹੀ ਹਾਂ ਕਿ ਕਿਸ ਤਰ੍ਹਾਂ ਦੇ ਚੀਜ਼ਾਂ ਵੀ ਚਾਹੇ ਉਹ ਰਿਊਮਰ ਹੈ ਚਾਹੇ ਕੁਛ ਹੈ ਮੈਨੂੰ ਨਹੀਂ ਪਤਾ ਪਬਲਿਕ ਡਿਸਕਸ਼ਨ ਵਿੱਚ ਆ ਜਾਂਦੀਆਂ ਨੇ ਕਿ ਕਿਉਂ ਹੋ ਰਿਹਾ ਕਿਉਂਕਿ ਐਕਚੁਅਲੀ ਨਾ ਕਿਸੇ ਨੂੰ ਸੱਚ ਦੱਸਾਂ ਤਾਂ ਸਮਝ ਨਹੀਂ ਆ ਰਹੀ ਕਿ ਇਹਦੀ ਅਰਜੈਂਸੀ ਕੀ ਜੀ ਬਿਲਕੁਲ ਜਿਸ ਤਰ੍ਹਾਂ ਨੋਟਬੰਦੀ ਦਾ ਸਾਨੂੰ ਪਤਾ ਨਹੀਂ ਵੀ ਕੀ ਅਰਜੈਂਸੀ ਸੀ ਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਹੁਣ ਇਹਦੀ ਕੀ ਅਰਜੈਂਸੀ ਹੈ ਨਾ ਬਿਲਕੁਲ ਉਸੇ ਕਿਸਮ ਨਾਲ ਇਹ ਹੈ ਨਹੀਂ ਕਿ ਤੁਸੀਂ ਦੇਖੋ ਕਿ ਇਹ ਕਹਿੰਦੇ ਨੇ ਕਿ ਸਾਨੂੰ ਪਾਰਲੀਮੈਂਟ ਦੇ ਵਿੱਚ ਸੀਟਸ बढ़ाने ਨੇ ਲੋਕ ਸਭਾ ਦੇ ਤੇ ਕਿੱਥੇ ਅਕੋਮੋਡੇਟ ਕਰਾਂਗੇ ਤੇ ਇਹਦੇ ਵਿੱਚ 1200 ਲੋਕ ਜਿਹੜਾ ਅਕੋਮੋਡੇਟ ਹੋ ਜਾਏਗਾ ਪਰ ਅਜੇ ਤਾਂ ਤੁਸੀਂ बढ़ा ही नहीं रहे ਅਜੇ ਤਾਂ ਕੋਈ ਮੈਂ ਗੱਲ ਹੀ ਨਹੀਂ ਸੁਣ ਰਹੀ ਕੋਈ बढ़ाने ਦੀ ਕੋਈ ਗੱਲ ਕਰ ਰਿਹਾ ਹੈ ਕਿ ਹਾਂ ਹੁਣ ਇਹ ਨਵਾਂ ਪ੍ਰਿੰਸੀਪਲ ਹੈ ਇਹ ਉਸ ਤੋਂ ਪਹਿਲਾਂ ਹੀ ਤੁਹਾਨੂੰ ਬਿਲਡਿੰਗ ਬਣਾਉਣੀ ਜ਼ਰੂਰੀ ਹੈ ਸੈਂਟਰਲ ਹਾਲ ਵੀ ਹੈ ਪਾਰਲੀਮੈਂਟ ਦਾ ਜਿੱਥੇ ਕਿ ਦੋਨੋਂ ਰਾਜ ਸਭਾ ਔਰ ਲੋਕ ਸਭਾ ਦੇ ਲੋਕ ਇਕੱਠੇ ਬੈਠਦੇ ਨੇ ਇੰਨਾ ਵੱਡੀ ਜਗ੍ਹਾ ਹੈ ਐਸਾ ਕੋਈ ਅਰਜੈਂਸੀ ਨਹੀਂ ਦਿਖਾਈ ਦੇ ਰਹੀ ਜਿਹਦੇ ਲਈ ਕਿ ਕੋਈ ਵੀ ਇੰਨੀ ਮਾਰਾਮਾਰੀ ਹੁਣ ਪੈਂਡੇਮਿਕ ਦੇ ਵਿੱਚ ਪੈਸੇ ਦੀ ਜਦੋਂ ਇੰਨੀ ਕਿੱਲਤ ਚੱਲ ਰਹੀ ਹੈ ਇੰਨੀ ਸ਼ਾਰਟੇਜ ਚੱਲ ਰਹੀ ਹੈ ਕਿ ਵੀ ਆ ਵੈਕਸੀਨ ਖਰੀਦਣ ਦੇ ਲਈ ਸਾਡੇ ਕੋਲ ਹੋਰ ਪੈਸੇ ਹੈ ਨਹੀਂ ਜਾਂ ਕੰਪਨਸੇਸ਼ਨ ਦੇਣ ਦੇ ਲਈ ਸਾਡੇ ਕੋਲ ਪੈਸੇ ਹੈ ਨਹੀਂ ਕਿ ਵੀ ਜਿਹੜਾ ਇੱਕ ਡਿਮਾਂਡ ਹੈ ਕਿ ਵੀ ਜਿਹੜੇ ਲੋਕ ਅਫੈਕਟਡ ਨੇ ਜਿਹੜੀਆਂ ਫੈਮਲੀਜ਼ ਜਿਨ੍ਹਾਂ ਦੇ ਫੈਮਿਲੀ ਮੈਂਬਰ ਦਾ ਲਾਸ ਹੋਇਆ ਹੈ ਕਿ ਉਹਨਾਂ ਨੂੰ ਡਿਜ਼ਾਸਟਰ ਜਿਸ ਤਰ੍ਹਾਂ ਹੁੰਦਾ ਹੈ ਤੇ ਤੁਸੀਂ ਕੰਪਨਸੇਸ਼ਨ ਦਿੰਦੇ ਹੋ ਉਸ ਤਰ੍ਹਾਂ ਦਿੱਤੀ ਜਾਏ ਕਿਉਂਕਿ ਇਟਸ ਅ ਲਾਸ ਆਫ ਅ ਅਰਨਿੰਗ ਮੈਂਬਰ ਤੇ ਸਰਕਾਰ ਨੇ ਕਹਿਤਾ ਹੈ ਕਿ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਹੈ ਵੀ ਕੈਨ ਨਾਟ ਡੂ ਇਟ ਤੇ ਅਗਰ ਇੰਨੇ ਪੈਸੇ ਦੀ ਕਮੀ ਹੈ ਤੇ ਬਹੁਤ ਲੋਕ ਇਹ ਕਹਿ ਰਹੇ ਨੇ ਕਿ ਇੰਨਾ ਐਕਸਪੈਂਸਿਵ ਪ੍ਰੋਜੈਕਟ ਤੁਸੀਂ ਇਸ ਵਕਤ ਕਿਉਂ ਕਰ ਰਹੇ ਹੋ थोड़े अगर करना ही है थोड़े दिन बाद कर लेना तब तक लोगों को मौका भी मिल जाएगा डिस्कस करन दा तो ये कई चीज़ां ने लैक ऑफ ट्रांसपेरेंसी मैनू लगता है एक सब तो वड्डा इशू है क्योंकि जब ट्रांसपेरेंसी नहीं होंगी तो तुसी सवाल की पूछ सकते हो तुसी ऑब्जेक्शन की कर सकते हो क्योंकि पता ही नहीं है ना कुछ बस जेडे हिस्टोरियंस ने प्रोटेस्ट किया कि भाई की सिस्टम होएगा किस तरह चीज़ां हटाओगे रिकॉर्ड किथे जाएगा बस वो कोई मिनिस्टर है ਉਹਦਾ ਜਵਾਬ आ गया फिक्र करने की कोई जरूरत नहीं है सब चीज का ध्यान रखा गया है और बहुत अच्छी तरह सब कुछ होएगा भाई एम्प्टी एश्योरेंस ਦਾ ਕੀ मतलब है प्लान ऑफ एक्शन दिखाओ कि भी नेशनल आर्काइव्स ਦਾ ਜਿਹੜਾ डायरेक्टर है ਉਹਨੇ ਕੀ प्लान ऑफ एक्शन बनाया ਇਹਦਾ ਉਹਨੂੰ शेयर करो ਤੁਸੀਂ ਜਿਸ ਤਰ੍ਹਾਂ ਕਿਹਾ ਪ੍ਰਾਈਵੇਟ ਪ੍ਰਾਪਰਟੀ ਥੋੜੀ ਹੈ ना कोई गवर्नमेंट की अपनी प्रॉपर्टी है गवर्नमेंट की है भी तो गवर्नमेंट होल्ड्स एवरीथिंग इन ट्रस्ट फॉर द पीपल गवर्नमेंट ओनली रिप्रेजेंट्स द पीपल गवर्नमेंट इज नॉट एन एंटिटी बाय इटसेल्फ जी याद आ गया मैंने आर्काइवल जो रिसोर्स है ये तो एक नेशनल ट्रेजर है ना नेशनल ट्रेजर केदा हुंदा है लोगां दा हुंदा है जी है ना कोई सरकार दा नहीं हुंदा कोई नहीं सकता ਇਹ ਸਾਡੀ ਸਾਰਿਆਂ ਦੀ ਵਸੀਅਤ ਹੈ ਇਸ 'ਚ ਸਾਡੇ ਐਂਸੈਸਟਰਸ ਦੇ ਰਿਕਾਰਡਸ ਨੇ ਸਾਡੀ ਦੇਸ਼ ਦੀ ਹਿਸਟਰੀ ਹੈ ਸਾਡੇ ਐਂਸੈਸਟਰਸ ਦੀ ਹਿਸਟਰੀ ਹੈ ਉਹਦੇ ਉੱਤੇ ਸਾਡਾ ਪੂਰਾ ਹੱਕ ਹੈ ਉਹ ਹੱਕ ਜਿਸ ਤਰ੍ਹਾਂ ਐਂਸੈਸਟਰਲ ਤੁਹਾਡੀ ਜ਼ਮੀਨ ਹੈ ਜਿਹੜੀ ਫਾਰਮਰ ਦੀ ਲੜਾਈ ਚੱਲ ਰਹੀ ਹੈ ਅੱਜ ਕੱਲ ਪੰਜਾਬ 'ਚ ਹਰਿਆਣੇ ਵਿੱਚ ਯੂਪੀ ਵਿੱਚ ਸਾਰੇ ਇੰਡੀਆ ਦੇ ਵਿੱਚ ਫਾਰਮਰ ਕੀ ਕਹਿ ਰਿਹਾ ਹੈ ਕਿਸਾਨ ਕੀ ਕਹਿੰਦਾ ਹੈ ਉਹ ਕਹਿੰਦਾ ਇਹ ਮੇਰੇ ਪੂਰਵਜਾਂ ਦੇ ਮਿਹਨਤ ਕਰਕੇ ਬਣਾਈ ਹੋਈ ਜ਼ਮੀਨ ਹੈ ਇਹ ਕਿਸੇ ਦੇ ਰਾਜਾ ਮਹਾਰਾਜਾ ਦੀ ਦਿੱਤੀ ਹੋਈ ਜਾਂ ਕਿਸੇ ਹਕੂਮਤ ਦੀ ਦਿੱਤੀ ਹੋਈ ਜ਼ਮੀਨ ਨਹੀਂ ਹੈ ਕਿ ਤੁਸੀਂ ਮੇਰੇ ਕੋਲੋਂ ਲੈ ਕੇ ਹੁਣ ਅਦਾਨੀ ਨੂੰ ਦੇ ਦਿਓ ਜੀ ਇਹ ਜ਼ਮੀਨ ਜਿਹੜੀ ਹੈ ਮੇਰੇ ਖੂਨ ਪਸੀਨਾ ਮੇਰੇ ਪੂਰਵਜਾਂ ਦਾ ਗਿਆ ਮੇਰੇ ਬਜ਼ੁਰਗਾਂ ਦਾ ਗਿਆ ਇਹ ਮੇਰੀ ਵਸੀਅਤ ਹੈ ਤੁਸੀਂ ਨਹੀਂ ਲੈ ਸਕਦੇ ਇਹਦੇ ਵਿੱਚ ਉਸੇ ਤਰ੍ਹਾਂ ਇਹ ਜਿਹੜਾ ਰਿਕਾਰਡ ਹੈ ਇਹ ਸਾਡੀ ਵਸੀਅਤ ਹੈ ਸਾਡੀ ਲੈਗੇਸੀ ਹੈ ਬਿਲਕੁਲ ਅਸੀਂ ਇਸੇ ਚੀਜ਼ ਨੂੰ ਲੈ ਕੇ ਬੜੇ ਕੰਸਰਨਡ ਹੈ ਤੇ ਮੈਨੂੰ ਤੁਹਾਡੀ ਗੱਲ ਸੁਣ ਕੇ ਨਾ ਰਾਹਤ ਇੰਦੌਰੀ ਦਾ ਉਹ ਸ਼ੇਅਰ ਯਾਦ ਆ ਰਿਹਾ ਹੈ ਕਿ ਕਿਰਾਏਦਾਰ ਹੈ ਜ਼ਾਤੀ ਮਕਾਨ ਥੋੜੀ ਹੈ
ਪਰ ਹੁਣ ਇਹ ਕਿਰਾਏਦਾਰ ਜਿਹੜੇ ਨੇ ਉਹ ਜ਼ਾਤੀ ਮਕਾਨ ਤੋੜਨ, ਜਿਹੜਾ ਤੁਹਾਡਾ ਜਿਹੜਾ ਹੈ ਲੋਕਾਂ ਦਾ ਮਕਾਨ ਤੋੜਨ ਵਾਸਤੇ ਤਿਆਰ ਨੇ। किसी के बाप का हिंदुस्तान थोड़ी है। हाँ बिल्कुल बिल्कुल जी। तो ये ਜਿਹੜੀ ਗੱਲ ਹੈ ਇਹ ਬੜੀ ਇਸ ਸਿਚੁਏਸ਼ਨ ਨੂੰ ਮਤਲਬ ਉਹ ਕਰਦੀ ਹੈ ਕਿ ਆਪਣੀ ਡੈਮੋਕ੍ਰੇਸੀ ਇਸ ਵੇਲੇ ਕਿਸ ਸਥਿਤੀ 'ਚ ਪਹੁੰਚ ਗਈ ਹੈ ਕਿ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਪਬਲਿਕ ਹੈਲਥ ਤੋਂ ਆਪਦਾ ਹੱਥ ਖਿੱਚ ਰਹੀ ਆ। ਪੈਸਾ ਜਿਹੜਾ ਹੈ ਉਹ ਬਿਲਡਿੰਗਸ ਉੱਤੇ ਲਾ ਰਹੀ ਹੈ ਜਿਸ ਵੇਲੇ ਲੋਕਾਂ ਨੂੰ ਹੈਲਥ ਦੀ ਫੈਸਿਲਿਟੀ ਦੇਣ ਦੀ ਲੋੜ ਹੈ, ਤੇ ਉਹਦੀ ਹੈਰੀਟੇਜ ਖਤਮ ਹੋ ਰਹੀ ਹੈ। ਬਟ ਕਿਤੋਂ ਕੋਈ ਆਵਾਜ਼ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਹੀਂ ਉੱਠ ਰਹੀ ਕਿ ਜਿਹਦੇ ਵਿੱਚ ਇਹ ਲੱਗੇ ਕਿ ਸਰਕਾਰ ਨੂੰ ਚੈਲੰਜ ਜਿਹੜਾ ਉਹ ਕੀਤਾ ਜਾ ਰਿਹਾ ਉਸ ਪੱਧਰ ਉੱਤੇ। ਮੈਨੂੰ ਬਹੁਤ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਮੈਨੂੰ ਕਿ ਆਪੋਜੀਸ਼ਨ ਪਾਰਟੀਆਂ ਨੇ ਵੀ ਇਹ ਮੁੱਦਾ ਜਿਹੜਾ ਇਹ ਸੈਂਟਰਲ ਵਿਸਟਾ ਵਾਲਾ ਇਹ ਠੀਕ ਤਰ੍ਹਾਂ ਨਹੀਂ ਉਠਾਇਆ ਹੋਇਆ, ਇਹਨੂੰ ਲੋਕਾਂ ਤੱਕ ਨਹੀਂ ਲੈ ਕੇ ਗਏ ਕਿ ਇੰਨਾ ਵੇਸਟਫੁਲ ਜਿਹੜਾ ਐਕਸਪੈਂਡੀਚਰ ਹੈ ਉਹ ਕਿਉਂ ਹੋ ਰਿਹਾ, ਸਾਡੀ ਹੈਰੀਟੇਜ ਕਿਉਂ ਤਬਾਹ ਹੋ ਰਹੀ ਹੈ। ਤੋ ਆਪਾਂ ਇਹ ਕੋਸ਼ਿਸ਼ ਕਰ ਰਹੇ ਹਾਂ, ਆਪਾਂ ਬੋਲ ਰਹੇ ਹਾਂ, ਗੱਲ ਰੱਖ ਰਹੇ ਹਾਂ, ਬਟ ਆਪੋਜੀਸ਼ਨ ਪਾਰਟੀਆਂ ਮੈਨੂੰ ਕਿੱਥੇ ਨੇ ਇਸ ਵੇਲੇ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਇਹ ਫੋਰਮ ਬਣਾਇਆ ਨਾ ਆਪਣੇ ਪ੍ਰੋਵਿੰਸ਼ੀਅਲ ਲੈਵਲ ਤੇ, ਪੰਜਾਬ ਦੇ ਲੈਵਲ ਤੇ ਤੁਸੀਂ ਜਿਸ ਤਰ੍ਹਾਂ ਬਣਾਇਆ ਨਾ, ਇਹ ਬਹੁਤ ਚੰਗਾ ਕੰਮ ਕੀਤਾ ਹੈ। ਕਿਉਂਕਿ ਦੇਖੋ ਗੱਲ ਇਹ ਕਿ ਦਿੱਲੀ ਦੇ ਲੈਵਲ ਤੇ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਕਿਉਂਕਿ ਇੱਥੇ ਇੱਕ ਕਿਸਮ ਦੀ ਸਰਕਾਰ ਹੈ ਔਰ ਫਿਰ ਇੱਕ ਨੈਸ਼ਨਲ ਲੈਵਲ ਵਾਲੀ ਜੇ ਗੱਲ ਹੈ ਨਾ, ਉੱਥੇ ਰੀਚ ਜਿਹੜੀ ਹੈ ਉਹ ਇੰਨੀ ਈਜ਼ੀ ਵੀ ਨਹੀਂ ਹੈ। ਔਰ ਹੁਣ ਤਾਂ ਬਿਲਕੁਲ ਹੀ ਡਾਇਲੋਗ ਵਾਲਾ ਮਾਹੌਲ ਨਹੀਂ ਹੈ ਕਿਉਂਕਿ ਕੋਈ ਪੁੱਛਦਾ ਨਹੀਂ ਹੈ, ਕੋਈ ਸੁਣਦਾ ਨਹੀਂ ਹੈ। ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਸਾਡਾ ਸਟੇਟ ਲੈਵਲ ਹੈ ਨਾ, ਸਟੇਟ ਲੈਵਲ ਤੇ ਲੋਕਾਂ ਦਾ ਰੋਲ, ਲੋਕਾਂ ਦੀ ਆਵਾਜ਼ ਅਜੇ ਵੀ ਜ਼ਿਆਦਾ ਸੁਣੀ ਜਾ ਸਕਦੀ ਹੈ। ਅਸੀਂ ਵੀ ਉੱਥੇ ਜ਼ਿਆਦਾ ਬੋਲ ਸਕਦੇ ਹਾਂ, ਉੱਥੇ ਸਾਡੀ ਕੈਪੈਸਿਟੀ ਜ਼ਿਆਦਾ ਹੈ। ਜੀ 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 ਜੀ, ਤੇ ਇਸ ਕਰਕੇ ਸਾਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਆਪਣੇ ਆਪਣੇ ਲੈਵਲ ਤੇ ਜਿੱਥੇ ਅਸੀਂ ਕਰ ਸਕਦੇ ਹਾਂ, ਅਸੀਂ ਸਟੇਟ ਲੈਵਲ ਤੇ ਸੁਣਾਉਣ ਦੀ, ਉਹਨਾਂ ਨੂੰ ਫੋਰਸ ਕਰਨ ਦੀ ਕਿ ਸੁਣੋ ਸਾਡੀ ਗੱਲ ਔਰ ਸਾਡੀ ਗੱਲ ਨੂੰ ਅੱਗੇ ਤੋਂ ਸੀ ਸੁਣਾਓ। ਜੀ ਜੀ, तो ये बड़ा जरूरी है कि क्योंकि देखो तुसी अगर टीचर स्टूडेंट अपने पंजाब दे लेवल ते बोलोगे और अपनी सरकार नू कहोगे कि भी तुसी साडी गल सुनो, अपनी जिहड़ियां पार्टीज ने उत्थे होर भी उन्हां नू भी सुनाओ और को तुसी ये चीज मुद्दे उठाओ। ये सिर्फ सेंट्रल विस्टा दी गल नहीं है कि दिल्ली दे लोकां दा कंसर्न है, जी जी साडे सारियां दे सारी लेगेसी है, चाहे मैं पंजाब का चाहे कित्थों दा। और ये जड़ा रिकॉर्ड है, आर्काइव्स का जिथे तक सवाल है, नेशनल म्यूजियम का सवाल है, ते ये पूरे इंडिया दी है, उन्नी पंजाब दी है जिन्नी कि दिल्ली वालियां दी है जी, है ना। ते ये जेड़ी चीज है नेशनल, इसीलिए जिस तरह के मैनू जिस तरह लगता है कि जिस तरह इन्हां ने साडे किसानां नू दिल्ली दे विच एंटर नहीं करन दिता, बॉर्डर बंद कर देते, मतलब ये एक तरह दे नाल बहुत वड्डी चीज है। क्योंकि तुसी हिंदुस्तान दे किसी भी नागरिक नू जिहड़ा सिटीजन है ओदा हक है अपने देश दी कैपिटल विच आना। जी, पंजाबी जिहड़ा है ओदा हक सिर्फ ये नहीं है कि मैं पंजाब दे विच बैठा रहां, ओदा उन्ना ही हक दिल्ली ते है क्योंकि ये नेशनल कैपिटल है, ये नेशनल गवर्नमेंट है, यूनियन गवर्नमेंट है इत्थे जिहड़ी बैठदी है। सुप्रीम कोर्ट जिहड़ा है वो सारियां दा है, नेशनल सारियां दा है। ते तुसी किस तरह रोक सकदे हो साडा एक्सेस? तुसी किस तरह मैनू कह सकदे हो कि मैं दिल्ली विच नहीं आ सकदा या आ सकदी? तुसी मैनू बॉर्डर बनाता, सिंघू दे उत्ते बॉर्डर बनाता, एक ही हिंदुस्तान पाकिस्तान है। मैनू तो इन्ना बुरा लगता जदों असीं कहने आ बॉर्डर। अरे एक बॉर्डर ठीक है, स्टेट्स दे विच बॉर्डर हुंदे ने कि कोई टैक्स देना हुंदा है, कोई चुंगी देनी हुंदी है, यू नो उस दे लई बॉर्डर हुंदे ने, नॉट लोगां नू रोकण दे लई बॉर्डर थोड़ी ने। इंटरनल बॉर्डर तुसी कहो जी तुसी पंजाब तो हरियाणा नहीं आ सकदे, हरियाणा तो दिल्ली नहीं आ सकदे, एक ही गल बनी। तो दिल्ली तो सारियां दी है, तुसी किस तरह रोक सकते हो मैनू? ये बहुत ज्यादा यही हक उन्होंने अपना एग्जर्ट किया होया, पंजाब के किसानों ने, पंजाब के लोगों ने भी। ते
ਆਪਣੀ ਬਹੁਤ ਵੈਸੇ ਜਿਹੜੀ ਗੱਲਬਾਤ ਹੁਣ ਜਿਹੜੀ ਕਰੰਟ ਇਸ਼ੂ ਤੇ ਬਹੁਤ, ਕਿਉਂਕਿ ਸਾਨੂੰ ਕੰਸਰਨ ਸੀ ਤੇ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਸੀ, ਕਿਉਂਕਿ ਤੁਸੀਂ ਸਾਡੇ ਕੋਲੇ ਪਹਿਲੇ ਮਹਿਮਾਨ ਹੋ ਜਿਹੜੇ ਕਿ ਦਿੱਲੀ ਤੋਂ ਸਾਡੇ ਨਾਲ ਜੁੜੇ ਹੋ, ਪੰਜਾਬ ਦੇ ਸਾਡੇ ਸਾਰੇ ਮਹਿਮਾਨ ਪਹਿਲਾਂ ਜੁੜੇ ਨੇ। ਤਾਂ ਹੁਣ ਆਪਾਂ ਤੁਹਾਡੇ ਜਿਹੜਾ ਅੱਜ ਦੇ ਟੌਪਿਕ ਵੱਲ ਗੱਲ ਕਰ ਲੈਂਦੇ ਹਾਂ, ਕਿਉਂਕਿ ਇਹ ਬਹੁਤ ਇੰਪੋਰਟੈਂਟ ਮਸਲਾ ਹੈ ਮੈਡਮ। ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਉਸੇ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ। ਸਾਡੇ ਇੱਥੇ ਮੈਂ ਕਿਸੇ ਨਾਲ ਗੱਲ ਕੀਤੀ ਤੇ ਉਹ ਕਹਿਣ ਲੱਗੇ ਵੀ ਮੈਂ ਤਾਂ ਹੈਗਾ ਸਟੂਡੈਂਟ ਮਿਡੀਵਲ ਦਾ, ਤਾਂ ਮੈਨੂੰ ਥੋੜਾ ਜਿਹਾ ਉਹਨਾਂ ਕੰਸਰਨ ਨਹੀਂ ਲੱਗਦਾ ਹੈਗਾ ਇਹਨੂੰ ਲੈ ਕੇ ਸੈਂਟਰਲ ਜਿਹੜਾ ਨੈਸ਼ਨਲ ਆਰਕਾਈਵਜ਼ ਨੂੰ। ਤੇ ਦੂਜੀ ਗੱਲ ਜਿਹੜੀ ਉਹਨਾਂ ਨੇ ਆਖੀ ਕਿ ਇਹਦੇ ਚ ਤਾਂ ਜੀ ਜ਼ਿਆਦਾਤਰ ਆਫੀਸ਼ੀਅਲ ਵਰਜਨ ਪਿਆ ਅੰਗਰੇਜ਼ਾਂ ਦਾ, ਜਿਹੜਾ ਕਲੋਨੀਅਲ ਵਰਜਨ ਪਿਆ, ਤੇ ਇਹਦੇ ਵਿੱਚ ਵੀ ਇਸ ਕਰਕੇ ਲੱਗਦਾ ਵੀ ਇਹਨੂੰ ਥੋੜਾ ਜਿਹਾ ਜਿਹੜਾ ਉਨੀ ਇੰਪੋਰਟੈਂਸ ਨਹੀਂ ਲੱਗਦੀ ਮੈਨੂੰ। ਤੋ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਮੈਡਮ, ਕਿ ਤੁਸੀਂ ਜਿਹੜਾ ਆਰਕਾਈਵਲ ਦਾ ਤੁਹਾਨੂੰ ਮਤਲਬ ਪਤਾ ਹੈ ਕਿ ਆਫੀਸ਼ੀਅਲ ਵਰਜਨ ਹੀ ਹੁੰਦਾ, ਤੇ ਆਪਾਂ ਕਿਸ ਤਰ੍ਹਾਂ ਨਾਲ ਤੁਸੀਂ ਜਿਹੜਾ ਇਹਨੂੰ ਹਿਸਟਰੀ ਵਿੱਚ ਵਰਤਦੇ ਆ ਤੇ ਕਿਸ ਤਰ੍ਹਾਂ ਤੁਸੀਂ ਵਰਤਿਆ, ਇਹ ਤੁਸੀਂ ਆਪਣੇ ਐਕਸਪੀਰੀਅੰਸਿਸ ਅੱਜ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਰਿਸਰਚਰਸ ਨੂੰ ਕਾਫੀ ਕੁਝ ਪਤਾ ਲੱਗ ਸਕੇ। ਪਹਿਲੀ ਗੱਲ ਮੈਂ ਕਹਾਂ ਕਿ ਨੈਸ਼ਨਲ ਆਰਕਾਈਵਜ਼ ਦੇ ਵਿੱਚ ਮੈਡੀਵਲ ਪੀਰੀਅਡ ਦਾ ਵੀ ਮਟੀਰੀਅਲ ਹੈ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਇਹਦੇ 'ਚ ਕਾਫੀ ਪ੍ਰੈਸ਼ੀਅਸ ਮਟੀਰੀਅਲ ਹੈ ਮੈਡੀਵਲ ਪੀਰੀਅਡ ਦਾ, ਤੇ ਇਹ ਗੱਲ ਠੀਕ ਨਹੀਂ ਹੈ ਕਿ ਮੈਡੀਵਲ ਪੀਰੀਅਡ ਦਾ ਇੱਥੇ ਮਟੀਰੀਅਲ ਨਹੀਂ ਹੈ। ਪਰ ਇਨ ਐਨੀ ਕੇਸ, ਚਾਹੇ ਮੈਂ ਮੈਡੀਵਲ ਪੀਰੀਅਡ ਸਟੱਡੀ ਕਰਨੀ ਆ, ਚਾਹੇ ਮੈਂ ਮਾਡਰਨ ਕਰਨੀ ਆ, ਚਾਹੇ ਮੈਂ ਐਂਸ਼ੀਐਂਟ ਕਰਨੀ ਆ, ਮੈਨੂੰ ਪੂਰੇ ਹਿਸਟਰੀ ਦੇ ਨਾਲ ਮੇਰਾ ਕੰਸਰਨ ਹੈ। ਹਾਂ, ਇਹ ਕੋਈ ਮੈਂ ਕੰਪਾਰਟਮੈਂਟਲਾਈਜ਼ ਤਰੀਕੇ ਦੇ ਨਾਲ ਮੈਂ ਨਹੀਂ ਦੇਖਦੀ ਹਾਂ। ਨੈਚੁਰਲੀ ਜ਼ਿਆਦਾ ਇੰਟਰਸਟ ਮੈਨੂੰ ਆਪਣੇ ਪੀਰੀਅਡ ਵਿੱਚ ਹੁੰਦਾ ਕਿਉਂਕਿ ਮੈਂ ਉਹਦੇ ਨਾਲ ਫੈਮਿਲੀਅਰ ਆ ਜ਼ਿਆਦਾ, ਪਰ ਮੈਂ ਸਮਝਦੀ ਤਾਂ ਦੂਸਰੇ ਦੇ ਇਸ਼ੂਜ਼ ਵੀ ਆ ਨਾ। ਜਿਸ ਤਰ੍ਹਾਂ ਮੈਂ ਨੈਸ਼ਨਲ ਮਿਊਜ਼ੀਅਮ ਦਾ ਇਸ਼ੂ ਕਿਹਾ, ਤੇ ਇਹਦਾ ਮਤਲਬ ਇਹ ਥੋੜੀ ਹੈ ਕਿ ਨੈਸ਼ਨਲ ਮਿਊਜ਼ੀਅਮ ਦਾ ਇਸ਼ੂ ਜਿਹੜਾ ਸਿਰਫ ਏਂਸ਼ੀਐਂਟ ਪੀਰੀਅਡ ਦੇ ਹਿਸਟੋਰੀਅਨਸ ਤੱਕ ਲਿਮਿਟਿਡ ਹੈ। ਇਹ ਤੇ ਗੱਲ ਬਿਲਕੁਲ ਠੀਕ ਨਹੀਂ ਹੈ। ਅੱਛਾ, ਔਰ ਦੂਸਰੀ ਗੱਲ ਜਿਸ ਤੇ ਆਫੀਸ਼ੀਅਲ ਵਾਲੀ ਜਿਹੜੀ ਗੱਲ ਹੈ, ਇਹ ਵੀ ਕਲੈਰੀਫਾਈ ਕਰ ਲਈਏ। ਪਹਿਲੀ ਗੱਲ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇੱਥੇ ਕਾਫੀ ਨਾਨ ਆਫੀਸ਼ੀਅਲ ਮਟੀਰੀਅਲ ਵੀ ਹੈ ਜੀ। ਪੇਪਰ ਕਲੈਕਸ਼ਨ ਹੈ, ਪ੍ਰਾਈਵੇਟ ਪੇਪਰਸ ਬਹੁਤ ਸਾਰੇ ਨੇ, ਫਰੀडम ਹਿਸਟਰੀ ਆਫ ਫਰੀडम ਮੂਵਮੈਂਟ ਦੇ ਪ੍ਰੋਜੈਕਟ ਦੇ ਪੇਪਰਸ ਨੇ। ਇਸ ਤਰ੍ਹਾਂ ਕਈ ਡਾਕੂਮੈਂਟਰੀ ਮਟੀਰੀਅਲ ਜਿਹੜਾ ਹੈ ਇੱਥੇ ਹੈ, ਜਿਹੜਾ ਕਿ ਉਹ ਆਫੀਸ਼ੀਅਲ ਵਰਜ਼ਨ ਨਹੀਂ ਹੈ। ਦੂਸਰੀ ਚੀਜ਼, ਜਿਹੜਾ ਆਫੀਸ਼ੀਅਲ ਰਿਕਾਰਡਸ ਨੇ ਉਹਨੂੰ ਅਸੀਂ ਅੰਡਰ ਐਸਟੀਮੇਟ ਨਹੀਂ ਕਰ ਸਕਦੇ ਉਹਨਾਂ ਦਾ ਇੰਪੋਰਟੈਂਸ, ਕਿਉਂਕਿ ਜਦੋਂ ਅਸੀਂ ਮਟੀਰੀਅਲ ਲੱਭਨੇ ਆ, ਅਸੀਂ ਡੇਟਾ ਲੱਭਨੇ ਆ, ਫੈਕਟਸ ਲੱਭਨੇ ਆ, ਤੇ ਚਾਹੇ ਉਹਦੇ 'ਚ ਇੰਟਰਪ੍ਰੀਟੇਸ਼ਨ ਕੁਝ ਵੀ ਹੋਏ, ਉਹ ਆਫੀਸ਼ੀਅਲ ਵਿਊ ਪੁਆਇੰਟ ਤੋਂ ਦੇਖਿਆ ਗਿਆ ਹੋਏ, ਪਰ ਉਹਦੇ 'ਚ ਡੇਟਾ ਤੇ ਰਹਿੰਦਾ ਹੈ ਨਾ, ਜਿਹੜਾ ਅਸੀਂ ਕੱਢ ਕੇ ਆਪਣੇ ਕੰਮ ਦੇ ਲਈ ਲੈ ਸਕਦੇ ਹਾਂ। ਕੋਈ ਮੈਡੀਵਲ ਫਰਮਾਨ ਹੈ ਮੰਨ ਲਓ, ਤੇ ਉਹਦੇ ਵਿੱਚ ਜਿਹੜੀ ਗੱਲ ਕਹੀ ਗਈ ਹੈ, ਨੈਚੁਰਲੀ ਉਹ ਜਿਹੜਾ ਬਾਦਸ਼ਾਹ ਹੈ ਜਾਂ ਰਾਜਾ ਹੈ ਜਾਂ ਨਵਾਬ ਹੈ, ਜੋ ਵੀ ਹੈ, ਉਹਦੀ ਤਰਫੋਂ ਕਹੀ ਜਾਏਗੀ, ਪਰ ਉਹਦੇ ਵਿੱਚ ਜਿਹੜਾ ਜੋ ਕਹਾ ਗਿਆ ਹੋਗਾ, ਜਿਹੜਾ ਲਿਖਾ ਗਿਆ ਹੋਗਾ, ਉਹਦੇ ਵਿੱਚੋਂ ਅਸੀਂ ਆਪਣਾ ਮਟੀਰੀਅਲ ਕੱਢ ਲਵਾਂਗੇ ਨਾ, ਜਿਹੜਾ ਸਾਨੂੰ ਚਾਹੀਦਾ ਜੀ। ਮੰਨ ਲਓ ਅਸੀਂ ਹੁਣ ਮੈਡੀਵਲ ਪੀਰੀਅਡ ਦੇ ਅਸੀਂ ਲੈਂਡ ਗ੍ਰਾਂਟ ਦੇ ਕੋਈ ਫਰਮਾਨ ਸਾਨੂੰ ਮਿਲਦੇ ਨੇ, ਤੇ ਮਹਾਰਾਜਾ ਰਣਜੀਤ ਸਿੰਘ ਨੇ ਫਲਾਣੇ ਨੂੰ ਫਲਾਣੇ ਜ਼ਿਲ੍ਹੇ ਦੇ ਵਿੱਚ ਇੰਨੇ ਪਿੰਡ ਜਿਹੜੇ ਸੀ ਮੁਆਫੀ ਦੇ ਦਿੱਤੇ ਜਾਂ ਇਨਾਮ ਦੇ ਦਿੱਤੇ। ਉਹਦੇ ਵਿੱਚ ਸਾਨੂੰ ਕਿੰਨਾ ਮਟੀਰੀਅਲ ਮਿਲ ਜਾਏਗਾ, ਜਿਹੜਾ ਕਿ ਸਿਰਫ ਇਹ ਨਹੀਂ ਹੈ ਕਿ ਆਫੀਸ਼ੀਅਲ ਪਾਲਿਸੀ ਇਹ ਸੀ, ਉਹ ਕਿੰਨੇ ਪਿੰਡ ਕਿੱਥੇ ਸੀ, ਕੌਣ ਉੱਥੋਂ ਦੇ ਲੈਂਡ ਓਨਰ ਸੀ, ਉਹਦੇ 'ਚ ਹੋਰ ਡਿਟੇਲਸ ਉਹ ਦਿੱਤੀਆਂ ਹੋਣਗੀਆਂ। ਉਸ ਜ਼ਮੀਨ ਦਾ ਕਿੰਨਾ ਰੈਵਨਿਊ ਆਉਂਦਾ ਸੀ, ਬਹੁਤ ਸਾਰੀਆਂ ਚੀਜ਼ਾਂ ਹੋਰ ਹੁੰਦੀਆਂ ਨੇ ਉਹਦੇ ਵਿੱਚ, ਚਾਹੇ ਜਿਹੜੇ ਕਿ ਅਸੀਂ ਆਫੀਸ਼ੀਅਲ ਪੁਆਇੰਟ ਆਫ ਵਿਊ ਨਾ ਵੀ ਸਟੱਡੀ ਕਰ ਰਹੇ ਹੋਈਏ, ਤੇ ਉਹ ਸਾਨੂੰ ਡੇਟਾ ਮਿਲ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਆਰਕਾਈਵ ਵਿੱਚ ਮਟੀਰੀਅਲ ਹੈ, ਜਿਹੜੇ ਆਫੀਸ਼ੀਅਲ ਰਿਕਾਰਡ ਹੈ, ਇਹ ਆਫੀਸ਼ੀਅਲ ਪਰਸਪੈਕਟਿਵ ਜਾਂ ਇੰਟਰਪ੍ਰੀਟੇਸ਼ਨ ਦੀ ਗੱਲ ਨਹੀਂ ਹੁੰਦੀ ਸਿਰਫ, ਉਹਦੇ 'ਚ ਬਹੁਤ ਐਸਾ ਮਟੀਰੀਅਲ ਹੁੰਦਾ ਹੈ ਜਿਹੜਾ ਕਿ ਕੋਈ ਵੀ ਪਰਪਸ ਦੇ ਲਈ ਅਸੀਂ ਜਿਹੜਾ ਹੈ ਸਾਨੂੰ ਉਹ ਮਟੀਰੀਅਲ ਜ਼ਰੂਰੀ ਹੈ। ਜਿਸ ਤਰ੍ਹਾਂ ਹੁਣ ਤੁਸੀਂ ਦੇਖ ਲਓ ਕਿ ਸੈਟਲਮੈਂਟ, ਰੈਵਨਿਊ ਸੈਟਲਮੈਂਟ ਹੁੰਦੇ ਸੀ, ਤੇ ਮੰਨ ਲਓ 1850 ਦੇ ਵਿੱਚ ਕੋਈ ਪੰਜਾਬ ਦੇ ਵਿੱਚ ਰੈਵਨਿਊ ਸੈਟਲਮੈਂਟ ਹੋਇਆ, ਤੇ ਉਹ ਅਗਰ ਕੀਤਾ ਤੇ ਅੰਗਰੇਜ਼ਾਂ ਨੇ, ਔਰ ਉਹਨਾਂ ਦਾ ਪਰਪਸ ਤੇ ਇਹੀ ਸੀ ਕਿ ਅਸੀਂ ਜਿੰਨਾ ਟੈਕਸ ਲਗਾ ਸਕੀਏ ਉਹਨਾਂ ਲਗਾਈਏ।
पर वो ਜਿਹੜਾ ਪੂਰਾ ਜਿਹੜਾ ਸੈਟਲਮੈਂਟ ਆਫਿਸਰ ਹੈ ਉਹ ਜੋ ਸਰਵੇ ਕਰਦਾ ਹੈ ਤੇ ਉਹ ਜਿਹੜਾ ਡੇਟਾ ਉਹਦੇ 'ਚ ਲਿਖਦਾ ਹੈ, ਜਿਹੜੇ ਲੋਅਰ ਲੈਵਲ ਆਫੀਸ਼ੀਅਲ ਉਹਦੇ ਨਾਲ ਕੰਮ ਕਰਦੇ ਨੇ, ਕਾਨੂੰਗੋ ਹੈ, ਤਹਿਸੀਲਦਾਰ ਹੈ, ਵਿਲੇਜ ਹੈਡਮੈਨ ਹੈ, ਮੁਖੀਆ ਹੈ, ਜੋ ਵੀ ਹੈ, ਸਾਰਾ ਡੇਟਾ ਜਿਹੜਾ ਇਕੱਠਾ ਹੁੰਦਾ ਹੈ, ਜਿਹੜਾ ਉਹਦੇ 'ਚ ਰਿਕਾਰਡ ਹੁੰਦਾ ਹੈ, ਉਹ ਉਸ ਪੂਰੇ ਇਲਾਕੇ ਦਾ ਰਿਕਾਰਡ ਹੈ ਕਿ ਇੱਥੇ ਜ਼ਮੀਨਾਂ ਜਿਹੜੀਆਂ ਸੀ, ਕਿਹੜੀ ਕਮਿਊਨਿਟੀ ਸੀ, ਜਿਹੜੇ ਸੈਟਲਡ ਸੀ, ਇੱਥੇ ਜੱਟ ਸੀ ਕਿ ਇੱਥੇ ਅਹੀਰ ਸੀ ਕਿ ਇੱਥੇ ਸੈਣੀ ਸੀ, ਕੌਣ ਸੀ, ਇੱਥਾਂ ਦਾ ਸਿਸਟਮ, ਸਾਰਾ ਮਟੀਰੀਅਲ ਜਿਹੜੀ ਹੈ ਰਿਕਾਰਡ ਉਹਦੀ ਜਿਓਗ੍ਰਾਫੀ ਦੇ ਬਾਰੇ ਦੇ ਵਿੱਚ ਆਉਂਦਾ ਹੈ, ਉਹਦੀ ਕਲਾਈਮੇਟ ਦੇ ਬਾਰੇ ਦੇ ਵਿੱਚ ਆਉਂਦਾ ਹੈ। 100 ਚੀਜ਼ਾਂ ਉਹਦੇ ਵਿੱਚ ਲਿਖੀਆਂ ਹੋਈਆਂ ਸਾਨੂੰ ਮਿਲਦੀਆਂ ਨੇ ਜਿਹੜੀਆਂ ਕਿ ਅਸੀਂ ਯੂਜ਼ ਕਰ ਸਕਦੇ ਹਾਂ ਆਪਣੇ ਪਰਪਸ ਦੇ ਲਈ। ਤੇ ਆਫੀਸ਼ੀਅਲ ਰਿਕਾਰਡ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਆਫੀਸ਼ੀਅਲ ਜਿਹੜਾ ਪੁਆਇੰਟ ਆਫ ਵਿਊ ਹੈ ਇਸ ਕਰਕੇ ਉਹਦਾ ਸਾਨੂੰ ਕੀ ਫਰਕ ਪੈਂਦਾ ਹੈ। ਇਹ ਗੱਲ ਤਾਂ ਬਿਲਕੁਲ ਮੈਂ ਕਲੀਅਰ ਕਰ ਦੇਣਾ ਚਾਹੁੰਦੀ ਹਾਂ। ਬਹੁਤ ਐਗਜ਼ਾਮਪਲ ਮੈਂ ਦੇ ਸਕਦੀ ਹਾਂ, ਹੋਰ ਵੀ ਦੇ ਦਿਆਂਗੀ, ਜਿਸ ਤਰ੍ਹਾਂ ਮੈਂ ਤੁਹਾਨੂੰ ਬਾਕੀ ਪੰਜਾਬ ਦੇ ਮਟੀਰੀਅਲ ਦੇ ਬਾਰੇ ਵਿੱਚ ਵੀ ਮੈਂ ਬੋਲਣਾ ਚਾਹਾਂਗੀ। ਹਾਂਜੀ, ਪਰ ਆਰਕਾਈਵਸ ਦੇ, ਨੈਸ਼ਨਲ ਆਰਕਾਈਵਸ ਦਾ ਜਿੱਥੇ ਤੱਕ ਸਵਾਲ ਹੈ ਉਹਦਾ ਮੈਂ ਤੁਹਾਨੂੰ ਜਵਾਬ ਦਿੱਤਾ ਹੈ। ਜੀ ਠੀਕ, ਮੈਂ ਤੁਹਾਡਾ ਵੈਸੇ ਟਾਈਮ ਅੱਜ ਜ਼ਿਆਦਾ ਲੈ ਲਿਆ, ਬਟ ਤੁਸੀਂ ਬਹੁਤ ਐਫਰਟ ਨਾਲ ਸਾਡੇ ਕੋਲੇ ਅੱਜ ਇੱਥੇ ਆਏ ਹੋ, ਤਾਂ ਸਾਡੀ ਇੱਛਾ ਹੈ ਕਿ ਤੁਹਾਡਾ ਵੱਧ ਤੋਂ ਵੱਧ ਅਸੀਂ ਟਾਈਮ ਯੂਟਿਲਾਈਜ਼ ਕਰ ਲਈਏ ਤੇ ਜਾਣਕਾਰੀ। ਮੈਨੂੰ ਕੋਈ ਜਲਦੀ ਨਹੀਂ ਹੈ। ਤੇ ਮੈਡਮ, ਹੁਣ ਤੁਸੀਂ ਆਪਣਾ ਮੇਨ ਟੌਪਿਕ ਹੈ ਕਿ ਤੁਹਾਡਾ ਐਕਸਪੀਰੀਅੰਸ ਜਿਹੜਾ ਰਿਹਾ ਹੈ ਪੰਜਾਬ ਦੀ ਹਿਸਟਰੀ ਦੀ ਰਿਸਰਚ ਕਰਦੇ ਹੋਏ ਨੈਸ਼ਨਲ ਆਰਕਾਈਵਸ ਦੇ ਵਿੱਚ, ਤੇ ਨੈਸ਼ਨਲ ਆਰਕਾਈਵਸ ਅਤੇ ਹਿਸਟਰੀ ਦੇ ਕੀ ਰਿਲੇਸ਼ਨਸ਼ਿਪ ਨੇ, ਇਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਹਾਂ। ਔਰ ਮੈਂ ਸਿਰਫ ਨੈਸ਼ਨਲ ਆਰਕਾਈਵਸ ਦੀ ਗੱਲ ਨਹੀਂ ਕਰਨਾ ਚਾਹੁੰਦੀ, ਮੈਂ ਤੁਹਾਨੂੰ ਪੰਜਾਬ ਦੇ ਬਾਰੇ ਦੇ ਵਿੱਚ ਵੀ ਆਰਕਾਈਵਲ ਜਿਹੜਾ ਸਾਰਾ ਮਟੀਰੀਅਲ ਹੈ ਉਹਦੇ ਬਾਰੇ ਚ ਵੀ ਦੱਸਣਾ ਚਾਹਾਂਗੀ। ਇੱਕ ਤੇ ਜਿਹੜਾ ਬ੍ਰੌਡਰ ਲੈਵਲ ਤੇ ਹਿਸਟਰੀ ਔਰ ਆਰਕਾਈਵਸ ਦਾ ਜਿਹੜਾ ਮੈਂ ਇੱਕ ਸਵਾਲ ਤੁਹਾਡੇ ਸਾਹਮਣੇ ਰੱਖਿਆ ਹੈ, ਉਹਦੇ ਚ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗੀ ਕਿ ਆਫ ਕੋਰਸ ਹਿਸਟਰੀ ਲਿਖਣ ਦੇ ਲਈ ਸਾਡੇ ਕੋਲ ਬਹੁਤ ਸਾਰੇ ਸੋਰਸਿਸ ਹੁੰਦੇ ਨੇ, ਸਿਰਫ ਇੱਕ ਆਰਕਾਈਵਲ ਮਟੀਰੀਅਲ ਨਹੀਂ ਹੁੰਦਾ। ਆਰਕੀਟੈਕਚਰ ਵੀ ਇੱਕ ਸੋਰਸ ਹੈ, ਜਿਹੜੀਆਂ ਬਿਲਡਿੰਗ ਖੜੀਆਂ ਨੇ ਪੁਰਾਣੀਆਂ ਉਹ ਵੀ ਸਾਡਾ ਸੋਰਸ ਹੈ ਫॉर ਰਾਈਟਿੰਗ ਹਿਸਟਰੀ। ਬਹੁਤ ਸਾਰੇ ਕਈ ਲਿਟਰੇਚਰ ਜਿਹੜਾ ਹੈ ਫਿਕਸ਼ਨਲ ਲਿਟਰੇਚਰ, ਉਹ ਵੀ ਸਾਡਾ ਸੋਰਸ ਹੁੰਦਾ ਹਿਸਟਰੀ ਲਿਖਣ ਦਾ। ਅਗਰ ਮੈਂ ਫੋਕ ਹਿਸਟਰੀ ਲਿਖਣ ਜਾ ਰਹੀ ਹਾਂ ਤੇ ਨੈਚੁਰਲੀ ਮੈਂ ਜਿਹੜੇ ਸਾਰੇ ਸਾਡੇ ਪੁਰਾਣੇ ਫੋਕ ਟ੍ਰੈਡੀਸ਼ਨ ਹੈ ਉਹਦੇ 'ਚ ਮੈਂ ਜਾਵਾਂਗੀ, ਪੋਇਟਰੀ ਦੇਖਾਂਗੀ, ਮੈਂ ਭਗਤੀ ਪੋਇਟਰੀ ਦੇਖਾਂਗੀ, ਮੈਂ ਬਾਬਾ ਫਰੀਦ ਤੋਂ ਸ਼ੁਰੂ ਕਰ ਸਕਦੀ ਹਾਂ, ਮੈਂ ਬੁੱਲੇ ਸ਼ਾਹ ਦੇਖਾਂਗੀ। ਤੇ ਬਹੁਤ ਸਾਰੇ ਸੋਰਸਿਸ ਹੁੰਦੇ ਨੇ ਹਿਸਟੋਰੀਅਨ ਦੇ ਕੋਲ। ਆਰਕਾਈਵਸ ਉਹਨਾਂ ਚੋਂ ਇੱਕ ਹੈ, ਪਰ ਇੱਕ ਬਹੁਤ ਇੰਪੋਰਟੈਂਟ ਸੋਰਸ ਹੈ, ਇਸ ਲਈ ਕਿ ਜਿਹੜਾ ਪੋਲੀਟੀਕਲ ਔਰ ਇਕਨੋਮਿਕ ਖਾਸ ਕਰ ਡੇਟਾ ਹੈ ਉਹ ਬਹੁਤ ਸਾਰਾ ਸਾਨੂੰ ਜਿਹੜਾ ਹੈ ਆਰਕਾਈਵਸ ਦੇ ਵਿੱਚ ਮਿਲਦਾ ਹੈ। ਸੋਸ਼ਲ ਕਲਚਰਲ ਜਿਹੜਾ ਹੈ ਉਹ ਸਾਨੂੰ ਦੂਸਰੇ ਸੋਰਸਿਸ ਤੋਂ ਵੀ ਕਈ ਕੁਝ ਮਿਲ ਸਕਦਾ ਹੈ, ਪਰ ਇਹ ਜਿਹੜੀਆਂ ਚੀਜ਼ਾਂ ਨੇ ਤੇ ਕਿਸੇ ਵੀ ਸੁਸਾਇਟੀ ਦੇ ਲਈ ਉਸ ਵਕਤ ਦੇ ਜਿਹੜੇ ਸਰਕਾਰੀ ਰਿਕਾਰਡ ਨੇ ਔਰ ਆਰਕਾਈਵਸ ਦੇ ਵਿੱਚ ਹੁਣ ਮਾਡਰਨ ਪੀਰੀਅਡ ਦੇ ਵਿੱਚ ਤੇ ਅਖਬਾਰਾਤ ਜਿਸ ਤਰ੍ਹਾਂ ਨਿਊਜ਼ਪੇਪਰਸ ਬਹੁਤ ਇੰਪੋਰਟੈਂਟ ਸੋਰਸ ਹੈ ਜੋ ਕਿ ਆਫੀਸ਼ੀਅਲ ਨਹੀਂ ਹੈ, ਪਰ ਮਿਲਦਾ ਉਹ ਆਰਕਾਈਵਸ ਦੇ ਅੰਦਰ ਹੀ ਹੈ, ਉੱਥੇ ਇਕੱਠਾ ਹੁੰਦਾ ਹੈ ਨਾ ਉਹ ਡਾਕੂਮੈਂਟਰੀ ਰਿਕਾਰਡ ਤੇ ਆਰਕਾਈਵਸ ਦੇ ਵਿੱਚ ਆਉਂਦਾ ਹੈ। ਤੇ ਦੂਸਰੀ ਗੱਲ ਹੈ, ਅਸੀਂ ਇੱਥੇ ਨੈਸ਼ਨਲ ਆਰਕਾਈਵ ਦੀ ਗੱਲ ਕਰਦੇ ਹਾਂ ਤੇ ਅਸੀਂ ਸਰਕਾਰੀ ਗੱਲ ਕਰ ਰਹੇ ਹਾਂ, ਪਰ ਆਰਕਾਈਵ ਦਾ ਮਤਲਬ ਸਰਕਾਰੀ ਨਹੀਂ ਹੁੰਦਾ। ਕੋਈ ਵੀ ਚੀਜ਼ ਦਾ ਅਗਰ ਆਰਕਾਈਵਸ ਹੈ ਉਹ ਨॉन ऑफिशियल आर्काइव्स भी है, जिस तरह नेहरू मेमोरियल म्यूजियम एंड लाइब्रेरी है, that is also an archives, but it is not an official archives। ਉੱਥੇ ਜਿਹੜਾ ਕਲੈਕਸ਼ਨ ਹੈ ਕੀ ਹੈ, ਉੱਥੇ ਵੱਡੇ ਜਿਹੜੇ ਕਲੈਕਸ਼ਨ ਨੇ ਉੱਥੇ ਕੀ ਹੈਗੇ ਨੇ, ਪੋਲੀਟੀਕਲ ਪਾਰਟੀਜ਼ ਦੇ ਆਪਣੇ ਕਲੈਕਸ਼ਨ ਦਿੱਤੇ ਹੋਏ ਨੇ ਉੱਥੇ। ਆਲ ਇੰਡੀਆ ਕਾਂਗਰਸ ਕਮੇਟੀ ਦਾ ਪੂਰਾ ਰਿਕਾਰਡ ਜਿਹੜਾ ਨਹਿਰੂ ਮੈਮੋਰੀਅਲ ਲਾइब्रेरी ਦੇ ਕੋਲ ਹੈ, ਤੇ ਉਹ ਤਾਂ ਆਫੀਸ਼ੀਅਲ ਨਹੀਂ ਹੈ ਨਾ। ਇਹ ਤਾਂ ਫਰੀडम स्ट्रगल ਦੀ ਪਾਰਟੀ ਸੀ, ਉਹਦਾ ਪੂਰਾ ਰਿਕਾਰਡ ਹੈ। ਆਲ ਇੰਡੀਆ ਸਟੇਟਸ ਪੀਪਲ ਕਾਨਫਰੰਸ ਜਿਹੜੀ ਕਿ ਰਿਆਸਤਾਂ ਦੇ ਵਿੱਚ ਜਿਹੜੀ ਮੂਵਮੈਂਟ ਸੀ ਉਹਦਾ ਉਹਦੀ ਜਿਹੜੀ ਬੋਡੀ ਸੀ ਉਹਦਾ ਸਾਰਾ ਰਿਕਾਰਡ ਉੱਥੇ ਹੈ। ਇਸੇ ਤਰ੍ਹਾਂ ਹਿੰਦੂ ਮਹਾਸਭਾ
ਪਾਰਟੀ ਸੀ। ਹਿੰਦੂ ਮਹਾਸਭਾ ਪੇਪਰਸ ਜਿਹੜੇ ਨੇ ਉਹ ਨੈਸ਼ਨਲ ਆਰਕਾਈਵਸ ਦੇ ਵਿੱਚ ਨੇ। ਤੇ ਇਸ ਤਰ੍ਹਾਂ ਪ੍ਰਾਈਵੇਟ ਮਤਲਬ ਇੰਡੀਵਿਜੂਅਲਸ ਦੇ ਬਹੁਤ ਸਾਰੇ ਪੇਪਰਸ ਜਿਹੜੇ ਨੇ ਉਹ ਉੱਥੇ ਨੇ, ਜਵਾਹਰ ਲਾਲ ਨਹਿਰੂ ਤੋਂ ਸ਼ੁਰੂ ਕਰਕੇ ਉੱਥੇ ਚਾਹੇ ਉਹ ਸ਼ਾਮਾ ਪ੍ਰਸਾਦ ਮੁਖਰਜੀ ਪੇਪਰਸ ਨੇ ਬਹੁਤ ਵੱਡੇ, ਪੁਰਸ਼ੋਤਮ ਦਾਸ ਠਾਕੁਰ ਦਾਸ ਬਹੁਤ ਬੜੇ ਬਿਜ਼ਨਸ ਲੀਡਰ ਸੀ, ਉਹਨਾਂ ਦਾ ਇੰਨਾ ਵੱਡਾ ਕਲੈਕਸ਼ਨ ਹੈ ਕਿ ਉਹ ਅਗਰ ਅਲੱਗ ਕਿਤੇ ਰੱਖੇ ਜਾਣ ਤੇ ਪੂਰਾ ਆਪਣਾ ਇੱਕ ਆਰਕਾਈਵਸ ਹੀ ਬਣ ਜਾਏ। ਤੇ ਉਹਦੇ 'ਚ ਪੂਰੀ ਇੰਡੀਆ ਦੀ ਇੰਡਸਟਰੀ ਦੀ ਹਿਸਟਰੀ, ਫਿੱਕੀ ਦੀ ਹਿਸਟਰੀ, ਉੱਥੇ ਕਿਸ ਤਰ੍ਹਾਂ ਬਿਜ਼ਨਸ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਬਿਜ਼ਨਸ ਡਿਵੈਲਪ ਹੋਇਆ, ਗਵਰਨਮੈਂਟ ਦੇ ਨਾਲ ਕੀ ਰਿਲੇਸ਼ਨਸ਼ਿਪ ਹੈ, ਉਹਦੇ 'ਚ ਲੱਖਾਂ ਫਾਈਲਸ ਹੈ। ਤੇ ਇੱਕ ਇੱਕ ਕਲੈਕਸ਼ਨ ਜਿਹੜਾ ਹੈ ਉਹ ਇੰਨਾ ਰਿਚ ਹੈ। ਤੇ ਇਹਦੇ 'ਚ ਸਿਰਫ ਓਫੀਸ਼ੀਅਲ ਦੀ ਗੱਲ ਨਹੀਂ ਹੈ, ਤੇ ਆਰਗੇਨਾਈਜੇਸ਼ਨਸ ਹੈ, ਕਮਰਸ਼ੀਅਲ ਆਰਗੇਨਾਈਜੇਸ਼ਨ ਹੈ, ਜਿਸ ਤਰ੍ਹਾਂ ਕੋਈ ਚੈਂਬਰ ਆਫ ਕਾਮਰਸ ਹੈ, ਉਹ ਆਪਣੇ ਪੇਪਰ ਦੇ ਦਿੰਦਾ ਆਰਕਾਈਵਸ ਦੇ ਵਿੱਚ, ਤੇ ਉਹ ਵੀ ਉਸ ਦਾ ਕਲੈਕਸ਼ਨ ਉਹਦਾ ਹਿੱਸਾ ਬਣ ਜਾਂਦਾ ਹੈ। ਇਸੇ ਤਰ੍ਹਾਂ ਫਿਰ ਜਿਸ ਤਰ੍ਹਾਂ ਨਹਿਰੂ ਮੈਮੋਰੀਅਲ ਮਿਊਜ਼ੀਅਮ ਲਾਇਬ੍ਰੇਰੀ ਦੇ ਵਿੱਚ ਓਰਲ ਹਿਸਟਰੀ ਕਲੈਕਸ਼ਨ ਹੈ ਬਹੁਤ ਵੱਡਾ, ਕਿ ਉਹਨਾਂ ਨੇ ਇਹ ਸੋਚਿਆ ਕਿ ਇਹ ਇੱਕ ਲੈਕਿਊਨਾ ਹੈ ਇੱਥੇ। ਤੇ ਜਦੋਂ ਬਣਿਆ ਤੇ 65-66 ਦੇ ਵਿੱਚ ਜਦੋਂ ਕੰਮ ਸ਼ੁਰੂ ਕੀਤਾ ਉਹਨਾਂ ਨੇ, ਤੇ ਉਹਨਾਂ ਨੇ ਬਹੁਤ ਵੱਡੇ ਪੈਮਾਨੇ ਤੇ ਓਰਲ ਹਿਸਟਰੀ ਕਲੈਕਸ਼ਨ ਸ਼ੁਰੂ ਕੀਤਾ, ਖਾਸ ਕਰ ਸ਼ੁਰੂ ਫਰੀडम फाइटर्स ਤੋਂ ਕੀਤਾ, ਫਿਰ ਉਹਦੇ ਬਾਅਦ ਫੋਰਨ ਪਾਲਿਸੀ ਐਕਸਪਰਟ, ਬਿਊਰੋਕਰੈਟ, ਬਹੁਤ ਸਾਰੇ ਲੋਕਾਂ ਦੇ ਜਿਹੜੇ ਨੇ ਰਿਕਾਰਡ ਉੱਥੇ ਮਤਲਬ ਇੰਟਰਵਿਊਜ਼ ਕਰਕੇ ਉਹ ਪੂਰਾ ਰਿਕਾਰਡ ਹੈ। ਤੇ ਓਰਲ ਹਿਸਟਰੀ ਆਰਕਾਈਵਸ ਵੀ ਹੈ ਉੱਥੇ, ਤੇ ਇਹ ਸਾਰੀਆਂ ਚੀਜ਼ਾਂ ਆਰਕਾਈਵਸ ਦੇ ਅੰਡਰ ਆ ਜਾਂਦੀਆਂ ਨੇ। ਤੇ ਇਹਦੇ 'ਚ ਮੈਨੂੰ ਮਤਲਬ ਹਿਸਟਰੀ ਦੇ ਨਾਲ ਤੇ ਰਿਸ਼ਤਾ ਜਿਹੜਾ ਹੈ, ਤਾਂ ਮੈਂ ਕਿਹਾ ਇੰਟੀਮੇਟ ਰਿਲੇਸ਼ਨਸ਼ਿਪ, ਆਰਕਾਈਵਸ ਦੇ ਬਗੈਰ ਹਿਸਟਰੀ ਜਿਹੜੀ ਹੈ ਇਟ ਇਜ਼ ਇੰਪੋਸੀਬਲ। It is very, very important to have archives in order to be able to write the history. ਉਸ ਤੋਂ ਬਾਅਦ ਤੁਹਾਨੂੰ ਕੰਕਰੀਟ ਸਿਰਫ ਐਬਸਟਰੈਕਟ ਉਹਦੇ 'ਚ ਗੱਲ ਕਰਨ ਦਾ ਫਾਇਦਾ ਨਹੀਂ ਹੈ। ਮੈਂ ਕੁਝ ਕੰਕਰੀਟ ਐਗਜ਼ਾਮਪਲਸ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਦੱਸਣੀ ਆ, ਜੇ ਕਿ ਔਰ ਖਾਸ ਕਰ ਪੰਜਾਬ ਦੇ ਕੰਟੈਕਸਟ ਦੇ ਵਿੱਚ ਲੋਕਾਂ ਦੇ ਲਈ ਥੋੜਾ ਮਤਲਬ ਇੱਕ ਤਰ੍ਹਾਂ ਰਿਐਲਿਟੀ ਉਹਨਾਂ ਨੂੰ ਜ਼ਿਆਦਾ ਦਿਖਾਈ ਦੇਗੀ। ਜੀ ਜੀ ਜਸਟ ਵਨ ਸੈਕਿੰਡ, ਪਾਣੀ ਪੀ ਲਓ। ਹਾਂਜੀ, ਕੋਈ ਪ੍ਰੋਬਲਮ ਨਹੀਂ। ਉਨੀ ਦੇਰ ਮੈਂ ਇਧਰ ਆਡੀਅנס ਨਾਲ ਮੈਂ ਗੱਲ ਕਰ ਲੈਂਦੇ, ਤੁਸੀਂ ਜੇ ਹਾਂ ਅੱਛਾ। ਮੈਂ ਜਦੋਂ ਆਪਣਾ PhD ਦੇ ਲਈ ਕੰਮ ਸ਼ੁਰੂ ਕੀਤਾ ਤੇ ਦਿੱਲੀ ਦੇ ਵਿੱਚ ਮੇਰਾ ਜਿਹੜਾ ਰਿਸਰਚ ਸੀ ਉਹ ਅਗਰੇਰੀਅਨ ਸਟਰਕਚਰ, ਅਗਰੇਰੀਅਨ ਇਕੋਨਮੀ ਐਂਡ ਔਰ ਪੈਜ਼ੈਂਟ ਸਟਰਗਲਸ ਇਨ ਪੰਜਾਬ, ਇਸ ਤੇ ਮੈਂ ਰਿਸਰਚ ਕਰ ਰਹੀ ਸੀ। ਤੇ ਮੈਂ ਦਿੱਲੀ 'ਚ ਨੈਚੁਰਲੀ ਜੋ ਮਟੀਰੀਅਲ ਪਹਿਲਾਂ ਜੋ ਵੀ ਮੈਨੂੰ ਮਿਲਿਆ ਨੈਸ਼ਨਲ ਆਰਕਾਈਵਸ ਦੇ ਵਿੱਚ, ਫਿਰ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਦੇ ਵਿੱਚ, ਦਿੱਲੀ 'ਚ ਜਿਹੜੀਆਂ ਹੋਰ ਲਾਇਬ੍ਰੇਰੀਜ਼ ਨੇ, ਇਕਨੋਮਿਕ ਇੰਸਟੀਚਿਊਟ ਆਫ ਇਕਨੋਮਿਕ ਗਰੋਥ, ਦਿੱਲੀ ਸਕੂਲ ਆਫ ਇਕਨੋਮਿਕਸ, ਪੰਜਾਬ ਬੋਰਡ ਆਫ ਇਕਨੋਮਿਕ ਇਨਕੁਆਇਰੀ ਦੇ ਬਹੁਤ ਸਾਰੇ ਵੋਲਿਊਮਸ ਹੈਗੇ ਨੇ ਜਿਹੜੇ ਕਿ ਇੱਥੇ ਇਕਨੋਮਿਕ ਲਾਇਬ੍ਰੇਰੀਜ਼ ਦੇ ਵਿੱਚ ਮਿਲ ਗਏ। ਤੇ ਬਹੁਤ ਸਾਰਾ ਜੋ ਵੀ ਮਟੀਰੀਅਲ ਬਿਗਿਨਿੰਗ ਦੇ ਲਈ ਮੈਂ ਇੱਥੋਂ ਕਰਕੇ, ਫਿਰ ਮੈਨੂੰ ਜੋ ਥੋੜੀ ਬਹੁਤ ਮਤਲਬ ਇੱਕ ਪਿਕਚਰ ਬਣਨੀ ਸ਼ੁਰੂ ਹੋਈ, ਤੇ ਮੈਂ ਫਿਰ ਪੰਜਾਬ ਆਰਕਾਈਵਲ ਮਟੀਰੀਅਲ ਸ਼ੁਰੂ ਕੀਤਾ, ਮੈਂ ਉੱਥੇ ਜਾਣਾ। ਤੇ ਨੈਚੁਰਲੀ ਸਭ ਤੋਂ ਪਹਿਲਾਂ ਮੈਂ ਪੰਜਾਬ ਆਰਕਾਈਵਸ ਜਿਹੜਾ ਹੈ, ਪੰਜਾਬ ਸਟੇਟ ਆਰਕਾਈਵਸ ਉਸ ਵਕਤ ਨੇ ਪਟਿਆਲਾ, ਹਾਂਜੀ, ਤੇ ਇਟ ਯੂਜ਼ਡ ਟੂ ਬੀ ਇਨ ਦੈਟ ਓਲਡ ਬਿਲਡਿੰਗ ਬਾਰਾਂਦਰੀ ਹਾਂਜੀ ਹਾਂਜੀ ਹਾਂ, ਪੈਲੇਸ ਦੇ ਵਿੱਚ ਜਿਹੜਾ ਇੱਕ ਹਿੱਸਾ ਸੀ, ਉੱਥੇ ਸੀ ਲਾਇਬ੍ਰੇਰੀ ਸੀ, ਕਾਫੀ ਵੱਡੀ ਲਾਇਬ੍ਰੇਰੀ ਸੀ। ਔਰ ਫਿਰ ਦੂਸਰੇ ਜਿਹੜੇ ਮੈਨੂੰ ਇੰਟਰਸਟ ਹੋਰ ਵੀ ਹੈਗਾ ਸੀ ਪੈਜ਼ੈਂਟ ਸਟਰਗਲਸ ਦੇ ਵਿੱਚ ਤੇ ਪ੍ਰਿੰਸਲੀ ਤੇ ਜਿਹੜੇ ਪਟਿਆਲਾ ਦੇ ਆਪਣੇ ਰਿਕਾਰਡ ਸੀ, ਔਰ ਦੂਸਰੀਆਂ ਜਿਹੜੀਆਂ ਕਪੂਰਥਲਾ ਸਟੇਟ ਦੇ ਰਿਕਾਰਡ ਸੀ, ਨਾਭਾ ਸਟੇਟ ਦੇ ਰਿਕਾਰਡ ਸੀ, ਉਹ ਵੀ ਉੱਥੇ ਅਲੱਗ ਜਿਹੜੀ ਬਿਲਡਿੰਗ ਸੀ ਉੱਥੇ ਹੈਗੇ ਸੀ। ਉਹ ਸਾਰੇ ਬਸਤਿਆਂ ਦੇ ਵਿੱਚ ਹੁੰਦੇ ਸੀ ਰੱਖੇ ਹੋਏ, ਤਾਂ ਉਹ ਸਾਰਾ ਮਟੀਰੀਅਲ ਵੀ ਮੈਨੂੰ ਦੇਖਣ ਦਾ ਬਹੁਤ ਇੰਟਰਸਟ ਸੀ। ਤੇ ਮੈਂ ਫਿਰ ਬਹੁਤ ਦਿਨ
ਪਟਿਆਲੇ ਆ ਕੇ ਆਪਣੇ ਯੂਨੀਵਰਸਿਟੀ ਦੇ ਵਿੱਚ ਗੈਸਟ ਹਾਊਸ ਦੇ ਵਿੱਚ ਰਹਿ ਕੇ ਹੋਸਟਲ ਵਿੱਚ ਰਹਿ ਕੇ ਬਹੁਤ ਦਿਨ ਤੱਕ ਮੈਂ ਉੱਥੇ ਰਿਸਰਚ ਦੇ ਲਈ ਮੈਂ ਆਂਦੀ ਰਹੀ ਤੇ ਉਹ ਮੈਂ ਜਿਹੜਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਲੋਕਾਂ ਦੀ ਅਵੇਅਰਨੈਸ ਬੜੇ ਇਹਦੇ ਬਾਰੇ ਵਿੱਚ ਕਿ ਮਤਲਬ ਰਿਸਰਚ ਜਿਹੜਾ ਸੀ ਇਨ ਪੰਜਾਬ ਆਰਕਾਈਵਸ ਵਾਸ ਨਾਟ ਈਜ਼ੀ ਕਿਉਂਕਿ ਮੈਂ ਦੇਖਦੀ ਸੀ ਉੱਥੇ ਯੰਗ ਸਟੂਡੈਂਟਸ ਵੀ ਆਉਂਦੇ ਸੀ ਪਟਿਆਲੇ ਦੇ ਆਉਂਦੇ ਸੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਵੀ ਆਉਂਦੇ ਸੀ ਤੇ ਇੱਕ ਐਕਸਪਰਟੀਜ਼ ਜਿਸ ਤਰ੍ਹਾਂ ਹੁੰਦਾ ਹੈ ਕਿ ਵੀ ਬਹੁਤ ਕੋਈ ਟ੍ਰੇਨਡ ਹੋ ਕੇ ਨਹੀਂ ਆਉਂਦੇ ਸੀ ਵੀ ਕੀ ਲੱਭਣਾ ਹੈ ਕਿਸ ਤਰ੍ਹਾਂ ਕਰਨਾ ਹੈ ਤੇ ਦੇ ਯੂਜ਼ਡ ਟੂ ਬੀ ਫਲਾਊਂਡਰਿੰਗ तो इनफॉर्मली गलबात करके भी ਤੁਸੀਂ ਆਏ ਹੋ ਕਿਸ ਤਰ੍ਹਾਂ ਆਏ ਹੋ ਕਿਸ ਤਰ੍ਹਾਂ ਨਿਕਲੇ so I would start guiding them ਕਿ ਵੀ ਇਸ ਤਰ੍ਹਾਂ ਲੱਭਣਾ ਹੈ ਇਸ ਤਰ੍ਹਾਂ ਕਰਨਾ ਹੈ ਇਹ ਹੁੰਦਾ ਹੈ ਭੇਜ ਦਿੰਦੇ ਸੀ ਉਹਨਾਂ ਨੂੰ ਉੱਥੋਂ ਕਿ ਜਾਓ ਰਿਸਰਚ ਕਰਕੇ ਆਓ ਲਾਇਬ੍ਰੇਰੀ ਤੇ ਆਰਕਾਈਵਸ ਭੇਜ ਦਿੱਤਾ ਉਹਨਾਂ ਨੂੰ ਵਿਚਾਰੇ ਨੂੰ ਕੁਝ ਪਤਾ ਨਹੀਂ ਉਹ ਲਾਇਬ੍ਰੇਰੀਅਨ ਨੂੰ ਆ ਕੇ ਪੁੱਛਦੇ ਰਹਿੰਦੇ ਸੀ ਸਾਨੂੰ ਕੋਈ ਮਟੀਰੀਅਲ ਦੇ ਦਿਓ ਸਾਨੂੰ ਕੋਈ ਮਟੀਰੀਅਲ ਦੇ ਦਿਓ ਔਰ ਸਾਡੇ ਅਨਫੋਰਚੂਨੇਟਲੀ ਸਾਡੇ ਬਹੁਤ ਸਾਰੇ ਜਿਹੜਾ ਤਬਕਾ ਹੈ ਆਫ ਆਰਕਾਈਵਿਸਟਸ ਐਂਡ ਲਾਇਬ੍ਰੇਰੀਅਨਸ ਉਹਨਾਂ ਦਾ ਐਕਸਪਰਟੀਜ਼ ਚਾਹੇ ਹੋਏ ਪਰ ਉਹਨਾਂ ਦਾ ਜਿਹੜਾ ਟ੍ਰੇਨਿੰਗ ਹੈ ਹਾਊ ਟੂ ਡੀਲ ਵਿਦ ਰਿਸਰਚਰਸ ਐਂਡ ਹਾਊ ਟੂ ਡੀਲ ਵਿਦ ਕੰਜ਼ਿਊਮਰਸ that is not good ਉਹਨਾਂ ਦਾ ਐਟੀਟਿਊਡ ਜ਼ਿਆਦਾ ਹੁੰਦਾ ਕਿ ਮੈਂ ਆਪਣਾ ਜਿਹੜਾ ਹੈ ਨਾ ਇਹ ਮੇਰੇ ਕੰਟਰੋਲ ਵਿੱਚ ਹੈ ਇੱਕ ਮੇਰਾ ਬੜਾ ਵੈਲਿਊਬਲ ਚੀਜ਼ ਹੈ ਮੈਂ ਇਹਨੂੰ ਬਚਾ ਕੇ ਰੱਖਾਂ ਉਹਨਾਂ ਦਾ ਐਟੀਟਿਊਡ ਇਹ ਨਹੀਂ ਹੈ ਕਿ ਮੇਰੇ ਕੋਲ ਇੱਕ ਪ੍ਰਾਈਸਲੈਸ ਮਟੀਰੀਅਲ ਹੈ ਔਰ ਇਹਦੀ ਵੈਲਿਊ ਇਹ ਹੈ ਕਿ ਮੈਂ ਇਹਨੂੰ ਸ਼ੇਅਰ ਕਰਾਂ ਕਿਉਂਕਿ ਅਗਰ ਮੈਂ ਉਹਨੂੰ ਬਚਾ ਕੇ ਰੱਖਾਂਗਾ ਤਾਂ ਉਹਦੀ ਵੈਲਿਊ ਕੀ ਹੈ ਕਿਸੇ ਦੇ ਕੰਮ ਹੀ ਨਹੀਂ ਆਈ ਜਿਹੜੀ ਚੀਜ਼ ਤੇ ਉਹਦੀ ਵੈਲਿਊ ਕੀ ਹੈ ਤੇ ਸਭ ਤੋਂ ਪਹਿਲਾਂ ਤੇ ਹੁਣ ਮੈਨੂੰ ਨਹੀਂ ਪਤਾ ਬਦਲ ਗਿਆ ਹੋਏਗਾ ਆਈ ਹੋਪ ਪਰ ਮੇਰਾ ਜਿਹੜਾ ਐਕਸਪੀਰੀਅੰਸ ਸੀ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜੇ ਕੰਟਰੋਲ ਕਰਦੇ ਆ ਉੱਥੇ ਮਟੀਰੀਅਲ ਨੂੰ ਉਹਨਾਂ ਦਾ ਜਿਹੜਾ ਰੈਜ਼ਿਸਟੈਂਸ ਹੈ ਉਹਨੂੰ ਬ੍ਰੇਕ ਡਾਊਨ ਕਰਨਾ ਪੈਂਦਾ ਹੈ ਕਿਉਂ ਸਭ ਤੋਂ ਜ਼ਿਆਦਾ ਉਹ ਕੋਸ਼ਿਸ਼ ਕਰਦੇ ਨੇ ਉਹ ਤੁਹਾਨੂੰ ਥੋੜਾ ਬਹੁਤ ਕੁਝ ਦੇ ਕੇ ਕਿ ਕਿਸੇ ਤਰ੍ਹਾਂ ਤੁਸੀਂ ਮਤਲਬ ਬਾਏ ਬਾਏ ਬੋਲੋ ਤੇ ਚਲੇ ਜਾਓ ਪਿੰਡ ਛੱਡੋ ਸਾਡਾ ਯੂ ਆਰ ਨਾਟ ਇਨਕਰੇਜਡ ਕਿ ਸਾਡੇ ਕੋਲ ਬਹੁਤ ਹੈ ਮਟੀਰੀਅਲ ਤੁਸੀਂ ਬੈਠੋ ਤੁਸੀਂ ਕਰੋ ਅਸੀਂ ਤੁਹਾਨੂੰ ਦੇਵਾਂਗੇ ਅਸੀਂ ਤੁਹਾਨੂੰ ਹੈਲਪ ਕਰਾਂਗੇ ਇਹ ਐਟੀਟਿਊਡ ਜਿਹੜਾ ਹੈ ਨਹੀਂ ਹੈ ਔਰ ਇਹ ਬਹੁਤ ਜ਼ਰੂਰੀ ਹੈ ਬਹੁਤ ਵੱਡਾ ਫਰਕ ਹੈ ਜਿਹੜੇ ਮਾਡਰਨ ਆਰਕਾਈਵਲ ਤੁਸੀਂ ਅਗਰ ਤੁਸੀਂ ਮੈਨੂੰ ਇਹ ਵੀ ਕਿਹਾ ਕਿ ਤੁਸੀਂ ਦੁਨੀਆ ਛੋੜ ਜਗ੍ਹਾ ਵੀ ਗਏ ਹੋਗੇ ਆਪਣਾ ਆਰਕਾਈਵ ਦਾ ਐਕਸਪੀਰੀਅੰਸ ਦੱਸੋ ਤਾਂ ਸਭ ਤੋਂ ਵੱਡਾ ਕੰਟਰਾਸਟ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਮੈਨੂੰ ਫਿਰ ਮੌਕਾ ਮਿਲਿਆ 1977 ਦੀ ਗੱਲ ਹੈ ਮੈਂ ਇੰਡੀਅਨ ਕਾਉਂਸਲ ਫॉर ਹਿਸਟੋਰੀਕਲ ਰਿਸਰਚ ਵਾਸ ਨਾਈਸ ਇਨਫ ਉਹਨਾਂ ਨੇ ਮੈਨੂੰ ਫੈਲੋਸ਼ਿਪ ਦਿੱਤਾ ਕਿਉਂਕਿ ਮੈਨੂੰ ਪੰਜਾਬ ਦਾ ਮਟੀਰੀਅਲ ਬੜਾ ਜ਼ਰੂਰੀ ਚਾਹੀਦਾ ਸੀ ਉਹ ਪਾਕਿਸਤਾਨ ਵਿੱਚ ਸੀ ਉਹ ਇੱਥੇ ਹੈ ਨਹੀਂ ਸੀ ਉਹ ਸਿਰਫ ਇੰਗਲੈਂਡ ਵਿੱਚ ਸੀ ਉਹਦੀਆਂ ਕਾਪੀਜ਼ ਸਿਰਫ ਲੰਡਨ ਮਿਲਦੀਆਂ ਸੀ ਹਿੰਦੁਸਤਾਨ 'ਚ ਹੈ ਹੀ ਨਹੀਂ ਸੀ ਜੋ ਹੈਗਾ ਸੀ ਆਫੀਸ਼ੀਅਲ ਮਟੀਰੀਅਲ ਬਹੁਤ ਸਾਰਾ ਉਹ ਪਾਕਿਸਤਾਨ 'ਚ ਰਹਿ ਗਿਆ ਤੇ ਮੈਂ ਫਿਰ ਜਦ ਉੱਥੇ ਮੈਂ ਗਈ ਔਰ ਇੰਡੀਆ ਆਫਿਸ ਰਿਕਾਰਡਸ ਇੰਡੀਆ ਆਫਿਸ ਲਾਇਬ੍ਰੇਰੀ ਐਂਡ ਰਿਕਾਰਡਸ ਦੇ ਵਿੱਚ ਮੈਂ ਜਿਹੜਾ ਉੱਥੇ ਮੈਂ ਕੰਮ ਕੀਤਾ 6 ਮਹੀਨੇ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਜਿਹੜਾ ਡਿਫਰੈਂਸ ਇਨ ਐਟੀਟਿਊਡ ਮੈਂ ਦੇਖਿਆ ਇੰਨਾ ਕੰਟਰਾਸਟ ਹਾਲਾਂਕਿ ਅਸੀਂ ਉੱਥੇ ਫੋਰਨਰ ਆ ਜੀ ਅਸੀਂ ਕੋਈ ਆਪਣਾ ਹੱਕ ਵੀ ਨਹੀਂ ਜਮਾ ਸਕਦੇ ਜਿਸ ਤਰ੍ਹਾਂ ਕਿ ਆਪਣੇ ਕੰਟਰੀ 'ਚ ਜਮਾ ਸਕਦੇ ਆ ਕਿ ਮੇਰਾ ਮਟੀਰੀਅਲ ਹੈ ਮੈਨੂੰ ਦਿਓ ਬਟ ਜਿਸ ਤਰੀਕੇ ਦੇ ਨਾਲ ਤੁਹਾਨੂੰ ਟ੍ਰੀਟ ਕੀਤਾ ਜਾਂਦਾ ਐਜ਼ ਅ ਸਕਾਲਰ ਜਿੰਨੀ ਕੋਸ਼ਿਸ਼ ਕੀਤੀ ਜਾਏਗੀ ਕਿ ਜ਼ਿਆਦਾ ਤੋਂ ਜ਼ਿਆਦਾ ਜਲਦੀ ਤੋਂ ਜਲਦੀ ਮਟੀਰੀਅਲ ਤੁਹਾਨੂੰ ਜਿਹੜਾ ਬਰਾਮਦ ਕੀਤਾ ਜਾਏ ਤਾਂ ਕਿ ਜਿੰਨਾ ਜ਼ਿਆਦਾ ਤੁਸੀਂ ਕੰਮ ਕਰ ਸਕਦੇ ਹੋ ਮੈਂ ਇੱਕ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਾਂ ਕੁਝ ਪੇਪਰ ਸੀ ਪ੍ਰਾਈਵੇਟ ਪੇਪਰਸ ਉੱਥੇ ਜਿਹੜੇ 'ਚ ਮੈਂ ਇੰਟਰਸਟਿਡ ਸੀ ਜਿਹੜੇ ਉਹਨਾਂ ਕੋਲ ਆ ਗਏ ਸੀ ਪਰ ਉਹਨਾਂ ਨੇ ਅਜੇ ਉਹਨਾਂ ਨੂੰ ਪ੍ਰੋਸੈਸ ਨਹੀਂ ਸੀ ਕੀਤਾ ਮਤਲਬ ਉਹਦੀ ਇੰਡੈਕਸਿੰਗ ਹੁੰਦੀ ਹੈ ਸੌਰਟ ਆਊਟ ਹੁੰਦੇ ਨੇ ਫਾਈਲਾਂ ਬਣਦੀਆਂ ਨੇ ਪ੍ਰੋਪਰਲੀ ਪ੍ਰੀਜ਼ਰਵ ਵਗੈਰਾ ਕਰਕੇ ਤਦ ਤੁਸੀਂ ਸਕਾਲਰ ਨੂੰ ਦਿੰਦੇ ਹੋ ਕੋਈ ਡੋਨੇਟ ਕਰ ਦਿੰਦਾ ਤਾਂ ਉਸ ਤਰ੍ਹਾਂ ਹੀ ਨਹੀਂ ਤੁਸੀਂ ਦੇ ਦਿੰਦੇ ਤੇ ਇੱਕ ਪੰਜਾਬ ਦੇ ਬੜੇ ਇੰਪੋਰਟੈਂਟ ਜਿਸ ਤਰ੍ਹਾਂ ਆਫੀਸ਼ੀਅਲ ਸੀ ਬ੍ਰੇਨ BRAYNEFL ਬ੍ਰੇਨ ਉਹ ਅਗਰੇਰੀਅਨ ਇਸ਼ੂਜ਼ ਦੇ ਵਿੱਚ ਕਾਫੀ ਐਕਟਿਵ ਸੀ
ਰੂਰਲ ਡਿਵੈਲਪਮੈਂਟ ਵਗੈਰਾ ਬਹੁਤ ਕੁਝ ਉਹਨਾਂ ਨੇ ਕੀਤਾ ਸੀ 30s 40s ਦੇ ਵਿੱਚ। ਤੇ ਮੈਂ ਇੰਡੀਆ ਵਾਪਸ ਆਣਾ ਸੀ, ਮੇਰੇ ਕੋਲ ਟਾਈਮ ਬਹੁਤ ਘੱਟ ਸੀ, ਲਾਸਟ ਸ਼ਾਇਦ ਵੀਕ ਸੀ ਮੇਰੇ ਕੋਲ। ਮੈਨੂੰ ਪਤਾ ਲੱਗਾ ਕਿ ਇਹਨਾਂ ਕੋਲ ਬ੍ਰੇਨ ਦੇ ਪੇਪਰਸ ਆ ਗਏ ਨੇ, ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤਾ, ਮੈਂ ਕਿਹਾ ਵੀ ਮੈਂ ਤੇ ਇੰਡੀਆ ਚਲੀ ਜਾ ਰਹੀ ਹਾਂ, ਮੈਂ ਤੇ ਦੁਬਾਰਾ ਨਹੀਂ ਆ ਸਕਾਂਗੀ, ਇਹ ਮੇਰੇ ਲਈ ਪੇਪਰਸ ਬਹੁਤ ਜ਼ਰੂਰੀ ਨੇ, ਕਿਉਂਕਿ ਹੋ ਸਕਦਾ ਹੈ ਮੇਰਾ ਕੁਝ ਬੜਾ ਕ੍ਰੂਸ਼ਲ ਮਟੀਰੀਅਲ ਇਹਦੇ ਵਿੱਚੋਂ ਮੈਨੂੰ ਮਿਲ ਜਾਏ, ਤੇ ਕਿਸ ਤਰ੍ਹਾਂ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਅਸੀਂ ਤਾਂ ਜੇ ਪ੍ਰੋਸੈਸ ਹੀ ਨਹੀਂ ਕੀਤਾ, ਇਸ ਤਰ੍ਹਾਂ ਦੇ ਇਸ ਤਰ੍ਹਾਂ ਡੱਬੇ ਪਏ ਹੋਏ ਨੇ। ਮੈਂ ਕਿਹਾ ਜਿਸ ਤਰ੍ਹਾਂ ਵੀ ਹੈ ਮੈਂ ਦੇਖਣੇ ਹੈ, ਤੁਸੀਂ ਜਿਸ ਤਰ੍ਹਾਂ ਵੀ ਹੋ ਸਕਦਾ ਮੈਨੂੰ ਹੈਲਪ ਕਰੋ। ਯੂ ਵੋਂਟ ਬਿਲੀਵ ਇਟ, ਉਹਨਾਂ ਨੇ ਜੋ ਕਦੀ ਨਹੀਂ ਉਹ ਕਰਦੇ, ਉਸੇ ਤਰ੍ਹਾਂ ਮਟੀਰੀਅਲ ਜਿਹੜਾ ਸੀ ਕਿ ਯੂ ਮਸਟ ਬੀ ਵੈਰੀ ਕੇਅਰਫੁਲ, ਯੂ ਮਸਟ ਡੂ ਦਿਸ, ਬਿਲਕੁਲ ਬਿਲਕੁਲ ਉਹ ਤਾਂ ਸਾਰਾ ਵੀ ਵਿਲ ਡੂ, ਬਟ ਉਹਨਾਂ ਨੇ ਡੱਬੇ ਦੇ ਡੱਬੇ ਲਿਆ ਕੇ ਮੇਰੇ ਸਾਹਮਣੇ ਰੱਖ ਦਿੱਤੇ। ਕੀ ਬਾਤ। और I was the first person to open those boxes and take them out, you know, see the letters, diaries, everything, you know. नहीं तो कह सकते सी कि असी नहीं कर सकते, you know. I am not sure कि असी किसी foreigner नो अगर वो नेशनल आर्काइव्स च आए या इवन नेहरू मेमोरियल म्यूजियम और लाइब्रेरी च आए जिथे के स्टाफ बहुत ज़्यादा हेल्पफुल है, फिर भी असी इन्ना हेल्प करांगे कि बगैर प्रोसेस किया मटीरियल दे सामने रख देंगे कि हाँ भी एटीट्यूड की गल है कि स्कॉलर है और साडा काम की है एज आर्काइविस्ट, वी आर हियर बिकॉज ऑफ स्कॉलर्स, आवर जॉब इज टू हेल्प द स्कॉलर। ये एटीट्यूड जब तक नहीं होएगा ना, वी हैव टू फाइट फॉर दिस, we have to see to it that our archivists and librarians are trained in this way. They go out of their way to help the scholar, not try to save the material. No? ਆਪਣੇ ਇੱਥੇ ਮੇਰਾ ਇੱਕ ਸਾਥੀ ਸੀ ਉੱਥੇ, ਜਦ ਮੈਂ ਪੰਜਾਬ ਪਟਿਆਲੇ ਆਰਕਾਈਵਸ ਵਿੱਚ ਮੈਂ ਕੰਮ ਕਰ ਰਹੀ ਸੀ, ਤੇ ਇੱਕ ਉਹ ਦਿੱਲੀ 'ਚ ਮੇਰੇ ਬਹੁਤ ਅੱਛੇ ਫਰੈਂਡ ਬਣ ਗਏ ਸੀ, ਅਮਰੀਕਨ ਇੱਕ ਸਕਾਲਰ ਸੀ, ਉਹ ਰਣਜੀਤ ਸਿੰਘ ਤੇ ਕੰਮ ਕਰ ਰਹੇ ਸੀ, ਤੇ ਉਹ ਰਣਜੀਤ ਸਿੰਘ ਦੇ ਰੈਵਨਿਊ ਰਿਕਾਰਡ ਦੇਖ ਰਹੇ ਸੀ, ਪੁਰਾਣਾ ਪਰਸ਼ੀਅਨ ਸ਼ਿਕਸਤ ਵਾਲਾ, ਔਰ ਇੰਨੀ ਮਿਹਨਤ ਉਹਨਾਂ ਨੇ ਕੀਤੀ ਸੀ ਕਿ ਉਹ ਇੱਕ ਸ਼ਾਰਟ ਹੈਂਡ ਫਾਰਮ ਹੁੰਦਾ ਪਰਸ਼ੀਅਨ ਦਾ ਜਿਹਨੂੰ ਸ਼ਿਕਸਤ ਕਹਿੰਦੇ ਨੇ, ਉਹ ਉਹਨਾਂ ਨੇ ਸਿੱਖਿਆ, ਔਰ ਰਾਜਸਥਾਨ ਜਾ ਕੇ ਟੋਂਕ ਵਿੱਚੋਂ ਇੱਕ ਸਕਾਲਰ ਨੂੰ ਜਿਹੜਾ ਅਰਬੀ ਫਾਰਸੀ ਜਾਣਦਾ ਸੀ, ਪੁਰਾਣਾ ਟ੍ਰੈਡੀਸ਼ਨਲ ਟਾਈਪ ਦਾ ਇੱਕ ਟ੍ਰੇਨਡ ਸੀ, ਉਹਨੂੰ ਨਾਲ ਲੈ ਕੇ ਆਏ, ਕਿਰਾਏ ਤੇ ਮਕਾਨ ਲਿਆ ਪਟਿਆਲੇ ਦੇ ਵਿੱਚ, ਔਰ ਉੱਥੇ 6 ਮਹੀਨੇ ਰਹਿ ਕੇ ਪੂਰੀ ਰਿਸਰਚ ਉਹ ਕਰ ਰਹੇ ਸੀ। ਬਟ ਆਈ ਜਸਟ ਵਾਂਟ ਟੂ ਸ਼ੇਅਰ ਵਿਦ ਯੂ ਦੈਟ ਹੀ ਵਾਸ ਸੋ ਫਰਸਟ੍ਰੇਟਡ ਬਿਕੋਜ਼ ਉਹਨਾਂ ਨੂੰ ਹੈਲਪ ਕਰਨ ਦੀ ਬਜਾਏ ਜਿਹੜੇ ਲਾਇਬ੍ਰੇਰੀਅਨਸ ਵਗੈਰਾ ਸੀ, ਉਹ ਹਰ ਪੁਆਇੰਟ ਦੇ ਵਿੱਚ ਕੋਸ਼ਿਸ਼ ਕਰਦੇ ਸੀ ਕਿ ਇਹਨਾਂ ਤੋਂ ਅਸੀਂ ਕੁਝ ਕੱਢ ਲਈਏ। ਇਹ ਨਹੀਂ ਕਿ ਇੰਨੀ ਦੂਰੋਂ ਇੱਕ ਬੰਦਾ ਆਇਆ ਹੈ ਆਪਣੇ ਘਰ-ਬਾਰ ਛੱਡ ਕੇ 2 ਕਮਰੇ ਦੇ ਇੱਕ ਮਕਾਨ ਦੇ ਵਿੱਚ ਉਹ ਪਟਿਆਲੇ ਦੇ ਵਿੱਚ ਰਹਿ ਰਿਹਾ ਹੈਗਾ, ਇੱਕ ਅਮਰੀਕਨ ਸਕਾਲਰ ਜਿਹੜਾ ਕਿ ਪੂਰੇ ਦੁਨੀਆ ਦੇ ਲਗਜ਼ਰੀ 'ਚ ਰਹਿ ਸਕਦਾ ਹੈ, ਅਸੀਂ ਉਹਨੂੰ ਹੈਲਪ ਕਰੀਏ, ਉਹਨੂੰ ਕਰੀਏ। ਉਹ ਇੰਨੇ ਫਰਸਟ੍ਰੇਟ ਹੋ ਗਏ ਇੱਕ ਪੁਆਇੰਟ ਤੇ ਕਿ ਉਹ ਮਤਲਬ I had to really go out of my way to help him, calm him down and explain and all that, and you know say कि देखो है साढ़े इत्थे problem, doesn't matter, we will solve it some way. But it was very, and I contrasted my example, मेरे नाल जेड़ा ट्रीटमेंट मैं एक इंग्लैंड दे विच मेरे नाल होया, और असी एक ट्रीटमेंट एक फॉरेनर स्कॉलर दे नाल जेड़े साडी हिस्ट्री ते काम कर रहा है, रंजीत सिंह दी हिस्ट्री ते ऐसा काम कर रहा जेड़ा कोई इंडियन नहीं कर रहा, किसी पंजाबी ने कोशिश नहीं की जाके शिकस्त सीखण दी। वो रिकॉर्ड जेड़ा सी वो अनडिसाइफर्ड रह जाना सी, यू नो, पर सानू ओदी इज्जत नहीं सी, ते अपनी कमजोरियां भी देखना जरूरी है। बिल्कुल बिल्कुल मैडम, एक ਇਹਦੇ ਵਿੱਚ ਗੱਲ ਮੈਂ ਐਡ ਕਰਨਾ ਚਾਹੁੰਦਾ ਵੀ ਆਪਣੇ ਸਾਹਮਣੇ ਹੁਣੇ ਵੀ ਇੰਪੋਰਟੈਂਟ ਗੱਲ ਕੀ ਹੈ ਵੀ ਆਪਣੇ ਉਹਨਾਂ ਕਲਰਕਾਂ ਨੂੰ ਇਹ ਲੱਗਦਾ ਹੋਣਾ ਵੀ ਆਪਦਾ ਕੈਰੀਅਰ ਬਣਾ ਰਿਹਾ, ਇਹ ਨਹੀਂ ਸੋਚ ਰਹੇ ਕਿ ਪੰਜਾਬ ਦੀ ਹਿਸਟਰੀ ਨੂੰ ਵਰਲਡ ਲੈਵਲ ਤੇ ਲੈ ਕੇ ਜਾ ਰਿਹਾ ਬੰਦਾ। ਤੇ ਮੈਡਮ ਤੁਸੀਂ ਉਹਦਾ ਨਾਮ ਦੱਸ ਸਕਦੇ ਹੋ, ਕੋਈ ਬੁੱਕ ਜਿਹੜੀ ਉਹਨਾਂ ਨੇ ਲਿਖੀ ਹੋਵੇ ਜਿਹੜੀ ਅੱਜ ਵੀ ਆਪਾਂ ਥੋੜਾ ਦੇਖ ਸਕੀਏ ਵੀ ਕੀ ਉਸ ਰਿਸਰਚ ਦਾ ਅੱਗੇ ਨਿਕਲਿਆ ਆਊਟਕਮ ਹੋਇਆ, ਜੇ
ਉਹਨਾਂ ਨੇ ਯਾਦ ਨਾ ਹੋਵੇ। ਅਸਲ 'ਚ ਉਸ ਟਾਈਮ ਕੀ ਸੀ ਕਿ ਉਹਨਾਂ ਨੇ ਨਾ ਉਹ ਬੁੱਕ ਤੇ ਛਾਪੀ ਨਹੀਂ, ਪਰ ਉਹਨਾਂ ਦਾ ਥੀਸਿਸ ਹੈ। ਅੱਛਾ ਅੱਛਾ। ਉਹਨਾਂ ਦਾ ਨਾਮ ਸੀ ਚਾਰਲਸ ਹਾਲ, ਚਾਰਲਸ ਜੇ ਹਾਲ, ਔਰ ਯੂਨੀਵਰਸਿਟੀ ਆਫ ਇਲੀਨੋਇਸ ਸ਼ੈਂਪੇਨ ਅਰਬਾਨਾ, ਬਲੇਅਰ ਕਿੰਗ ਸੁਪਰਵਾਈਜ਼ਰ ਸੀ, ਪ੍ਰੋਫੈਸਰ ਬਲੇਅਰ ਕਿੰਗ, ਉਹਨਾਂ ਦੇ ਅੰਡਰ ਉਹ ਥੀਸਿਸ ਹੈ। ਉਹ ਜ਼ਰੂਰ ਉਹ ਥੀਸਿਸ ਅੱਜ ਕੱਲ੍ਹ ਤੇ ਸਭ ਕੁਝ ਡਿਜੀਟਾਈਜ਼ਡ ਫਾਰਮ ਦੇ ਵਿੱਚ ਮਿਲ ਜਾਂਦਾ ਹੈ, ਔਨ ਦ ਰੈਵਨਿਊ ਰਿਕਾਰਡਸ ਆਫ ਰਣਜੀਤ ਸਿੰਘ। ਓਕੇ, ਮਿਸ ਹੋ ਸਕਦਾ ਮੇਰੇ ਕੋਲ ਕਿਤੇ ਉਹਨਾਂ ਦੇ ਥੀਸਿਸ ਦੀ ਕਾਪੀ ਵੀ ਪਈ ਹੋਏ। ਠੀਕ ਹੈ ਠੀਕ ਹੈ। ਸ਼ਾਇਦ ਨਾ ਵੀ ਹੋਏ, ਬਹੁਤ ਪੁਰਾਣੀ ਗੱਲ ਹੈ, 50 ਸਾਲ 40 45 ਸਾਲ ਹੋ ਗਏ, ਤੇ ਫਿਰ ਵੀ ਮਤਲਬ ਮੈਂ ਇੱਕ ਕਹਿੰਦੇ ਫਿਰ ਉਹਦੇ ਬਾਅਦ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਾਂ। ਫਿਰ ਮੈਂ ਪੰਜਾਬ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਮੈਂ ਟਰੈਵਲ ਕੀਤਾ। ਮੈਨੂੰ ਰੈਵਨਿਊ ਰਿਕਾਰਡਸ ਦੇਖਣ ਦਾ ਬਹੁਤ ਉਹ ਸੀ, ਜ਼ਰੂਰੀ ਦੇਖਣਾ ਚਾਹ ਰਹੀ ਸੀ, ਅਗਰੇਰੀਅਨ ਸਟਰਕਚਰ ਪੂਰਾ ਸਟੱਡੀ ਕਰਨ ਦੇ ਲਈ। ਤੇ ਬੜੀ ਮੁਸ਼ਕਿਲ ਦੇ ਨਾਲ ਮੈਨੂੰ ਪੰਜਾਬ ਸੈਕਟਰੀਏਟ ਦੇ ਵਿੱਚ ਬੜੇ ਦਿਨ ਚੱਕਰ ਲਗਾਏ, ਉੱਥੇ ਡੇਰਾ ਪਾਇਆ ਜਾ ਕੇ ਚੰਡੀਗੜ੍ਹ ਦੇ ਵਿੱਚ, ਸੁਬਹ ਸ਼ਾਮ ਮਿੰਨਤਾਂ ਕਰਾਈਆਂ, ਸਿਫਾਰਸ਼ਾਂ ਕਰਵਾਈਆਂ, ਬਹੁਤ ਕੁਝ ਕਰਕੇ ਮੈਨੂੰ ਪਰਮਿਸ਼ਨ ਮਿਲੀ ਕਿ ਹਾਂ ਇਹਨਾਂ ਨੂੰ ਡਿਸਟ੍ਰਿਕਟ ਜਿਹੜੇ ਰਿਕਾਰਡਸ ਨੇ ਉਹ ਐਕਸੈਸ ਮਿਲ ਜਾਏ। ਕਿਉਂਕਿ ਉਸ ਤੋਂ ਪਹਿਲਾਂ ਮੈਂ ਟਰਾਈ ਕਰ ਚੁੱਕੀ ਸੀ, ਪਰ ਹਰ ਚੀਜ਼ ਨੂੰ ਕੌਨਫੀਡੈਂਸ਼ੀਅਲ ਕਹਿ ਦਿੰਦੇ ਨੇ ਡਿਸਟ੍ਰਿਕਟ ਲੈਵਲ ਤੇ, ਹਰ ਚੀਜ਼ ਕੌਨਫੀਡੈਂਸ਼ੀਅਲ ਹੈ। 100 ਸਾਲ ਪੁਰਾਣਾ ਰੈਵਨਿਊ ਰਿਕਾਰਡ ਹੈ, ਉਹ ਵੀ ਕੌਨਫੀਡੈਂਸ਼ੀਅਲ ਹੈ। ਅਰੇ ਵੀ ਕੀ ਉਹਦੇ ਚ ਕੌਨਫੀਡੈਂਸ਼ੀਅਲ ਰਹਿ ਗਿਆ? देयर इज नथिंग कॉन्फिडेंशियल, क्योंकि तद मार्क कर देता कॉन्फिडेंशियल तो हुन भी कॉन्फिडेंशियल हो गया। इसी तरह पोलिटिकल फाइल्स ਜਿਹੜੀਆਂ ਡਿਸਟ੍ਰਿਕਟ ਲੈਵਲ ਤੇ ਹੁੰਦੀਆਂ ਨੇ, ਉਹ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਵਿੱਚ ਅਲੱਗ ਅਲਮਾਰੀ 'ਚ ਰੱਖੀਆਂ ਜਾਂਦੀਆਂ ਨੇ, ਉਹਨੂੰ ਕੌਨਫੀਡੈਂਸ਼ੀਅਲ ਇੱਕ ਰਜਿਸਟਰ ਹੁੰਦਾ ਹੈ, ਉਸ 'ਚ ਪੋਲੀਟੀਕਲ ਫਾਈਲਸ ਹੁੰਦੀਆਂ ਨੇ, ਉਹ ਵੀ ਕਹਿ ਦਿੰਦੇ ਕੌਨਫੀਡੈਂਸ਼ੀਅਲ ਹੈ ਜੀ, ਤੁਸੀਂ ਨਹੀਂ ਦੇਖ ਸਕਦੇ। ਤੇ ਮੈਂ ਪਹਿਲਾਂ ਟਰਾਈ ਕਰ ਚੁੱਕੀ ਸੀ ਅਨਸਕਸੈਸਫੁਲੀ, ਪਰ ਮੈਨੂੰ ਪਤਾ ਸੀ ਇਹ ਸਾਰਾ ਮਟੀਰੀਅਲ ਹੈ, क्योंकि आई न्यू सम स्कॉलर्स हैड एक्सेस टू रेवेन्यू रिकॉर्ड थे डिस्ट्रिक्ट लेवल ते हुंदा ये पूरा रिकॉर्ड ऑफिस की है, हर डिस्ट्रिक्ट ਦਾ ਰਿਕਾਰਡ ਆਫਿਸ ਹੈ। ਪੰਜਾਬ ਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਾਂ, ਤੁਸੀਂ ਤਾਂ ਜਿਹੜੇ ਲੋਕਲ ਲੋਕ ਹੋ ਤੁਸੀਂ ਐਕਸੈਸ ਕਰ ਸਕਦੇ ਹੋ, ਮੇਰਾ ਤੇ ਹੋਰ ਪ੍ਰੋਬਲਮ ਸੀ ਕਿ ਮੈਨੂੰ ਹਰ ਚੀਜ਼ ਦੇ ਲਈ ਦਿੱਲੀ ਤੋਂ ਆਣਾ ਪੈਂਦਾ ਸੀ। ਆਈ ਵਾਸ ਨਾਟ ਅ ਲੋਕਲ ਪਰਸਨ ਜਿਹੜੇ ਕਿ ਮੈਂ ਉੱਥੇ ਰਹਿ ਕੇ ਰੋਜ਼ ਐਕਸੈਸ ਕਰ ਸਕਦੀ ਸੀ। ਮੈਂ 15 ਦਿਨ ਲਈ ਆਉਂਦੀ ਸੀ, ਮਹੀਨੇ ਦੇ ਲਈ ਆਉਂਦੀ ਸੀ, ਫਿਰ ਮੈਨੂੰ ਵਾਪਸ ਜਾਣਾ ਸੀ। ਆਈ ਹੈਡ ਅ ਟੀਚਿੰਗ ਜੌਬ ਟੂ ਡੂ, ਉਹਦੇ ਵਿੱਚ ਮੈਨੂੰ ਸਾਰਾ ਕੁਝ ਕਰਨਾ ਪੈਂਦਾ ਸੀ। ਤੇ ਜਿਸ ਤਰ੍ਹਾਂ ਹੁਣ ਤੁਹਾਡਾ ਡਿਸਟ੍ਰਿਕਟ ਦੇ ਵਿੱਚ ਰਿਕਾਰਡ ਆਫਿਸ ਹੈ, ਉਸੇ ਤਰ੍ਹਾਂ ਤੁਹਾਡਾ ਡਿਵੀਜ਼ਨਲ ਲੈਵਲ ਤੇ ਹੈ। ਪੁਰਾਣੇ ਜਿਹੜੇ ਡਿਵੀਜ਼ਨਲ ਹੈਡਕੁਆਟਰਸ, ਜਿਸ ਤਰ੍ਹਾਂ ਅੰਬਾਲਾ ਸੀ, ਅੰਬਾਲਾ ਦਾ ਪੂਰਾ ਇੱਕ ਡਿਵੀਜ਼ਨ ਸੀ, ਉਹਦੇ ਥੱਲੇ ਜਿਹੜੇ 4-5 ਡਿਸਟ੍ਰਿਕਟ ਸੀ, ਕਰਨਾਲ ਵਗੈਰਾ, ਮੈਨੂੰ ਇਸ ਵਕਤ ਮਤਲਬ ਕੁਰੂਕਸ਼ੇਤਰਾ, ਇਹ ਸਾਰੇ ਅੰਬਾਲਾ ਡਿਵੀਜ਼ਨ ਹੈ। ਪਰ ਅੰਬਾਲਾ ਹੈਡ ਅ ਬਿਊਟੀਫੁਲ रिकॉर्ड ऑफिस। अच्छा देखो, हर एक रिकॉर्ड ऑफिस दी अपनी एक ट्रेडिशन भी होती है। कोई रिकॉर्ड ऑफिस बहुत अच्छे मेंटेन्ड होंगे ने, बहुत अच्छे मेंटेन्ड होंगे ने, उत्थे तुसीं जाओ थानू मतलब इस तरह थानू मटीरियल मिल जाएगा। मैं अपनी अखां नाल देखिया ने, जलंधर वाला बहुत अच्छा मेंटेन्ड सी, अंबाला वाला बहुत अच्छा, जलंधर भी डिविजनल हेडक्वार्टर है, अमृतसर रिकॉर्ड ऑफिस आई हैव सीन, ਉੱਥੇ ਤੁਹਾਨੂੰ ਵਿਲੇਜ ਬੁੱਕਸ ਮਿਲਦੀਆਂ ਨੇ, ਲਾਲ ਕਿਤਾਬ ਕਹਿੰਦੇ ਨੇ, ਉਹ ਲਾਲ ਰੰਗ ਦੇ ਰਜਿਸਟਰ ਹੁੰਦੇ ਨੇ, ਜਿਹੜੇ ਕਿ ਟੌਮ ਕੈਸਿੰਜਰ ਵਿਲਿਆਤਪੁਰ ਜਿਹੜੀ ਕਿਤਾਬ ਲਿਖੀ ਬੇਸਡ ਔਨ ਵਿਲੇਜ ਰਿਕਾਰਡਸ ਆਫ ਪੰਜਾਬ, ਉਹਨੇ ਯੂਜ਼ ਕੀਤੇ ਹੋਏ ਨੇ। ਇੰਨਾ ਰਿਚ ਮਟੀਰੀਅਲ ਅਜੇ ਵੀ ਤੁਹਾਨੂੰ ਮਿਲੇਗਾ ਆਰਕਾਈਵ, ਪੰਜਾਬ ਸਟੇਟ ਆਰਕਾਈਵ ਦੇ ਵਿੱਚ ਨਹੀਂ ਸਿਰਫ, ਤੁਹਾਨੂੰ ਮਿਲੇਗਾ ਰਿਕਾਰਡ ਆਫਿਸਿਸ ਦੇ ਵਿੱਚ, ਹਰ ਡਿਸਟ੍ਰਿਕਟ ਦੇ ਵਿੱਚ ਮਿਲੇਗਾ, ਜਿਹੜੇ ਪੁਰਾਣੇ ਡਿਸਟ੍ਰਿਕਟ ਹੈਡਕੁਆਟਰ ਨੇ। ਨਵੇਂ ਵਾਲੇ ਤਾਂ ਮੈਨੂੰ ਨਹੀਂ ਪਤਾ, ਕਿਉਂਕਿ ਕਈ ਡਿਸਟ੍ਰਿਕਟ ਨਵੇਂ ਵੀ ਬਣ ਗਏ ਨੇ ਨਾ। ਜੀ ਜੀ। ਪਰ ਜਿਸ ਤਰ੍ਹਾਂ ਅੰਮ੍ਰਿਤਸਰ ਹੈ, ਜਲੰਧਰ ਹੈ, ਲੁਧਿਆਣਾ ਹੈ, ਫਿਰੋਜ਼ਪੁਰ ਹੈ, ਇਹ ਹਰੇਕ ਦੇ ਆਪਣੇ ਆਪਣੇ ਡਿਸਟ੍ਰਿਕਟ ਹੈਡਕੁਆਟਰਸ ਨੇ, ਪਲੱਸ ਜਿਹੜੇ ਡਿਵੀਜ਼ਨਲ ਹੈਡਕੁਆਟਰਸ ਨੇ, ਇਹਨਾਂ ਦੇ ਵਿੱਚ ਐਂਡਲੈਸ ਮਟੀਰੀਅਲ ਹੈ, ਖਾਸ ਕਰ ਅਗਰੇਰੀਅਨ ਔਰ ਲੀਗਲ ਇਸ਼ੂਜ਼ ਦੇ ਉੱਪਰ, ਪ੍ਰੋਪਰਟੀ ਇਸ਼ੂਜ਼ ਦੇ ਉੱਪਰ ਜਿਹੜੇ ਕੇਸਿਸ ਹੁੰਦੇ ਨੇ, ਉਹਨਾਂ ਦੇ ਰਿਕਾਰਡ ਰਹਿੰਦੇ ਨੇ। ਬਹੁਤ ਕੁਝ ਮਟੀਰੀਅਲ ਸੋਸ਼ਲ ਇਸ਼ੂਜ਼ ਦੇ ਉੱਤੇ ਤੁਹਾਨੂੰ ਉੱਥੇ ਮਿਲ ਸਕਦਾ ਹੈ। ਪ੍ਰੋਪਰਟੀ ਨੂੰ ਲੈ ਕੇ ਜਿਹੜੇ ਇਸ਼ੂਜ਼ ਹੁੰਦੇ ਸੀ, ਕਿਉਂਕਿ ਉਹ ਸਾਰੇ ਕੇਸ ਹੁੰਦੇ ਸੀ, ਲਿਟੀਗੇਸ਼ਨ ਤੇ ਪੰਜਾਬੀਆਂ ਦਾ ਫੇਵਰੇਟ ਕੰਮ ਹੈ, ਤੇ ਰਿਕਾਰਡ ਤਾਂ ਬਹੁਤ ਮਿਲ ਜਾਂਦਾ ਹੈ।
ਜੀ ਜੀ ਤੇ ਇਸ ਤਰ੍ਹਾਂ ਦੇ ਜਿਹੜੇ ਮਟੀਰੀਅਲ ਨੇ ਅਨਫੋਰਚੂਨੇਟਲੀ ਨਾ ਅਸੀਂ ਉਹਨਾਂ ਨੂੰ ਆਰਕਾਈਵਸ ਦੀ ਤਰ੍ਹਾਂ ਨਹੀਂ ਦੇਖਦੇ। ਇਹਨਾਂ ਦਾ ਨਾਮ ਹੋਣਾ ਚਾਹੀਦਾ ਡਿਸਟ੍ਰਿਕਟ ਆਰਕਾਈਵਸ, ਨਾਟ ਰਿਕਾਰਡ ਆਫਿਸ। ਰਿਕਾਰਡ ਆਫਿਸ ਹੈ ਇਸ ਕਰਕੇ ਉਹ ਜਿਹੜਾ ਕਲੈਕਟਰ ਹੈ ਜਾਂ ਜੋ ਵੀ ਉੱਥੇ ਆਫਿਸਰ ਬੈਠੇ ਨੇ ਉਹ ਕਹਿੰਦੇ ਨੇ ਸਾਡਾ ਰਿਕਾਰਡ ਹੈ ਜੀ, ਪਤਾ ਨਹੀਂ ਸਾਨੂੰ ਕਦੋਂ ਲੋੜ ਪੈ ਜਾਏ। ਅਰੇ ਕਿਹੜਾ ਅੱਜ ਬੰਦਾ ਹੈ ਜਿਹੜਾ 1850s ਜਾਂ 1860s ਜਾਂ 70s ਜਾਂ ਇਵਨ 20s 30s ਦਾ ਰਿਕਾਰਡ ਲੱਭ ਰਿਹਾ ਨੇ। ਕੋਈ ਵਿਰਲਾ ਕਦੀ ਆ ਜਾਏਗਾ ਜਿਹਨੂੰ ਆਪਣੀ ਪ੍ਰਾਪਰਟੀ ਦਾ ਪੁਰਾਣਾ, ਉਹਦੇ ਲਈ ਤੁਸੀਂ ਸਾਰਾ ਬੰਦ ਕਰਕੇ ਰੱਖ ਦਿਓਗੇ। ਇਹ ਇੱਕ ਸਾਨੂੰ ਚਾਹੀਦਾ ਹੈ, ਕਿਉਂਕਿ ਪੂਰੇ ਇੰਡੀਆ ਦੇ ਵਿੱਚ ਸੱਚ ਹੈ ਪਰ ਪੰਜਾਬ ਦਾ ਮੈਨੂੰ ਖਾਸ ਪਤਾ ਹੈ। ਔਰ ਅਜੇ ਵੀ ਪੰਜਾਬ ਦੀ ਹਿਸਟਰੀ 'ਚ ਅਸੀਂ ਮਤਲਬ ਮੈਨੂੰ ਤਾਂ ਲੱਗਦਾ ਬਹੁਤ ਕੰਮ ਬਾਕੀ ਹੈ। ਡਿਟੇਲ ਲੈਵਲ ਅਗਰੇਰੀਅਨ ਸਟੱਡੀਜ਼ ਕਿੰਨਾ ਕੁਛ ਹੈ ਜਿਹੜਾ ਅਸੀਂ ਕੀਤਾ ਹੀ ਨਹੀਂ ਹੈ। ਬਹੁਤ ਮਟੀਰੀਅਲ ਪਿਆ ਹੋਇਆ ਜਿਹੜਾ ਕਿਸੇ ਨੇ ਛੇੜਿਆ ਵੀ ਨਹੀਂ ਹੈ। ਤੇ एक अगर किसी तरह कम से कम एक नाम ना बदले पर एक आइडिया कम से कम हो जाए, एक एटीट्यूड हो जाए कि ये एक्चुअली आर्काइवल मटीरियल है ਜਿਹੜਾ ਡਿਸਟ੍ਰਿਕਟ ਦੇ ਆਫਿਸਿਸ ਦੇ ਵਿੱਚ ਪਿਆ ਹੋਇਆ ਹੈ। ਇਹਦੀ ਪ੍ਰੀਜ਼ਰਵੇਸ਼ਨ ਜ਼ਰੂਰੀ ਹੈ, ਇਹਦੀ ਮੇਨਟੇਨੈਂਸ ਜ਼ਰੂਰੀ ਹੈ ਔਰ ਇਹਦੀ ਯੂਜ਼ ਜ਼ਰੂਰੀ ਹੈ। ਜਦੋਂ ਸਕਾਲਰ ਜਾ ਕੇ ਮੰਗਣਾ ਸ਼ੁਰੂ ਕਰਨਗੇ ਤਦੀ ਤਾਂ ਉਹ ਲੋਕ ਵੀ ਰਿਅਲਾਈਜ਼ ਕਰਨਗੇ ਕਿ ਇਹਦੀ ਵੈਲਿਊ ਹੈ। ਤਦੀ ਤਾਂ ਤੁਸੀਂ ਸਰਕਾਰ ਨੂੰ ਵੀ ਕਹਿ ਸਕਦੇ ਹੋ ਕਿ ਇਹਨੂੰ ਮੇਨਟੇਨ ਕਰੋ। ਗੁਰੂ ਨਾਨਕ ਯੂਨੀਵਰਸਿਟੀ, ਪਟਿਆਲਾ ਯੂਨੀਵਰਸਿਟੀ, ਜਲੰਧਰ ਦਾ ਕੰਨਿਆ ਮਹਾਵਿਦਿਆਲਾ, ਉਹਨਾਂ ਦੇ ਸਕਾਲਰ ਜਾ ਕੇ ਜਦ ਸ਼ੋਰ ਮਚਾਣਗੇ ਕਹਿਣਗੇ ਸਾਡਾ ਮਟੀਰੀਅਲ ਹੈ। ਇਸੇ ਤਰ੍ਹਾਂ ਮੈਂ ਤੁਹਾਨੂੰ ਮਟੀਰੀਅਲ ਦੱਸਾਂ, ਮੇਰੀ ਇੱਕ ਸਟੂਡੈਂਟ ਹੈ, ਉਹਨੇ ਆਰਿਆ ਸਮਾਜ ਤੇ ਕੰਮ ਕੀਤਾ। ਤੁਹਾਨੂੰ ਗੁਰੂਕੁਲ ਕਾਂਗੜੀ ਦੇ ਵਿੱਚ ਮਟੀਰੀਅਲ ਮਿਲ ਜਾਏਗਾ ਔਨ ਪੰਜਾਬ ਦੀ ਹਿਸਟਰੀ। ਉਹਨੂੰ ਬਹੁਤ ਸਾਰਾ ਮਟੀਰੀਅਲ ਜੋ ਹੈ ਚੰਡੀਗੜ੍ਹ ਦੇ ਵਿੱਚ ਕਿਹੜਾ ਕਾਲਜ ਹੈ, ਮੇਰੇ ਖਿਆਲ ਮੇਰਚੰਦ ਮੈਮੋਰੀਅਲ ਕਾਲਜ ਜਾਂ ਕੋਈ ਹੈ ਇੱਕ ਉੱਥੇ, ਉਹਦੀ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰਾ ਮਟੀਰੀਅਲ ਉਹਨੂੰ ਆਰਿਆ ਸਮਾਜ ਦੇ ਉੱਤੇ ਮਿਲ ਗਿਆ, ਐਜੂਕੇਸ਼ਨ ਦੇ ਉੱਤੇ। that is history of education in ਪੰਜਾਬ। ਕਿੱਥੇ ਆਰਕਾਈਵਸ ਜਿਹੜੇ ਨੇ ਉਹ ਸਿਰਫ ਜਿੱਥੇ ਨਾਮ ਲਿਖਿਆ ਹੋਇਆ ਪੰਜਾਬ ਸਟੇਟ ਆਰਕਾਈਵਸ ਹੈ ਉੱਥੇ ਨਹੀਂ ਹੁੰਦੇ। ਇੱਕ ਬਹੁਤ ਵੈਲਿਊਬਲ ਮਟੀਰੀਅਲ ਜਿਹੜਾ ਕਿ ਮੈਨੂੰ ਮਿਲਿਆ ਨਹੀਂ, ਉਹਦੀ ਮੈਂ ਇੱਕ ਬੜੀ ਦੁੱਖ ਭਰੀ ਕਹਾਣੀ ਵੀ ਤੁਹਾਨੂੰ ਸੁਣਾ ਦੇਵਾਂ। ਮੈਨੂੰ ਖਬਰ ਮਿਲੀ ਕਿ ਇੱਕ ਲਾਇਬ੍ਰੇਰੀ ਸੀ ਜਿਹੜੀ ਲਾਹੌਰ ਤੋਂ ਟ੍ਰਾਂਸਫਰ ਹੋਈ ਸੀ ਪਾਰਟੀਸ਼ਨ ਦੇ ਟਾਈਮ, ਸ਼ਿਮਲਾ ਆ ਗਈ ਸੀ ਔਰ ਪੰਜਾਬ ਸੈਕਟਰੀਏਟ ਦੀ ਸੀ। ਡੁਪਲੀਕੇਟ ਕਾਪੀਜ਼ ਉਹਦੇ 'ਚ ਬਹੁਤ ਸਾਰੇ ਜਿਹੜੀਆਂ ਸੀ, ਜਿਹੜਾ ਹਿੱਸਾ ਮਿਲਿਆ ਸੀ, ਤੇ ਫਿਰ ਉਹ ਚੰਡੀਗੜ੍ਹ ਟ੍ਰਾਂਸਫਰ ਹੋਈ ਸੀ। ਔਰ ਚੰਡੀਗੜ੍ਹ ਦੇ ਵਿੱਚ ਸੈਕਟਰੀਏਟ ਦੇ ਵਿੱਚ ਉਹ ਜਿਹੜੀ ਹੈ ਪੁਰਾਣਾ ਜਿਹੜੇ ਉਹ ਹੈ ਸਾਰਾ ਮਟੀਰੀਅਲ, ਉਹ ਬੇਸਮੈਂਟ ਦੇ ਵਿੱਚ ਇੱਕ ਲਾਇਬ੍ਰੇਰੀ ਹੈ, ਰਿਕਾਰਡ ਰੂਮ ਹੈ, ਉੱਥੇ ਤੁਹਾਨੂੰ ਮਿਲ ਜਾਏਗਾ। ਬਹੁਤ ਜਗ੍ਹਾ ਪਤਾ ਲਗਾ ਕੇ ਮੈਨੂੰ ਇਹ ਖਬਰ ਮਿਲੀ ਕਿ ਇਹ ਬਹੁਤ ਅੱਛਾ ਮਟੀਰੀਅਲ ਹੈ, ਬੜਾ ਆਇਆ ਹੋਇਆ ਹੈ ਔਰ ਇਹ ਇੱਥੇ ਤੁਹਾਨੂੰ ਮਿਲ ਜਾਏਗਾ। ਤੇ ਬਹੁਤ ਦੌੜ ਭੱਜ ਕਰਕੇ ਮੈਂ ਕਿਸੇ ਤਰ੍ਹਾਂ ਉਹ ਡਿਸਕਵਰ ਕੀਤੀ, ਕਿਸੇ ਤਰ੍ਹਾਂ ਉਹ ਮੈਨੂੰ ਪਰਮਿਸ਼ਨ ਮਿਲੀ ਉਹਨੂੰ ਐਕਸੈਸ ਕਰਨ ਦੀ, ਤੇ ਮੈਂ ਪਹੁੰਚੀ ਔਰ ਮੈਂ ਬਹੁਤ ਐਕਸਾਈਟਿਡ। ਮੈਂ ਆਪਣੇ ਹਸਬੈਂਡ ਨੂੰ ਵੀ ਨਾਲ ਲੈ ਗਈ ਕਿ ਬਹੁਤ ਸਾਰਾ ਕੰਮ ਕਰਨਾ ਹੈ, ਮੈਨੂੰ ਹੈਲਪ ਚਾਹੀਦੀ ਹੈ। ਅਸੀਂ ਗਏ, ਅਸੀਂ ਕੰਮ ਉੱਥੇ ਸ਼ੁਰੂ ਕੀਤਾ ਜੀ। ਅਸੀਂ ਫਾਈਲਾਂ ਉਹਨਾਂ ਨੇ ਰਜਿਸਟਰ ਦਿਖਾਏ, ਉਹ ਬੇਸਮੈਂਟ ਦੇ ਵਿੱਚ ਸੀ, ਬੜਾ ਮਿੱਟੀ ਕੱਟਾ ਸਭ ਕੁਝ। ਬੈਠੇ ਅਸੀਂ, ਸੌਰੀ ਯੂ ਟੇਕ ਯੂਰ ਟਾਈਮ, ਕੋਈ ਗੱਲ ਨਹੀਂ। ਮੈਡਮ ਬਹੁਤ ਇੰਪੋਰਟੈਂਟ ਗੱਲ ਤੁਸੀਂ ਅੱਜ ਹੋਰ ਸਾਡੇ ਨਾਲ ਸਾਂਝੀ ਕੀਤੀ ਹੈ, ਤੇ ਇਹ ਅਸੀਂ ਐਫਰਟ ਜ਼ਰੂਰ ਕਰਾਂਗੇ ਕਿ ਜਿਹੜੇ ਡਿਸਟ੍ਰਿਕਟ ਲੈਵਲ ਰਿਕਾਰਡ ਰੂਮਸ ਨੇ ਉਹਨਾਂ ਨੂੰ ਅਸੀਂ ਯੂਨੀਵਰਸਿਟੀਜ਼ ਨੂੰ ਇੱਥੇ ਰਿਕੁਐਸਟ ਕਰੀਏ ਕਿ ਉੱਥੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਜਾਵੇ ਕਿ ਉਹਨਾਂ ਨੂੰ ਆਰਕਾਈਵਲ ਵਿੱਚ ਤਬਦੀਲ ਕੀਤਾ ਜਾਵੇ। ਇੱਕ ਬਹੁਤ ਵੈਲਿਡ ਇੱਕ ਪੁਆਇੰਟ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਨਿਕਲਿਆ। ਹਾਂਜੀ ਮੈਡਮ। ਤੇ ਉੱਥੇ ਜੀ ਫਾਈਲਾਂ ਆਉਣੀਆਂ ਸ਼ੁਰੂ ਹੋਈਆਂ, ਮਤਲਬ ਬੰਡਲ ਜਿਸ ਤਰ੍ਹਾਂ 10 ਫਾਈਲਾਂ ਮੰਨ ਲਓ ਕੱਢ ਕੇ ਲੈ ਆਏ ਨੇ।
ਅੱਛਾ ਜੀ, ਫਿਰ ਉਹ ਹੈਜ਼ਿਟੇਟ ਕਰਦੇ ਨੇ ਕਿ ਅਸੀਂ ਕੌਣ ਇੰਨੀ ਮਿਹਨਤ ਕਰੇ ਸੀ ਕਿ ਸਾਨੂੰ ਸਟੈਕਸ 'ਚ ਜਾਣ ਦਿਓ, ਅਸੀਂ ਖੜੇ ਰਹੋ ਤੁਸੀਂ, ਅਸੀਂ ਆਪਣੇ ਆਪ ਕੱਢ ਕੇ ਦੇਖ ਲਵਾਂਗੇ। ਕੱਢੀ ਸ਼ੁਰੂ ਕੀਤੇ ਅਸੀਂ, ਫਾਈਲਾਂ ਖੋਲੀਏ, ਕਵਰ ਖੋਲੀਏ, ਜਿਹੜੇ ਬੰਦੇ ਹੁੰਦੇ ਨੇ ਉਹਨੂੰ, ਔਰ ਕਵਰ ਖੋਲੀਏ ਤੇ ਅੰਦਰ ਕੁਝ ਵੀ ਨਹੀਂ, ਖਾਲੀ। ਅੱਛਾ, ਇੱਕ ਦੇ ਬਾਅਦ ਇੱਕ ਬਾਹਰ ਜਿਹੜਾ ਹੈ ਉਹਦਾ ਟਾਈਟਲ ਦਿੱਤਾ ਹੋਇਆ ਮਟੀਰੀਅਲ ਕਿ ਇਹ ਫਲਾਨੀ ਫਾਈਲ ਹੈ, ਇਹਦੇ 'ਚ ਇਹ ਮਟੀਰੀਅਲ ਹੈ, ਔਰ ਅੰਦਰ ਜਿਸ ਤਰ੍ਹਾਂ ਖਾਲੀ ਸਾਰਾ। ਕੋਈ ਇੱਕੀ ਦੁੱਕੀ ਸੀ ਜਿਹੜੀ ਮਿਲ ਜਾਂਦੀ ਸੀ, ਜਿਹਦੇ 'ਚ ਕੁਝ ਮਿਲਦਾ ਸੀ, ਉਹ ਪ੍ਰਿੰਟਡ ਟਾਈਪ ਦਾ ਮਟੀਰੀਅਲ ਹੁੰਦਾ ਸੀ। ਤੇ ਥੋੜੀ ਦੇਰ ਦੇ ਬਾਅਦ ਇਸ ਤਰ੍ਹਾਂ ਕਰਦੇ ਕਰਦੇ ਦੇਖਦੇ ਦੇਖਦੇ ਅਸੀਂ ਫਿਰ ਇਹ ਤਾਂ ਕੁਝ ਬੜੀ ਅਜੀਬ ਜੀ ਚੀਜ਼ ਹੋ ਰਹੀ ਹੈ, ਸਾਰੇ ਫਾਈਲਾਂ ਦੇ ਅੰਦਰ ਦਾ ਮਟੀਰੀਅਲ ਕਿੱਥੇ ਚਲਾ। ਤੇ ਫਿਰ ਉੱਥੇ ਜਿਹੜੇ ਲੋਕ ਸੀ ਇੰਚਾਰਜ ਸੀ, ਉਹਨਾਂ ਨੂੰ ਪੁੱਛਿਆ ਸੀ ਕਿ ਵੀ ਬੜੀ ਅੱਛੀ ਤਰ੍ਹਾਂ ਸਟੈਕ ਕੀਤਾ ਹੋਇਆ ਹੈ, ਸਾਰਾ ਸ਼ੈਲਫ ਬਣੇ ਹੋਏ ਨੇ, ਅਸੀਂ ਕੱਢ ਰਹੇ ਹਾਂ, ਦੇਖ ਰਹੇ ਹਾਂ, ਪਰ ਇਹਦੇ ਅੰਦਰ ਤਾਂ ਕੁਝ ਹੈ ਨਹੀਂ। ਕਹਿੰਦੇ ਜੀ ਉਹ ਤਾਂ ਜੀ ਅੰਦਰ ਦਾ ਮਟੀਰੀਅਲ ਤੇ ਬੜਾ ਪਹਿਲਾਂ ਅਸੀਂ ਡਿਸਟਰੋਏ ਕਰ ਦਿੱਤਾ ਸੀ, ਕਿਉਂ ਕਿਸੇ ਕੰਮ ਦਾ ਨਹੀਂ ਹੈ। ਕਿਹੜਾ? ਜਿਹੜਾ ਮੈਨੂਸਕ੍ਰਿਪਟ ਮਟੀਰੀਅਲ ਸੀ, ਪ੍ਰਿੰਟਡ ਵਾਲੇ ਰੱਖ ਲਏ ਅਸੀਂ। ਇਹ ਦੇਖੋ ਸਾਈਕੋਲੋਜੀ, ਅਗਰ ਹਿਸਟੋਰੀਅਨ ਹੁੰਦਾ ਤੇ ਉਹ ਪ੍ਰਿੰਟਡ ਵਾਲਾ ਕਹਿੰਦਾ ਕਿਤੇ ਹੋਰ ਵੀ ਮਿਲ ਜਾਊਗਾ ਮੈਨੂੰ ਕਾਪੀ ਇਹਦੀ ਜੀ, ਪਰ ਜਿਹੜਾ ਹੱਥ ਦਾ ਲਿਖਿਆ ਹੋਇਆ ਹੈ, ਫਾਈਲ ਵਾਲਾ ਜਿਹੜਾ ਮਟੀਰੀਅਲ ਹੁੰਦਾ ਉਹ ਤਾਂ ਦੁਬਾਰਾ ਨਹੀਂ ਮਿਲੇਗਾ ਤੁਹਾਨੂੰ ਕਿਤੇ। ਤੇ ਅਸੀਂ ਕਿਹਾ ਜੀ ਤੁਸੀਂ ਇਹ ਡਿਸਟਰੋਏ ਕੀਤਾ ਤੇ ਕਵਰ ਕਿਉਂ ਰੱਖੇ ਹੋਏ ਨੇ, ਇੰਨੇ ਕਵਰ ਨੇ, ਅੰਦਰ ਕੁਝ ਨਹੀਂ। ਕਹਿੰਦੇ ਜੀ ਰਿਕਾਰਡ ਦੇ ਲਈ, ਸਪੇਸ ਸੇਵਿੰਗ। ਜਿਹੜਾ ਮਟੀਰੀਅਲ ਸੀ ਉਹ ਕੱਢ ਕੇ ਡਿਸਟਰੋਏ ਕਰ ਦਿੱਤਾ, ਔਰ ਜਿਹੜਾ ਕਵਰ ਸੀ ਉਹ ਤੁਸੀਂ ਰੱਖ ਲਿਆ। ਟਿਪੀਕਲ ਬਿਊਰੋਕਰੈਟ ਸਾਈਕੋਲੋਜੀ ਬਾਬੂ ਦਾ, ਕਿ ਮੈਂ ਦੱਸ ਸਕਦਾ ਤੁਹਾਨੂੰ ਮੈਂ ਕੀ ਡਿਸਟਰੋਏ ਕੀਤਾ, ਪਰ ਮੈਂ ਡਿਸਟਰੋਏ ਕਰ ਦਿੱਤਾ, ਮੇਰੇ ਕਿਸ ਕੰਮ ਦਾ। You won't believe it, we spent lot of time looking through. This story was repeated, literally we were in tears, could not do anything else but cry. What a loss, not just my loss, a loss for not just Punjab scholars, a loss because that copies were not there. It was supposed to be our share of what we got at partition. ਕਦੋਂ ਸ਼ਿਮਲੇ ਪਿਆ ਰਿਹਾ ਬਹੁਤ ਦਿਨ, ਫਿਰ ਉਹਨੂੰ ਇੱਥੇ ਲੈ ਆਏ। ਔਰ ਕੌਣ ਜੀਨੀਅਸ ਸੀ ਜਿਹਨੇ ਡਿਸਾਈਡ ਕੀਤਾ ਕਿ ਇਹਦਾ ਮਟੀਰੀਅਲ ਜਗ੍ਹਾ ਨਹੀਂ ਹੈ ਇਹਦੀ, ਅੰਦਰ ਦਾ ਮਟੀਰੀਅਲ ਡਿਸਟਰੋਏ ਕਰ। ਮਤਲਬ ਬਾਬੂ ਦੀ ਜੋ ਪਾਵਰ ਹੈ, a real life story I am telling you. ਮੈਡਮ ਇਹਦਾ ਮਤਲਬ ਇਹ ਹੈ ਵੀ ਜਿਹੜਾ ਲਾਹੌਰ ਦੇ ਵਿੱਚ ਜਿਸ ਵੇਲੇ ਪਾਰਟੀਸ਼ਨ ਹੋਈ ਤਾਂ ਉਹਦੀਆਂ ਕਾਪੀਜ਼ ਕਰਕੇ ਜਿਹੜਾ ਲੈਂਡ ਰਿਕਾਰਡ ਸੀ ਉਹਦਾ ਸ਼ੇਅਰ ਜਿਹੜਾ ਪੰਜਾਬ ਨੂੰ ਦਿੱਤਾ ਗਿਆ ਸੀ ਉਹ ਆਇਆ ਤੇ ਆ ਕੇ ਉਸ ਤਰ੍ਹਾਂ ਡਿਸਟਰੋਏ ਹੋ ਗਿਆ। ਮਤਲਬ ਉਹ ਪੰਜਾਬ ਆਰਕਾਈਵਲ ਦੇ ਵਿੱਚ ਜਾਣਾ ਚਾਹੀਦਾ। ਜਿਹੜਾ ਮੈਨੂੰ ਮਿਲਿਆ ਬੜਾ ਕੁਝ ਤਹਿਕੀਕਾਤ ਕਰਕੇ ਇਹੀ ਪਤਾ ਲੱਗਾ ਕਿ ਜਿਹੜਾ ਆਇਆ ਸੀ ਉਹ ਇਹ ਮਟੀਰੀਅਲ ਸੀ। ਫਾਈਨਲੀ ਉਹ ਇੱਥੇ ਪਹੁੰਚਾ and we managed to reach it, and when we reached it, this was the story. ਮਤਲਬ ਉਹ ਸੈਂਸ ਆਫ ਲਾਸ ਜਿਹੜੀ ਉਹ ਖਾਲੀ ਫਾਈਲਾਂ ਦੇਖ ਕੇ ਜ਼ਿਆਦਾ ਹੁੰਦੀ ਹੈ, ਉਹ ਜਿਹੜੀਆਂ ਬਚਾ ਕੇ ਰੱਖ ਲਈਆਂ ਤੁਸੀਂ, ਉਹ ਜਿਹੜੇ ਕਲਬੂਤ ਬਚਾ ਕੇ ਰੱਖੇ ਨੇ ਵਿੱਚ ਜਾਨ ਹੈ ਨਹੀਂ ਗੀ, ਤੇ ਉਹ ਸਭ ਤੋਂ ਵੱਧ ਸੈਂਸ ਆਫ ਲਾਸ ਬੰਦੇ ਨੂੰ ਹੁੰਦਾ ਹੈ। ਤੇ ਬਹੁਤ ਵੱਡਾ ਇਸ ਕਿਸਮ ਦਾ ਹੀ ਲਾਸ ਦੁਬਾਰਾ ਹੁਣ ਫਿਰ ਸ਼ਾਇਦ ਹੋਣ ਜਾ ਰਿਹਾ। ਚਲੋ ਤੁਸੀਂ ਕੰਟੀਨਿਊ ਕਰੋ ਜੀ ਮੈਡਮ ਅੱਗੇ। बस नहीं, वो काफी लंबी कहानी ਤੁਹਾਨੂੰ ਸੁਣਾਤੀ ਹੈ। 1.5 ਘੰਟਾ ਹੋ ਗਿਆ ਗੱਲਾਂ ਕਰਦੇ ਹੋਏ। ਤੇ ਪੰਜਾਬ ਦਾ ਵਿੱਚ ਮਤਲਬ ਮੇਨ ਮੈਂ ਇਹੀ ਕਹਾਂਗੀ ਕਿ ਪੰਜਾਬ ਜਿਹੜਾ ਮੇਰਾ ਐਕਸਪੀਰੀਅੰਸ ਹੈ, ਪੰਜਾਬ ਦੇ ਵਿੱਚ ਜਿਹੜਾ ਮਟੀਰੀਅਲ ਹੈ ਨਾ ਕਈ ਜਗ੍ਹਾ ਫੈਲਿਆ ਹੋਇਆ ਪਿਆ ਹੈ। ਇਹ ਇੱਕ ਤੇ ਸਟੇਟਸ ਜਿਹੜੀਆਂ ਨੇ ਨੈਚੁਰਲੀ ਪੰਜਾਬ ਹਰਿਆਣਾ ਬਣ ਗਏ। ਨੈਚੁਰਲੀ ਅਬ ਹਰਿਆਣਾ ਕਹੇ ਸਾਡਾ ਮਟੀਰੀਅਲ, ਹਾਂ ਵੀ ਸਾਡਾ ਮਟੀਰੀਅਲ ਅਲੱਗ ਹੈ, ਤੁਹਾਡਾ ਅਲੱਗ ਹੈ।
ਤੇ ਉਹਦੇ ਨਾਲ ਵੀ ਨੈਚੁਰਲੀ ਜਦ ਵੀ ਕੋਈ ਚੀਜ਼ ਡਿਵਾਈਡ ਹੁੰਦੀ ਹੈ ਨਾ, ਇੱਕ ਮੇਰਾ ਜਿਹੜਾ ਐਕਸਪੀਰੀਅੰਸ ਮਤਲਬ ਹੈ, ਇਸ ਲਈ ਵੀ ਆਰਕਾਈਵ ਦੇ ਮਟੀਰੀਅਲ ਦੇ ਬਾਰੇ ਬਹੁਤ ਫਿਕਰ, ਜਦੋਂ ਵੀ ਕੋਈ ਚੀਜ਼ ਡਿਵਾਈਡ ਹੁੰਦੀ ਹੈ ਫਿਰ ਉਹ ਸ਼ਿਫਟ ਹੁੰਦੀ ਹੈ, ਉਹਦੇ 'ਚ ਬਹੁਤ ਨੁਕਸਾਨ ਹੋ ਜਾਂਦਾ ਹੈ। ਆਈ ਵਿਸ਼ ਪੰਜਾਬ ਔਰ ਹਰਿਆਣਾ ਜਦੋਂ ਬਟੇ, ਕਮ ਸੇ ਕਮ ਇੰਨਾ ਐਗਰੀਮੈਂਟ ਕਰ ਲੈਂਦੇ ਕਿ ਅਸੀਂ ਆਪਣਾ ਆਰਕਾਈਵਸ ਕਾਮਨ ਰੱਖ ਲੈਂਦੇ ਹਾਂ। ਕੀ ਜ਼ਰੂਰਤ ਹੈ ਅਲੱਗ ਕਰਨ ਦੀ? ਆਰਕਾਈਵ ਹੈ ਨਾ, ਉਹਦੇ ਬਾਅਦ ਆਪਣੇ ਲਾਇਬ੍ਰੇਰੀਆਂ ਬਣਾਉਂਦੇ ਰਹੋ, ਉਹਦਾ ਨਾਮ ਪੰਜਾਬ ਐਂਡ ਹਰਿਆਣਾ ਆਰਕਾਈਵ ਕਰ ਦਿਓ, ਕੀ ਇਹ ਵੱਡੀ ਗੱਲ ਹੈ? ਇੱਥੋਂ ਫਾਈਲਾਂ ਕੱਢ ਕੇ ਤੁਸੀਂ ਉੱਥੇ ਲਿਜਾਓਗੇ, ਉੱਥੋਂ ਲਿਜਾ ਕੇ ਇੱਥੇ ਲਿਜਾਓਗੇ, ਜਿੰਨੀ ਵਾਰੀ ਤੁਸੀਂ ਸ਼ਿਫਟ ਕਰੋਗੇ ਉਨਾ ਤੁਹਾਡਾ ਨੁਕਸਾਨ ਹੋਏਗਾ। ਇਹ ਬੇਸਿਕ ਪ੍ਰਿੰਸੀਪਲ ਹੈ ਆਰਕਾਈਵਸ ਦਾ। You should avoid disturbing the original arrangement. Therefore, I will not say that record from district record office, Jalandhar or Ludhiana or Amritsar or Firozpur should be transferred to Chandigarh. No. Keep it where it is. Maintain it there. There is still a chance that ਇੱਕ ਦਿਨ ਸਾਨੂੰ ਹੋਰ ਅਕਲ ਆ ਜਾਏਗੀ, ਉਹਦੀ ਵੈਲਿਊ ਹੋਰ ਪਤਾ ਚੱਲ ਜਾਏਗੀ। ਜਦੋਂ ਸਾਡੇ NRI ਬੱਚੇ, ਦੋਸਤ, ਰਿਸ਼ਤੇਦਾਰ ਆ ਕੇ ਦੱਸਣਗੇ ਕਿ ਕਿਸ ਤਰ੍ਹਾਂ ਅਸੀਂ ਹਿਸਟਰੀ ਉੱਥੇ ਪ੍ਰੀਜ਼ਰਵ ਕਰਨੇ ਆ, ਅਸੀਂ ਆਪਣੀ ਕਮਿਊਨਿਟੀ ਦੀ ਕਿਸ ਤਰ੍ਹਾਂ ਉੱਥੇ ਹਿਸਟਰੀ ਲਿਖਨੇ ਆ, ਅਸੀਂ ਆਪਣੀ ਸਟਰੀਟ ਦੀ ਲਿਖਨੇ ਆ, ਅਸੀਂ ਆਪਣੇ ਸ਼ਹਿਰ ਦੀ ਲਿਖਦੇ ਆ, ਤੇ ਤੁਹਾਨੂੰ ਵੀ ਹੋ ਸਕਦਾ ਹੈ ਸਾਡੇ ਵੀ ਲੋਕ ਜਿਹੜੇ ਆਪਣੇ ਕਹਿਣ, ਅੱਛਾ ਅਰੇ ਸਾਡੀ ਵੀ ਤਾਂ ਹਿਸਟਰੀ ਇੱਥੇ ਸਾਡੇ ਆਰਕਾਈਵਸ ਵਿੱਚ ਹੈਗੀ ਨੇ, ਇਹਦੀ ਬਹੁਤ ਵੱਡੀ ਵੈਲਿਊ ਹੈ। ਮੈਡਮ ਅੱਜ ਬੜਾ ਐਨਲਾਈਟਨਿੰਗ ਲੈਕਚਰ ਤੁਹਾਡਾ ਰਿਹਾ। ਤੁਸੀਂ ਆਰਕਾਈਵਲ ਨੂੰ ਜਿਹਦਾ ਸਾਨੂੰ ਫਿਕਰ ਸੀ ਦਿੱਲੀ ਦੇ ਵਿੱਚ, ਉਹਨੂੰ ਐਕਸਪੈਂਡ ਕਰਕੇ ਸਾਡੇ ਜ਼ਿਲ੍ਹੇ ਤੱਕ ਲੈ ਆਂਦਾ, ਤੇ ਇਹ ਦੱਸਿਆ ਵੀ ਜਿਹੜਾ ਕੁਝ ਪਹਿਲਾਂ ਇੱਥੇ ਲੋਕਲ ਲੈਵਲ ਤੇ ਹੋ ਚੁੱਕਿਆ ਹੈ, ਉਹ ਜਦੋਂ ਦਿੱਲੀ ਵਿੱਚ ਹੁੰਦਾ ਹੈ ਤਾਂ ਸਾਨੂੰ ਬਹੁਤ ਕੰਸਰਨ ਮਹਿਸੂਸ ਹੁੰਦਾ ਹੈ, ਬਟ ਇੱਥੇ ਜੋ ਕੁਝ ਪਟਿਆਲੇ 'ਚ ਹੋ ਚੁੱਕਿਆ ਹੈ, ਜੋ ਕੁਝ ਫਰੀਦਕੋਟ 'ਚ ਹੋ ਚੁੱਕਿਆ ਹੈ, ਜੋ ਕੁਝ ਅੰਬਾਲੇ 'ਚ ਹੋ ਚੁੱਕਿਆ ਹੈ, ਉਹ ਕਾਫੀ ਵੱਡੇ ਲੌਸਿਸ ਜਿਹੜੇ ਹੋਏ ਨੇ, ਤੇ ਅੱਗੇ ਤੋਂ ਕੋਈ ਅਰੇਂਜਮੈਂਟ ਜਿਹੜਾ ਦੁਬਾਰਾ ਤੋਂ ਉਹਨੂੰ ਡਿਸਟਰਬ ਨਾ ਕੀਤਾ ਜਾਵੇ, ਇਹਦੇ ਲਈ ਡਿਮਾਂਡ ਸਾਨੂੰ ਹਮੇਸ਼ਾ ਕਰਨੀ ਚਾਹੀਦੀ ਹੈ। ਤਾਂ ਨੈਸ਼ਨਲ ਆਰਕਾਈਵਸ ਨੂੰ ਬਚਾਉਣ ਦਾ ਵੀ ਸਾਡਾ ਇੱਕ ਇੰਪੋਰਟੈਂਟ ਮੁੱਦਾ ਹੈ, ਤੇ ਇਹ ਐਕਸਪੈਂਸ਼ਨ ਦੀ ਵੀ ਗੱਲ ਪਿਛਲੀ ਵਾਰੀ ਮੈਡਮ ਪ੍ਰੋਫੈਸਰ ਚਮਨ ਲਾਲ ਨਾਲ ਸਾਡੀ ਇਸੇ ਤਰ੍ਹਾਂ ਮੀਟਿੰਗ ਹੋਈ ਸੀ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਆਪਣੀ ਆਰਕਾਈਵਲ ਜਿਹੜੀ ਆ ਉਹ ਭਗਤ ਸਿੰਘ ਆਰਕਾਈਵਲ ਬਣਾਈ ਹੈ, ਤੇ ਉਹਨਾਂ ਨੇ ਸੁਜੈਸਟ ਕੀਤਾ ਸੀ ਕਿ ਹਰੇਕ ਥਾਂ ਉੱਤੇ ਜਿਹੜੀਆਂ ਲੋਕਲ ਜਿਹੜੀਆਂ ਲਾਇਬ੍ਰੇਰੀਜ਼ ਨੇ, ਉੱਥੇ ਪਬਲਿਕ ਲਾਇਬ੍ਰੇਰੀਜ਼ ਵਿੱਚ ਆਰਕਾਈਵਲ ਇਸ ਕਿਸਮ ਦੇ ਸਕਾਲਰਸ ਬਣਾ ਸਕਦੇ ਨੇ, ਤੇ ਹਰੇਕ ਇੰਸਟੀਚਿਊਟ ਜਿਹੜਾ ਯੂਨੀਵਰਸਿਟੀ ਜਾਂ ਕਾਲਜ ਪੱਧਰ ਤੇ ਜਿਹੜੇ ਪੁਰਾਣੇ ਨੇ, ਉਹਨਾਂ ਨੂੰ ਆਪਦੇ ਪੁਰਾਣੇ ਮਟੀਰੀਅਲ ਜਿਹੜੇ ਇਸ ਤਰ੍ਹਾਂ ਆਰਕਾਈਵਲ ਬਣਾਉਣੇ ਚਾਹੀਦੇ ਨੇ। ਅੱਜ ਇਹ ਕੋਰਸ ਦੇ ਵਿੱਚ ਤੁਸੀਂ ਹੋਰ ਇਜ਼ਾਫਾ ਅੱਜ ਕੀਤਾ ਹੈ ਕਿ ਜ਼ਿਲ੍ਹਾ ਪੱਧਰ ਉੱਤੇ ਜਿਹੜਾ ਰਿਕਾਰਡ ਆਫਿਸ ਹੈ, ਜਿਵੇਂ ਪਹਿਲਾਂ ਇਹ ਵੀ ਇੰਪੀਰੀਅਲ ਰਿਕਾਰਡ ਆਫਿਸ ਸੀ, ਪ੍ਰੋਫੈਸਰ ਸੁਖਦੇਵ ਸਿੰਘ ਸੋਹਲ ਨੇ ਸਾਨੂੰ ਜਿਹੜਾ ਪਹਿਲਾ ਲੈਕਚਰ ਦਿੱਤਾ ਸੀ ਉਹਦੇ ਵਿੱਚ ਦੱਸਿਆ ਸੀ ਕਿ ਇਹ ਵੀ ਇੰਪੀਰੀਅਲ ਰਿਕਾਰਡ ਆਫਿਸ ਸੀ, ਇਹਨੂੰ ਆਰਕਾਈਵਲ ਬਣਾ ਦਿੱਤਾ ਗਿਆ ਨੈਸ਼ਨਲ ਆਰਕਾਈਵਲ, ਤੇ ਹੁਣ ਆਪਾਂ ਜਿਹੜਾ ਡਿਸਟ੍ਰਿਕਟ ਜਿਹੜਾ ਰਿਕਾਰਡ ਆਫਿਸ ਉਹਨੂੰ ਵੀ ਆਰਕਾਈਵਲ ਵਿੱਚ ਤਬਦੀਲ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਮੈਡਮ ਤੁਸੀਂ ਆਪਣਾ ਟਾਈਮ ਅਸੀਂ ਤੁਹਾਡਾ ਬਹੁਤ ਲੈ ਲਿਆ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਹੁਣ ਕੋਈ ਲਾਸਟ ਉੱਤੇ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਜ਼ਰੂਰ ਦਿਓ। ਮੈਂ ਇਹੀ ਕਹਾਂਗੀ ਕਿ ਇਹ ਜਿਹੜਾ ਇਨੀਸ਼ੀਏਟਿਵ ਤੁਸੀਂ ਲਿਆ ਹੈਗਾ, ਇਹਦੀ ਇੰਸਪੀਰੇਸ਼ਨ ਤੁਹਾਨੂੰ ਇਸ ਤੋਂ ਹੋਈ ਕਿ ਵੀ ਇਹ ਥ੍ਰੈਟ ਹੋਇਆ ਇੱਥੇ ਨੈਸ਼ਨਲ ਆਰਕਾਈਵਸ ਨੂੰ, ਪਰ ਇਹ ਜਿਹੜੀ ਇਹਦੇ ਤੋਂ ਸਮਝ ਜਿਹੜੀ ਨਿਕਲੀ ਹੈ ਉਹ ਹੋਰ ਦੂਰ ਤੱਕ ਜਾਣੀ ਚਾਹੀਦੀ ਹੈ, ਔਰ ਇਹਦਾ ਨਤੀਜਾ ਇਹ ਹੋਣਾ ਚਾਹੀਦਾ ਹੈ ਕਿ ਆਪਣੇ ਪ੍ਰਾਂਤ ਦੇ ਵਿੱਚ ਵੀ, ਆਪਣੇ ਪਿੰਡ, ਆਪਣੇ ਸ਼ਹਿਰ ਵਿੱਚ ਵੀ, ਆਪਣੀ ਇੰਸਟੀਟਿਊਸ਼ਨ ਦੇ ਵਿੱਚ ਵੀ ਇਹਦੀ ਵੈਲਿਊ ਜਿਹੜੀ ਹੈ ਰਿਕਾਰਡਸ ਦੀ, ਜਿਸ ਤਰ੍ਹਾਂ ਕਿ ਚਮਨ ਲਾਲ ਜੀ ਨੇ ਸਾਨੂੰ ਕਿਹਾ, ਤੇ ਮੈਂ ਉਹਨੂੰ ਐਕਸਪੈਂਡ ਕਰ ਸਕਦੀ ਹਾਂ ਕਿ ਹੁਣ ਜਿਸ ਤਰ੍ਹਾਂ ਖਾਲਸਾ ਕਾਲਜ ਹੈ ਅੰਮ੍ਰਿਤਸਰ, ਕਿੰਨੀ ਪੁਰਾਣੀ ਹਿਸਟਰੀ ਹੈ ਉਹਦੀ। ਅੱਜ ਕੱਲ੍ਹ ਜਿਹੜਾ ਟ੍ਰੈਂਡ ਹੈ ਇੰਸਟੀਟਿਊਸ਼ਨਲ ਹਿਸਟਰੀ ਦਾ, ਕਿ ਇੱਕ ਇੰਸਟੀਟਿਊਸ਼ਨ ਦੀ ਹਿਸਟਰੀ ਲਿਖੀ ਜਾਏ, ਜਾਂ ਐਜੂਕੇਸ਼ਨ ਦੀ ਤੁਸੀਂ ਹਿਸਟਰੀ ਲਿਖੋਗੇ, ਤਾਂ ਅਜੇ ਖਾਲਸਾ ਕਾਲਜ ਦਾ ਰਿਕਾਰਡ ਨਹੀਂ ਮਿਲੇਗਾ ਤੇ ਕਿਸ ਤਰ੍ਹਾਂ ਲਿਖੋਗੇ? ਤਾਂ ਖਾਲਸਾ ਕਾਲਜ ਸ਼ੁੱਡ ਬਿਕਮ ਅਵੇਅਰ ਕਿ ਸਾਡੇ ਕੋਲ ਬਹੁਤ ਵੈਲਿਊਬਲ ਰਿਕਾਰਡ ਹੈ, ਉਹਨੂੰ ਮੇਨਟੇਨ ਕਰਨਾ ਹੈ। ਇਸੀ ਤਰ੍ਹਾਂ DAV ਕਾਲਜ
ਪੁਰਾਣੇ ਜਿਹੜੇ ਨੇ ਕੰਨਿਆ ਮਹਾਵਿਦਿਆਲਾ ਤੇ ਪੂਰੀ ਵਿਮਨਸ ਐਜੂਕੇਸ਼ਨ ਦੀ ਹਿਸਟਰੀ ਉਹਦੇ ਵਿੱਚ ਹੈ ਨਾ। ਕੰਨਿਆ ਮਹਾਵਿਦਿਆਲਾ ਦੇ ਵਿੱਚ ਤੁਹਾਨੂੰ ਆर्य ਸਮਾਜ ਦੀ ਹਿਸਟਰੀ ਮਿਲੇਗੀ, ਤੁਹਾਨੂੰ ਵਿਮਨਸ ਐਜੂਕੇਸ਼ਨ ਦੀ ਹਿਸਟਰੀ ਮਿਲੇਗੀ, ਵਿਮਨਸ ਇੰਪਾਵਰਮੈਂਟ ਦੀ ਹਿਸਟਰੀ ਮਿਲੇਗੀ, ਨੈਸ਼ਨਲ ਮੂਵਮੈਂਟ ਦੀ ਹਿਸਟਰੀ ਮਿਲੇਗੀ। ਇਸ ਤਰ੍ਹਾਂ ਮੈਂ ਇੱਕ ਦੋ ਐਗਜ਼ਾਮਪਲ ਦੇ ਰਹੀ ਹਾਂ, ਇਸ ਤਰ੍ਹਾਂ ਦੇ ਹੋਰ ਬਹੁਤ ਐਗਜ਼ਾਮਪਲਸ ਨੇ ਤੇ ਇਹ ਜਿਹੜੀ ਇੰਸਟੀਟਿਊਸ਼ਨਲ ਹਿਸਟਰੀਜ਼ ਨੇ ਉਹ ਵੀ ਤਦ ਹੀ ਲਿਖਿਆ ਜਾ ਸਕਦੀਆਂ ਅਗਰ ਅਸੀਂ ਇੱਕ ਕੌਨਸ਼ੀਅਸਨੈਸ ਆ ਜਾਏ ਕਿ ਜਿਹੜੇ ਸਾਡੇ ਪੁਰਾਣੇ ਰਿਕਾਰਡਸ ਨੇ ਉਹ ਵੈਲਿਊਬਲ ਨੇ। ਕਿਉਂ ਵੈਲਿਊਬਲ ਨੇ? ਉਹਨਾਂ 'ਚ ਸਾਡੀ ਆਪਣਾ ਪਾਸਟ ਹੈ। ਜਿਸ ਤਰ੍ਹਾਂ ਇੱਕ ਇੰਡੀਵਿਜੂਅਲ ਦੇ ਲਈ ਆਪਣੀ ਪਹਿਚਾਨ ਬਣਾਉਣ ਦੇ ਲਈ, ਇਹ ਜਾਣਨ ਦੇ ਲਈ ਕਿ ਮੈਂ ਕੌਣ ਹਾਂ, ਉਹ ਆਪਣੀ ਫੈਮਿਲੀ ਹਿਸਟਰੀ ਲੱਭਦਾ ਹੈ, ਆਪਣੇ ਰੂਟਸ ਲੱਭਦਾ ਹੈ, ਇਹ ਲੱਭਦੀ ਹੈ ਮੈਂ ਕਿੱਥੋਂ ਆਈ, ਮੇਰੇ ਪੇਰੈਂਟਸ ਕੌਣ ਸੀ, ਮੇਰੇ ਗ੍ਰੈਂਡ ਪੇਰੈਂਟ ਕੌਣ ਸੀ, ਸਾਡਾ ਪਿੰਡ ਕਿਹੜਾ ਸੀ, ਸਾਡੀ ਜ਼ਮੀਨ ਕਿੱਥੇ ਸੀ, ਜਾਂ ਅਸੀਂ ਨਹੀਂ ਸੀ, ਅਸੀਂ ਸ਼ਹਿਰੀ ਸੀ। ਤੇ ਕਿਉਂ ਅਸੀਂ ਲੱਭਨੇ ਆਪਣਾ ਪਾਸਟ? ਉਸ ਤੋਂ ਸਾਨੂੰ ਆਪਣੀ ਇੱਕ ਆਈਡੈਂਟੀਟੀ ਬਣਦੀ ਹੈ ਕਿ ਅੱਛਾ ਇਹ ਮੇਰੀ ਹੈਰੀਟੇਜ ਹੈ ਤੇ ਅੱਜ ਮੈਂ ਇੱਥੇ ਮੈਂ ਇਹ ਆ। ਉਹਦੇ ਨਾਲ ਸਾਨੂੰ ਇੱਕ ਆਪਣੀ ਪਰਸਨੈਲਿਟੀ ਦੇ ਵਿੱਚ ਇੱਕ ਤਰ੍ਹਾਂ ਦੀ ਇੰਟੈਗ੍ਰਿਟੀ ਬਣਦੀ ਹੈ, ਇੱਕ ਸੋਲਿਡਿਟੀ ਬਣਦੀ ਹੈ, ਆਪਣੀ ਪਹਿਚਾਨ ਬਣਦੀ ਹੈ, ਆਪਣਾ ਕੌਨਫੀਡੈਂਸ ਬਣਦਾ ਹੈ ਕਿ ਆਈ ਐਮ ਸੋ ਐਂਡ ਸੋ। ਇਸੇ ਤਰ੍ਹਾਂ ਇੱਕ ਮੁਲਕ ਦੇ ਲਈ, ਇੱਕ ਪ੍ਰਾਂਤ ਦੇ ਲਈ अपना इतिहास जानना इसलिए ज़रूरी है, सिर्फ इसलिए नहीं कि ਅਸੀਂ बहुत कुछ सीख सकते हैं, पर अपनी पहचान बनाने ਦੇ ਲਈ ਵੀ अपना इतिहास जानना ज़रूरी है। ਅਸੀਂ कौन ਆ, ਕਿੱਥੋਂ ਆਏ ਆ। ਇਹ ਹਰ ਕੋਈ ਦਾ ਇੱਕ ਨੈਚੁਰਲ ਅਰਜ ਹੈ ਜਾਣਨ ਦੀ। knowing, wanting to know your history is a human being's natural urge. And therefore we must preserve that, ਜਿੱਥੋਂ ਕਿ ਅਸੀਂ ਇਹ ਜਾਣ ਸਕੇ ਕਿ ਅਸੀਂ ਕੌਣ ਆ, ਕਿੱਥੋਂ ਆਏ ਔਰ ਕਿੱਥੇ ਜਾਵਾਂਗੇ। ਇਹ ਵੀ ਉਹਦੇ ਨਾਲ ਕਨੈਕਟਡ ਹੈ ਜੀ। ਪਾਸਟ ਦੇ ਬਗੈਰ ਫਿਊਚਰ ਵੀ ਨਹੀਂ ਹੈ ਜੀ। ਆਪਣਾ ਪਾਸਟ ਅਸੀਂ ਹਰ ਜਗ੍ਹਾ ਨਾਲ ਲੈ ਕੇ ਜਾਂਦੇ ਹਾਂ, ਚਾਹੇ ਅਸੀਂ ਕਿੱਥੇ ਵੀ ਚਲੇ ਜਾਈਏ, ਚਾਹੇ ਕੈਨੇਡਾ 'ਚ ਬੈਠੇ ਹੋਈਏ ਤੇ ਚਾਹੇ ਲੰਡਨ 'ਚ ਬੈਠੇ ਹੋਈਏ, ਅਸੀਂ ਆਪਣਾ ਪਿੰਡ ਨਹੀਂ ਭੁੱਲ ਜਾਂਦੇ। ਇੰਨੇ ਲੋਕ ਕਿਉਂ ਫਾਰਮਰਸ ਐਜੀਟੇਸ਼ਨ ਨੂੰ ਸਪੋਰਟ ਕਰ ਰਹੇ ਨੇ ਜਿੱਥੇ ਜਿੱਥੇ ਬੈਠੇ ਹੋਏ ਨੇ? ਕਿਉਂਕਿ ਉਹ ਭੁੱਲੇ ਨਹੀਂ ਨੇ ਨਾ, ਭੁੱਲ ਨਹੀਂ ਸਕਦੇ, ਉਹ ਨਾਲ ਜਾਂਦਾ ਹੈ ਤੁਹਾਡਾ। ਇੱਥੇ ਬੈਠੇ ਭਗਤ ਸਿੰਘ ਨੂੰ ਕਿਉਂ ਯਾਦ ਕਰ ਰਹੇ ਨੇ? ਬੁੱਢੇ ਬੁੱਢੇ ਕਿਸਾਨ ਜਿਹੜੇ ਨੇ ਭਗਤ ਸਿੰਘ ਦੀ ਲਾਈਫ ਪੜ੍ਹ ਰਹੇ ਨੇ ਉੱਥੇ ਬੈਠੇ, ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ, ਹੈ ਨਾ ਜੀ। ਬਿਲਕੁਲ। ਕਿਉਂ ਉਹਨਾਂ ਨੂੰ ਕੀ ਲੈਣਾ ਦੇਣਾ ਭਗਤ ਸਿੰਘ ਦੇ ਨਾਲ? ਪਾਸਟ ਹੈ ਨਾ, ਉਸ ਪਾਸਟ ਦੇ ਵਿੱਚ ਕੁਝ ਲੱਭ ਰਹੇ ਨੇ ਕਿ ਅਸੀਂ ਇਹ ਹੈਗੇ ਸੀ, ਸਾਡਾ ਇੱਕ ਭਗਤ ਸਿੰਘ ਵੀ ਸੀ। ਅਗਰ ਉਹ ਕਰ ਸਕਦਾ ਸੀ ਤੇ ਅੱਜ ਅਸੀਂ ਕੀ ਸਿੱਖ ਸਕਦੇ ਹਾਂ ਉਹਦੇ ਵਿੱਚ? ਉਹਨੂੰ ਜੋੜਦੇ, ਆਪਣੇ ਆਪ ਨੂੰ ਅਸੀਂ ਜੋੜਨੇ ਆਪਣੇ ਪਾਸਟ ਦੇ ਨਾਲ, ਔਰ ਉਹਦੇ ਵਿੱਚੋਂ ਅਸੀਂ ਕੁਝ ਡਿਰਾਈਵ ਕਰਨੇ ਆ ਆਪਣੇ ਬਾਰੇ ਦੇ ਵਿੱਚ। ਜੀ ਬਿਲਕੁਲ, ਬਹੁਤ ਸੋਹਣਾ ਤੁਸੀਂ ਲਾਸਟ ਮੈਸੇਜ ਦਿੱਤਾ। ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਮੈਂ ਐਡ ਕਰਦੇ ਹਾਂ ਕਿ ਪੋਲੀਟੀਸ਼ੀਅਨ ਦੀ ਇੱਕ ਨੈਚੁਰਲ ਅਰਜ ਹੁੰਦੀ ਹੈ ਕਿ ਤੁਹਾਡੀ ਪਹਿਚਾਣ ਨੂੰ ਬਦਲੇ, ਤੁਹਾਡੇ ਪਾਸਟ ਨੂੰ ਬਦਲੇ, ਤੇ ਅਸੀਂ ਉਸ ਚੀਜ਼ ਨੂੰ ਰੈਜ਼ਿਸਟ ਕਰਾਂਗੇ ਜਦ ਤੱਕ ਕਰ ਸਕਾਂਗੇ। ਥੈਂਕ ਯੂ ਵੈਰੀ ਮਚ ਮੈਡਮ। ਹਿਸਟਰੀ ਫਰੰਟ ਲੈਕਚਰ ਸੀਰੀਜ਼ ਵੱਲੋਂ ਬਹੁਤ ਬਹੁਤ ਸ਼ੁਕਰੀਆ ਦੋਸਤੋ। ਆਪਾਂ ਅੱਗੇ ਆਉਣ ਵਾਲੇ ਹਫ਼ਤੇ ਫੇਰ ਇਸੇ ਤਰ੍ਹਾਂ ਸਕਾਲਰ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸ਼ੁਕਰੀਆ ਤੁਸੀਂ ਇਸ ਸੈਸ਼ਨ ਦੇ ਵਿੱਚ ਸਾਡੇ ਨਾਲ ਬਣੇ ਰਹੇ ਹੋ। ਥੈਂਕ ਯੂ ਵੈਰੀ ਮਚ।